वेलकम बैक प्यारे दोस्तों। स्वागत है ਤੁਹਾਡੇ अपने यूट्यूब चैनल से। उम्मीद है सारे ठीक होवोगे। ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜਿਹੜਾ ਪੋਲਿਟੀ ਮਾਸਟਰ ਕੇਡਰ ਪੋਲਿਟੀ ਨੂੰ ਲੈ ਕੇ ਤੇ ਲੈਕਚਰਰ ਪੋਲਿਟੀ ਕੇਡਰ ਨੂੰ ਲੈ ਕੇ ਜਿਹੜਾ ਸਪੈਸ਼ਲ ਪੋਲਿਟੀ ਦੀ ਆਪਾਂ ਥਿਊਰੀ ਕਲਾਸਿਸ ਸ਼ੁਰੂ ਕਰੀਆਂ ਸੀਗੀਆਂ। ਉਹਦੇ ਵਿੱਚੋਂ ਜਿਹੜਾ ਆਪਾਂ 5 ਕਲਾਸਾਂ ਇਸ ਤੋਂ ਪਹਿਲਾਂ ਕਰ ਚੁੱਕੇ ਹਾਂ ਜੀ। ਤਾਂ ਜਿਹੜੇ ਮੇਰੇ ਦੋਸਤ ਨਵੇਂ ਜੁੜੇ ਨੇ ਜੀ ਤਾਂ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਇੱਕ ਪਲੇਲਿਸਟ ਬਣੀ ਹੋਈ ਆਪਣੇ YouTube ਚੈਨਲ ਤੇ ਪੋਲਿਟੀ ਥਿਊਰੀ ਦੇ ਨਾਮ ਤੋਂ ਤੁਸੀਂ ਉਹ ਜਿਹੜੀਆਂ ਪਹਿਲਾਂ 5 ਕਲਾਸਾਂ ਹੋ ਚੁੱਕੀਆਂ ਨੇ ਤਾਂ ਉਹ ਕਲਾਸਾਂ ਜਿਹੜੀਆਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ, ਜਿਹਦੇ ਵਿੱਚ ਆਪਾਂ ਪੜ੍ਹ ਕੀ ਕਰ ਚੁੱਕੇ ਹਾਂ ਜੀ। ਤਾਂ ਪਹਿਲੀ ਕਲਾਸ ਤਾਂ ਆਪਣੇ ਪੋਲਿਟੀ ਦੇ ਉੱਪਰ ਸੀ ਰਾਜ ਵਿਵਸਥਾ ਹੁੰਦੀ ਕੀ ਹੈ ਜੀ, ਆਪਾਂ ਉਹ ਪੜ੍ਹ ਚੁੱਕੇ ਹਾਂ। ਫਿਰ ਆਪਾਂ ਉਹ ਦੇਖਿਆ ਸੰਵਿਧਾਨ ਬਾਰੇ, ਸੰਵਿਧਾਨ ਕੀ ਹੁੰਦਾ ਹੈ ਜੀ। ਫਿਰ ਆਪਾਂ ਦੇਖਿਆ ਸੀ ਸ਼ਾਸਨ ਪ੍ਰਣਾਲੀਆਂ, ਉਹ ਆਪਾਂ ਪੜ੍ਹ ਚੁੱਕੇ ਹਾਂ ਜੀ। ਕਾਰਜਪਾਲਿਕਾ ਦੀਆਂ ਕਿਸਮਾਂ ਪੜ੍ਹ ਚੁੱਕੇ ਹਾਂ ਜੀ। ਇਸ ਤੋਂ ਇਲਾਵਾ ਆਪਾਂ ਕੀ ਪੜ੍ਹ ਚੁੱਕੇ ਉਹਦੇ ਚ ਲੋਕਤੰਤਰ ਕੀ ਹੁੰਦਾ ਹੈ, ਲੋਕਤੰਤਰ ਦੀਆਂ ਕਿਸਮਾਂ। ਇਸ ਤੋਂ ਇਲਾਵਾ ਫਿਰ ਆਪਣੀਆਂ ਜਿਹੜੀਆਂ ਲਾਸਟ 2 ਕਲਾਸਾਂ 3 ਕਲਾਸਾਂ ਹੋਈਆਂ ਸੀਗੀਆਂ ਸੰਵਿਧਾਨ ਸਭਾ ਦੇ ਉੱਪਰ। ਸੰਵਿਧਾਨ ਸਭਾ ਕਿਵੇਂ ਬਣਾਈ ਜਾਂਦੀ ਹੈ, ਕਿਹਦੇ ਵੱਲੋਂ ਉਹਦੀ ਮੰਗ ਕੀਤੀ ਜਾਂਦੀ ਹੈ ਜੀ। ਅਲੱਗ-ਅਲੱਗ ਮੰਗਾਂ ਪੜੀਆਂ ਸੀ ਆਪਾਂ, ਉਹਦੀਆਂ ਰਸਮੀ ਮੰਗਾਂ, ਅਰਸਮੀ ਮੰਗਾਂ ਤੇ ਸੰਕੇਤਕ ਮੰਗਾਂ। ਉਸ ਤੋਂ ਬਾਅਦ ਉਹਦੇ ਚ ਆਪਾਂ ਕੀ ਦੇਖਿਆ ਸੀਗਾ, ਸੰਵਿਧਾਨ ਜਿਹੜੇ ਸੰਵਿਧਾਨ ਦੇ ਕਮੇਟੀਆਂ ਬਣਾਈਆਂ ਗਈਆਂ ਸੀ, ਸੰਵਿਧਾਨ ਸਭਾ ਨਾਲ ਸੰਬੰਧਿਤ ਕਮੇਟੀ। ਤਾਂ ਲਾਸਟ ਕਲਾਸਾਂ ਜਿਹੜੀਆਂ ਆਪਾਂ 5 ਕਲਾਸਾਂ ਦੇ ਵਿੱਚ ਇਹ ਕੁਝ ਆਪਾਂ ਪੜ੍ਹ ਚੁੱਕੇ ਹਾਂ ਜੀ। ਜਿਹੜਾ ਅੱਜ ਆਪਣੀ ਕਲਾਸ ਰਹੇਗੀ ਉਹ ਕਲਾਸ ਰਹੇਗੀ ਆਪਣੀ ਭਾਰਤੀ ਸੰਵਿਧਾਨ ਦੇ ਸਰੋਤ, ਸੋਰਸ ਆਫ ਇੰਡੀਅਨ ਕਨਸਟੀਟਿਊਸ਼ਨ। ਤਾਂ ਆਪਾਂ 1 ਬਾਏ 1 ਦੇਖਾਂਗੇ ਕਿ ਕਿਹੜੇ-ਕਿਹੜੇ ਦੇਸ਼ ਤੋਂ ਆਪਾਂ ਕੀ ਕੁਝ ਲਿਆ। ਤਾਂ ਮੇਨ ਤਾਂ ਇਹੀ ਹੈ ਕਿ ਤੁਸੀਂ ਜਿਹੜਾ ਸਭ ਨੇ ਪੜ੍ਹਿਆ ਹੀ ਹੋਇਆ ਇਸ ਤੋਂ ਪਹਿਲਾਂ ਕਿ ਭਾਰਤੀ ਸੰਵਿਧਾਨ ਦੇ ਸਰੋਤ ਨੇ ਕਿਹੜੇ ਦੇਸ਼ ਤੋਂ ਕੀ ਕੁਝ ਲਿਆ। ਤਾਂ ਅੱਜ ਇੱਕ ਆਪਾਂ ਨਵੇਂ ਤਰੀਕੇ ਨਾਲ ਉਹਨਾਂ ਸਰੋਤਾਂ ਨੂੰ ਸਮਝਣਾ ਵੀ ਤੇ ਯਾਦ ਵੀ ਕਰਨਾ ਹੈ। ਤਾਂ ਉਮੀਦ ਹੈ ਤੁਹਾਨੂੰ ਇਹ ਕਲਾਸ ਜਿਹੜੀ ਹੈ ਪਸੰਦ ਆਏਗੀ। ਤਾਂ ਵੱਧ ਤੋਂ ਵੱਧ ਤੁਸੀਂ ਇਸ ਕਲਾਸ ਨੂੰ ਸ਼ੇਅਰ ਕਰਨਾ ਜੀ ਆਪਣੇ ਦੋਸਤਾਂ ਤੱਕ। ਤਾਂ ਆਓ ਆਪਾਂ ਚੱਲਦੇ ਹਾਂ ਜੀ ਭਾਰਤੀ ਸੰਵਿਧਾਨ ਦੇ ਸਰੋਤ। ਸੋਰਸ ਆਫ ਇੰਡੀਅਨ ਕਨਸਟੀਟਿਊਸ਼ਨ। ਆਪਾਂ ਜਿਹੜੀਆਂ ਲਾਸਟ ਕਲਾਸਾਂ ਪੜ੍ਹੀਆਂ ਸੀਗੀਆਂ ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਸੰਵਿਧਾਨ ਨੂੰ ਤਿਆਰ ਕਰਨ ਲਈ ਜਿਹੜਾ ਕਿ ਸੰਵਿਧਾਨ ਸਭਾ ਬਣਾਈ ਗਈ ਸੀ, ਜਿਹਦੀਆਂ 22 ਕਮੇਟੀਆਂ ਸੀ ਤੇ 22 ਕਮੇਟੀਆਂ ਚ ਕਮੇਟੀ ਦਾ ਨਾਮ ਸੀਗਾ ਡਰਾਫਟ ਕਮੇਟੀ। ਤਾਂ ਇਸ ਕਮੇਟੀ ਵੱਲੋਂ ਅਲੱਗ-ਅਲੱਗ ਦੇਸ਼ਾਂ ਦੇ ਸੰਵਿਧਾਨਾਂ ਨੂੰ ਜਿਹੜਾ ਜਾਂਚਣ ਤੋਂ ਬਾਅਦ ਜਿਹੜਾ ਕੀ ਹੈ ਭਾਰਤੀ ਸੰਵਿਧਾਨ ਨੂੰ ਤਿਆਰ ਕੀਤਾ ਜਾਂਦਾ ਹੈ। ਤਾਂ ਜਿਹੜਾ ਕਿਹਾ ਜਾਂਦਾ ਕਿ 60 ਦੇਸ਼ਾਂ ਦੇ ਸੰਵਿਧਾਨ ਦੇ ਜਿਹੜੇ ਕੀ ਹੈ ਫੀਚਰ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਗਿਆ, ਜਾਂਚਿਆ ਗਿਆ, ਉਸ ਤੋਂ ਬਾਅਦ ਜਿਹੜਾ ਸਾਡਾ ਭਾਰਤੀ ਸੰਵਿਧਾਨ ਤਿਆਰ ਕੀਤਾ ਗਿਆ। ਤਾਂ ਅਲੱਗ-ਅਲੱਗ ਦੇਸ਼ਾਂ ਦੇ ਉੱਤੇ ਆਪਾਂ ਕੀ ਚੀਜ਼ਾਂ ਲਾਂਗੇ ਆਪਾਂ ਉਹ ਦੇਖਦੇ ਹਾਂ ਜੀ। ਤਾਂ ਫਸਟ ਆਪਣਾ ਰਹੇਗਾ ਜੀ 1935 ਦਾ ਐਕਟ। 1935 ਜਿਹੜਾ ਐਕਟ ਹੈ ਬ੍ਰਿਟਿਸ਼ ਸਰਕਾਰ ਦੇ ਵੱਲੋਂ ਜਿਹੜਾ ਲਿਆਂਦਾ ਜਾਂਦਾ ਹੈ। ਤਾਂ ਇਸ ਐਕਟ ਦਾ ਭਾਰਤੀ ਸੰਵਿਧਾਨ ਦੇ ਉੱਪਰ ਬੜਾ ਡੂੰਘਾ ਪ੍ਰਭਾਵ ਹੈ। ਲਗਭਗ 75 ਤੋਂ 80% ਜਿਹੜਾ ਸਾਡਾ ਹਿੱਸਾ ਹੈ ਭਾਰਤੀ ਸੰਵਿਧਾਨ ਦਾ ਉਹ ਇਸ ਐਕਟ ਤੋਂ ਹੀ ਪ੍ਰਭਾਵਿਤ ਹੈ। ਤਾਂ ਇਹ ਜਿਹੜਾ ਐਕਟ ਹੈ 1935 ਦੇ ਵਿੱਚ ਲਿਆ ਜਾਂਦਾ ਬ੍ਰਿਟਿਸ਼ ਸਰਕਾਰ ਵੱਲੋਂ। ਜਿਹੜੀਆਂ ਰਾਉਂਡ ਟੇਬਲ ਕਾਨਫਰੰਸ ਹੁੰਦੀਆਂ ਨੇ 3, ਇੱਕ 1930 ਚ ਹੁੰਦੀ ਹੈ, 31 ਚ ਹੁੰਦੀ ਤੇ ਇੱਕ 32 ਚ ਹੁੰਦੀ ਹੈ ਲੰਡਨ ਦੇ ਵਿੱਚ। ਤਾਂ ਉਸ ਦੇ ਵਿੱਚ ਜਿਹੜਾ ਰਿਜ਼ਲਟ ਨਿਕਲ ਕੇ ਆਉਂਦਾ ਹੈ ਉਹਦੇ ਬੇਸ ਦੇ ਉੱਪਰ ਹੀ ਭਾਰਤ ਵਿੱਚ ਇੱਕ ਨਵਾਂ ਕਾਨੂੰਨ ਲੈ ਕੇ ਆਂਦਾ ਜਾਂਦਾ, ਐਕਟ ਲਿਆਂਦਾ ਜਾਂਦਾ ਹੈ, ਜਿਹਦਾ ਨਾਮ ਕੀ ਸੀਗਾ 1935 ਦਾ ਭਾਰਤ ਸਰਕਾਰ ਅਧਿਨਿਯਮ। ਪੂਰਾ ਨਾਮ ਆਪਾਂ ਇਹਦਾ ਕੀ ਲੈਂਦੇ 1935 ਦਾ ਗਵਰਨਮੈਂਟ ਆਫ ਇੰਡੀਆ ਐਕਟ। ਆਪਾਂ ਦੇਖਾਂਗੇ ਇਹਦੇ ਰਾਹੀਂ ਅਸੀਂ ਜਿਹੜਾ ਕੀ ਹੈ ਭਾਰਤੀ ਸੰਵਿਧਾਨ ਦੇ ਵਿੱਚ ਕੀ ਕੁਝ ਕਾਪੀ ਕੀਤਾ ਜਾਂ ਕੀ ਕੁਝ ਅਪਣਾਇਆ। ਤਾਂ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ 1935 ਦੇ ਐਕਟ ਦਾ, ਤਾਂ ਇਹਦੇ ਵਿੱਚ ਸਭ ਤੋਂ ਮੇਨ ਗੱਲ ਕੀ ਕੀਤੀ ਜਾਂਦੀ ਹੈ, ਭਾਰਤ ਵਿੱਚ ਇੱਕ ਸੰਘੀ ਸਰਕਾਰ ਸਥਾਪਿਤ ਕਰਨ ਦੀ ਜਿਹੜੀ ਕੀ ਹੈ ਕੋਸ਼ਿਸ਼ ਕੀਤੀ ਜਾਂਦੀ, ਜਾਂ ਇਸ ਐਕਟ ਵੱਲੋਂ ਇਹ ਕਿਹਾ ਜਾਂਦਾ ਕਿ ਭਾਰਤ ਵਿੱਚ ਇੱਕ ਸੰਘੀ ਸਰਕਾਰ ਹੋਏਗੀ। ਤਾਂ ਉਹ ਜਿਹੜੀ ਸੰਘੀ ਸਰਕਾਰ ਸੰਘਾਤਮਕ ਸਰਕਾਰ ਦਾ ਕਨਸੈਪਟ ਹੈ ਉਹ ਆਪਾਂ ਕਿੱਥੋਂ ਲਿਆ 1935 ਦਾ ਐਕਟ ਤੋਂ। ਤਾਂ ਆਪਾਂ ਇਹਨਾਂ ਰੱਟਾ ਨਹੀਂ ਲਾਣਾ, ਆਪਾਂ ਇਹਨਾਂ ਨੂੰ 1 ਬਾਏ 1 ਸਮਝਾਂਗੇ, ਜਿਸ ਦੇ ਨਾਲ ਜਿਹੜਾ ਕੀ ਹੈ ਸਾਨੂੰ ਜਿਹੜਾ ਉਹ ਲੰਬੇ ਟਾਈਮ ਤੱਕ ਯਾਦ ਰਹੇਗੀ ਜੇਕਰ ਅਸੀਂ ਅੱਜ ਇਹ ਕਨਸੈਪਟ ਸਮਝ ਲਾਂਗੇ। ਤਾਂ 1935 ਦੇ ਐਕਟ ਦੇ ਵਿੱਚ ਸਭ ਤੋਂ ਪਹਿਲੀ ਗੱਲ ਕੀ ਕਹੀ ਗਈ ਸੀ ਕਿ ਭਾਰਤ ਵਿੱਚ ਇੱਕ ਸੰਘੀ ਸਰਕਾਰ ਹੋਏਗੀ, ਫੈਡਰਲ ਗਵਰਨਮੈਂਟ ਹੋਏਗੀ। ਤਾਂ ਫੈਡਰਲ ਗਵਰਨਮੈਂਟ ਦਾ ਕਨਸੈਪਟ ਆਪਣੇ ਦੇਸ਼ ਵਿੱਚ ਵੀ ਹੈਗਾ, ਆਪਾਂ ਪਿਛਲੀਆਂ ਕਲਾਸਾਂ 'ਚ ਦੇਖਿਆ ਸੀਗਾ।
ਜਿਹੜਾ ਕੀ ਹੈ ਅਲੱਗ-ਅਲੱਗ ਸਰਕਾਰਾਂ ਹੁੰਦੀਆਂ ਨੇ, ਇੱਕ ਏਕਾਤਮਕ ਸਰਕਾਰ ਜਾਂ ਸ਼ਾਸਨ ਪ੍ਰਣਾਲੀ ਹੁੰਦੀ ਹੈ, ਸੰਘਾਤਮਕ ਸ਼ਾਸਨ ਪ੍ਰਣਾਲੀ ਹੁੰਦੀ ਹੈ ਤੇ ਪਰਿਸੰਘਾਤਮਕ ਸ਼ਾਸਨ ਪ੍ਰਣਾਲੀ ਹੁੰਦੀ ਹੈ ਕੇਂਦਰ ਅਤੇ ਰਾਜਾਂ ਵਿਚਕਾਰ ਦੇ ਸੰਬੰਧਾਂ ਵਿਚਕਾਰ। ਲਾਸਟ ਕਲਾਸ ਚ ਆਪਾਂ ਪੜਿਆ ਸੀ ਕੇਂਦਰ ਅਤੇ ਰਾਜਾਂ ਦੇ ਸੰਬੰਧਾਂ ਆਧਾਰਿਤ ਜਿਹੜੀ ਪ੍ਰਣਾਲੀ ਹੁੰਦੀ ਹੈ ਉਹਦੇ ਚ ਆਪਾਂ ਦੇਖਿਆ ਸੀ ਏਕਾਤਮਕ, ਪਰਿਸੰਘਾਤਮਕ ਤੇ ਸੰਘਾਤਮਕ। ਇੱਕ ਕਨਸੈਪਟ ਆਪਾਂ ਹੋਰ ਪੜਿਆ ਸੀਗਾ ਅਰਧ ਸੰਘਾਤਮਕ, ਜਿਹੜਾ ਇੰਡੀਆ ਵਿੱਚ ਦੇਖਣ ਨੂੰ ਮਿਲਦਾ ਹੈ। ਤਾਂ ਉਹਦੇ ਵਿੱਚ ਜਿਹੜਾ ਸੰਘਾਤਮਕ ਹੈ ਉਹਦੇ ਚ ਕੀ ਹੁੰਦਾ ਹੈ, ਜਿਹੜੇ ਦੋ, ਇੱਕ ਸਟੇਟ ਹੁੰਦਾ ਤੇ ਇੱਕ ਸੈਂਟਰ ਹੁੰਦਾ, ਉਹਨਾਂ ਨੂੰ ਜਿਹੜਾ ਕੀ ਹੈ ਉਹਨਾਂ ਦੀਆਂ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ। ਕੁਝ ਪਾਵਰਾਂ ਸੈਂਟਰ ਕੋਲ ਹੋਣਗੀਆਂ, ਕੁਝ ਪਾਵਰਾਂ ਸਟੇਟ ਕੋਲ ਹੋਣਗੀਆਂ। ਤਾਂ ਜਿਹੜਾ ਇਹ ਚੀਜ਼ ਕਨਸੈਪਟ ਹੈ ਕਿ ਕੇਂਦਰ ਅਤੇ ਰਾਜਾਂ ਵਿਚਕਾਰ ਵੰਡਿਆ ਜਾਏਗਾ ਜਿਹੜਾ ਭਾਰਤ ਦੇ ਰਾਜਨੀਤਿਕ ਜਿਹੜਾ ਸਿਸਟਮ ਹੈ, ਰਾਜਨੀਤਿਕ ਢਾਂਚਾ ਹੈ, ਇਹ ਕਨਸੈਪਟ ਆਪਾਂ ਕਿੱਥੋਂ ਲਿਆ 1935 ਦੇ ਐਕਟ ਤੋਂ। ਤਾਂ ਆਪਾਂ ਪਿਛਲੀ ਕਲਾਸ ਦੇ ਵਿੱਚ ਜੋ ਕੁਝ ਪੜਿਆ ਉਹੀ ਜਿਹੜਾ ਸਾਡਾ ਜਿਹੜਾ ਇਸ ਕਲਾਸ ਦੇ ਵਿੱਚ ਰਿਪੀਟ ਹੋਏਗਾ, ਜਿਸ ਦੇ ਨਾਲ ਜੇ ਤਾਂ ਤੁਸੀਂ ਉਹ ਪਿਛਲੀਆਂ ਕਲਾਸਾਂ ਚੰਗੀ ਤਰ੍ਹਾਂ ਦੇਖੀਆਂ ਨੇ, ਸਮਝੀਆਂ ਨੇ, ਤਾਂ ਇਹ ਜਿਹੜਾ ਅੱਜ ਦੀ ਕਲਾਸ ਹੈ ਤੁਸੀਂ ਆਸਾਨੀ ਨਾਲ ਸਮਝ ਪਾਓਗੇ। ਤਾਂ ਆਪਾਂ ਕੀ ਦੇਖਿਆ ਸੀ ਸੰਘਾਤਮਕ, ਇਹਦੀਆਂ ਵਿਸ਼ੇਸ਼ਤਾਵਾਂ ਵੀ ਦੇਖਿਆ ਸੀ। ਏਕਾਤਮਕ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ, ਪਰਿਸੰਘਾਤਮਕ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ ਤੇ ਸੰਘਾਤਮਕ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ। ਤਾਂ ਜੇਕਰ ਤੁਹਾਨੂੰ ਉਹ ਕਲਾਸਾਂ ਯਾਦ ਨੇ, ਆਪਾਂ ਦੇਖੀ ਸੰਘਾਤਮਕ ਜਿਹੜੀ ਸ਼ਾਸਨ ਪ੍ਰਣਾਲੀ ਹੁੰਦੀ ਹੈ ਉਹਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਤਾਂ ਆਪਾਂ ਇਹ ਚੀਜ਼ ਲੈ ਰਹੇ ਹਾਂ ਕਿੱਥੋਂ 1935 ਦੇ ਐਕਟ ਤੋਂ, ਫੈਡਰਲ ਸਕੀਮ। ਜਾਂ ਆਪਾਂ ਕਹਾਂਗੇ ਸੰਘਾਤਮਕ ਸ਼ਾਸਨ ਪ੍ਰਣਾਲੀ। ਇਹ ਕਨਸੈਪਟ ਆਪਾਂ ਲੈ ਲਿਆ 1935 ਦੇ ਐਕਟ ਤੋਂ। ਹੁਣ ਤੁਸੀਂ ਯਾਦ ਕਰੋ ਪਿਛਲੀ ਕਲਾਸ ਚ ਆਪਾਂ ਸੰਘਾਤਮਕ ਜਿਹੜਾ ਸਿਸਟਮ ਹੁੰਦਾ ਹੈ, ਫੈਡਰਲ ਸਿਸਟਮ ਹੁੰਦਾ ਹੈ, ਉਹਦੀਆਂ ਵਿਸ਼ੇਸ਼ਤਾਵਾਂ ਪੜ੍ਹੀਆਂ ਸੀ। ਕੀ ਪੜਿਆ ਸੀ? ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਹੁੰਦੀ ਹੈ ਜੀ। ਤਾਂ ਕੁਝ ਪਾਵਰਾਂ ਕੇਂਦਰ ਕੋਲ ਹੁੰਦੀਆਂ ਨੇ, ਕੁਝ ਪਾਵਰਾਂ ਸਟੇਟ ਕੋਲ ਹੁੰਦੀਆਂ ਨੇ ਜਿੱਥੇ ਸੰਘਾਤਮਕ ਸਿਸਟਮ ਹੋਏਗਾ। ਹੁਣ ਸਾਡੇ ਦੇਸ਼ 'ਚ ਕਿਹੜਾ ਸਿਸਟਮ ਬਣਾਇਆ ਗਿਆ? ਫੈਡਰਲ ਸਿਸਟਮ ਬਣਾਇਆ ਗਿਆ। ਕਿੱਥੋਂ ਲਿਆ? 1935 ਦੇ ਐਕਟ ਤੋਂ। ਤਾਂ ਫਿਰ ਨੈਕਸਟ ਚੀਜ਼ ਇਹ ਵੀ ਆਟੋਮੈਟਿਕਲੀ ਹੋਏਗੀ। ਇਹ ਚੀਜ਼ ਵੀ ਆਪਾਂ ਕਿੱਥੋਂ ਲਈ? 1935 ਦੇ ਐਕਟ ਤੋਂ। ਦੂਜਾ ਪੁਆਇੰਟ ਆਪਾਂ ਕੀ ਦੇਖ ਸਕਦੇ ਹਾਂ ਜੀ? ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ, ਡਿਸਟ੍ਰੀਬਿਊਸ਼ਨ ਆਫ ਪਾਵਰਸ। ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ, ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਜੀ। ਤੇ ਇਹ ਚੀਜ਼ ਅਸੀਂ ਕਿੱਥੋਂ ਲਈ ਹੈ? 1935 ਦੇ ਐਕਟ ਤੋਂ। ਹੋਰ ਕੀ ਵਿਸ਼ੇਸ਼ਤਾ ਆਪਾਂ ਦੇਖੀ ਸੀ ਕਿ ਜਿੱਥੇ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਹੋਏਗੀ, ਸੰਘਾਤਮਕ ਸਿਸਟਮ ਹੋਏਗਾ, ਤਾਂ ਇਹਨਾਂ ਦੀ ਸ਼ਕਤੀਆਂ ਨੂੰ ਕੰਟਰੋਲ ਕਰਨ ਲਈ ਕਿ ਜ਼ਿਆਦਾ ਸ਼ਕਤੀ ਦੀ ਵਰਤੋਂ ਕੇਂਦਰ ਵੱਲੋਂ ਨਾ ਕੀਤੀ ਜਾਵੇ, ਜਿਹੜੀਆਂ ਸ਼ਕਤੀਆਂ ਕੇਂਦਰ ਦੀਆਂ ਨੇ ਸਿਰਫ ਉਹਨਾਂ ਦੀ ਵਰਤੋਂ ਕੀਤੀ ਜਾਏ। ਜੋ ਪਾਵਰਸ ਸਟੇਟਾਂ ਦੀਆਂ ਨੇ, ਰਾਜਾਂ ਦੀਆਂ ਨੇ, ਉਹਨਾਂ ਵੱਲੋਂ ਉਹਨੀਆਂ ਪਾਵਰਾਂ ਦੀ ਹੀ ਵਰਤੋਂ ਕੀਤੀ ਜਾਏ। ਤਾਂ ਇਹਨਾਂ ਦੋਨਾਂ ਦਾ ਬੈਲੈਂਸ ਬਣਾਉਣ ਲਈ ਕੀ ਹੁੰਦਾ ਹੈ ਜੀ? ਨਿਆਂਪਾਲਿਕਾ ਹੁੰਦੀ ਹੈ। ਇਹਨਾਂ ਦੋਨਾਂ ਦਾ ਬੈਲੈਂਸ ਬਣਾਉਣ ਲਈ ਕੀ ਹੁੰਦੀ ਹੈ ਜੀ? ਇੱਕ ਨਿਆਂਪਾਲਿਕਾ ਹੁੰਦੀ ਹੈ। ਤਾਂ ਨਿਆਂਪਾਲਿਕਾ ਦਾ ਕਨਸੈਪਟ ਵੀ ਆਪਾਂ ਕਿੱਥੋਂ ਲਿਆ ਜੀ? 1935 ਦੇ ਐਕਟ ਤੋਂ। ਜੁਡੀਸ਼ਰੀ ਜਾਂ ਨਿਆਂਪਾਲਿਕਾ, ਇਹ ਕਨਸੈਪਟ ਆਪਾਂ ਕਿੱਥੋਂ ਲਿਆ? 1935 ਦੇ ਐਕਟ ਤੋਂ। ਤਾਂ ਇਸ ਐਕਟ ਦੇ ਵਿੱਚ ਵੀ ਜਿਹੜਾ ਕੀ ਹੈ, ਇਹ ਗੱਲ ਕਹੀ ਗਈ ਸੀ ਕਿ ਭਾਰਤ ਵਿੱਚ ਇੱਕ ਸੰਘੀ ਜਿਹੜੀ ਹੈ ਅਦਾਲਤ ਹੋਏਗੀ, ਫੈਡਰਲ ਜਿਹੜੀ ਹੈ ਕੋਰਟ ਹੋਏਗੀ, ਜਿਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 1 ਅਕਤੂਬਰ 1937 ਨੂੰ। ਫੈਡਰਲ ਕੋਰਟ ਜਿਹੜੀ ਬਣਾਈ ਗਈ ਸੀ ਇੰਡੀਆ ਦੇ ਵਿੱਚ, ਉਹਦੀ ਗੱਲ ਕੀਤੀ ਗਈ ਸੀ 1935 ਦੇ ਐਕਟ ਦੇ ਵਿੱਚ। ਆਪਾਂ ਕਿੱਦਾਂ ਯਾਦ ਰੱਖਾਂਗੇ 1935 ਦੇ ਐਕਟ ਤੋਂ ਕੀ ਲਿਆ? ਜੇਕਰ ਆਪਾਂ ਪਿਛਲੀਆਂ ਕਲਾਸਾਂ ਧਿਆਨ ਨਾਲ ਦੇਖੀਆਂ ਨੇ ਤਾਂ ਉਹਦੇ ਚ ਆਪਾਂ ਦੇਖਿਆ ਸੀ ਏਕਾਤਮਕ, ਸੰਘਾਤਮਕ ਤੇ ਪਰਿਸੰਘਾਤਮਕ ਜਿਹੜਾ ਸਿਸਟਮ ਹੁੰਦਾ ਹੈ। ਤੇ ਸੰਘਾਤਮਕ ਜਿਹੜਾ ਸਿਸਟਮ ਹੈ ਆਪਾਂ ਕਿੱਥੋਂ ਲਿਆ? 1935 ਦੇ ਐਕਟ ਤੋਂ। ਤਾਂ ਜੇਕਰ ਇਹ ਸਿਸਟਮ ਹੋਏਗਾ ਤਾਂ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਵੀ ਹੋਏਗੀ। ਤਾਂ ਇਹ ਸਿਸਟਮ ਆਪਾਂ ਲਿਆ 1935 ਦੇ ਐਕਟ ਤੋਂ। ਤਾਂ ਇਹ ਸਿਸਟਮ ਆਪਾਂ ਕਿੱਥੋਂ ਲਿਆ? ਫਿਰ 1935 ਦੇ ਐਕਟ ਤੋਂ। ਜੇਕਰ ਇਹ ਚੀਜ਼ ਹੋਏਗੀ ਤਾਂ ਇਹਨਾਂ ਦਾ ਜਿਹੜਾ ਵਿਚਕਾਰ ਬੈਲੈਂਸ ਬਣਾਉਣ ਲਈ ਪਾਵਰਾਂ ਦੀ ਜਿਹੜੀ ਕੀ ਹੈ ਜਿਹੜਾ ਗਲਤ ਵਰਤੋਂ ਨਾ ਕੀਤੀ ਜਾਏ, ਤਾਂ ਉਹਦੇ ਲਈ ਨਿਆਂਪਾਲਿਕਾ ਹੋਏਗੀ, ਜੁਡੀਸ਼ਰੀ ਹੋਏਗੀ। ਤਾਂ ਉਹ ਕਨਸੈਪਟ ਆਪਾਂ ਕਿੱਥੋਂ ਲੈ ਰਹੇ ਹਾਂ? 1935 ਦੇ ਐਕਟ ਤੋਂ।
परंतु ਇਹਦੇ ਵਿੱਚ ਵੀ ਇਹ ਗੱਲ ਕਹੀ ਗਈ ਸੀ ਕਿ ਇੱਕ ਤੋਂ ਜਿਹੜਾ ਫੈਡਰਲ ਜਿਹੜੀ ਕੋਰਟ ਆ ਬਣਾਈ ਜਾਏਗੀ ਤੇ ਜਿਹੜੀ ਕਦੋਂ ਬਣਦੀ 1 ਅਕਤੂਬਰ 1937 ਨੂੰ। ਜਿਹੜਾ ਇਹ ਕਨਸੈਪਟ ਲਿਆ ਗਿਆ ਨਿਆਂਪਾਲਿਕਾ ਦਾ, ਕਿਹੜਾ ਕਨਸੈਪਟ ਲਿਆ ਗਿਆ? ਤਾਂ ਸਾਡੇ ਦੇਸ਼ ਵਿੱਚ ਨਿਆਂਪਾਲਿਕਾ ਦਾ ਇੱਕ ਤਾਂ ਕਨਸੈਪਟ ਆਪਾਂ ਪੜ੍ਹਦੇ ਹਾਂ ਇੰਟੀਗ੍ਰੇਟਿਡ ਜੁਡੀਸ਼ਰੀ, ਇੱਕ ਆਪਾਂ ਪੜ੍ਹਦੇ ਹਾਂ ਇੰਡੀਪੈਂਡੈਂਸ ਜੁਡੀਸ਼ਰੀ, ਏਕੀਕ੍ਰਿਤ ਨਿਆਂਪਾਲਿਕਾ, ਦੂਜੀ ਆਪਾਂ ਪੜ੍ਹਦੇ ਹਾਂ ਆਜ਼ਾਦ ਨਿਆਂਪਾਲਿਕਾ। ਤਾਂ ਜਿਹੜਾ ਏਕੀਕ੍ਰਿਤ ਨਿਆਂਪਾਲਿਕਾ ਹੈ, ਏਕੀਕ੍ਰਿਤ ਨਿਆਂਪਾਲਿਕਾ, ਉਹ ਕਨਸੈਪਟ ਆਪਾਂ ਕਿੱਥੋਂ ਲਿਆ? 1935 ਦੇ ਐਕਟ ਤੋਂ। ਏਕੀਕ੍ਰਿਤ ਨਿਆਂਪਾਲਿਕਾ ਤੋਂ ਭਾਵ ਕੀ ਹੈ? ਟੌਪ ਤੇ ਕੌਣ ਹੈ? ਸੁਪਰੀਮ ਕੋਰਟ, ਉਹਦੇ ਨੀਚੇ ਕਿਹੜੀਆਂ ਕੋਰਟਸ ਨੇ? ਹਾਈ ਕੋਰਟ, ਉਹਨਾਂ ਨੀਚੇ ਕਿਹੜੀਆਂ ਕੋਰਟ ਨੇ? ਡਿਸਟ੍ਰਿਕਟ ਕੋਰਟ ਦਾ, ਇਹਨੂੰ ਆਪਾਂ ਕੀ ਕਹਿੰਦੇ ਆ ਜੀ? ਸਬਆਰਡੀਨੇਟ ਕੋਰਟ। ਤਾਂ ਇੱਕ ਚੇਨ ਦੇ ਵਿੱਚ ਕੰਮ ਕਰਨਗੀਆਂ, ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਤਾਂ ਇਹ ਕਨਸੈਪਟ ਏਕੀਕ੍ਰਿਤ ਹੈ, ਇੰਟੀਗ੍ਰੇਟਡ ਹੈ, ਇਹ ਆਪਾਂ ਕਿੱਥੋਂ ਲਿਆ? 1935 ਦੇ ਐਕਟ ਤੋਂ ਲਿਆ। ਹੋਰ ਕੀ ਕੁਝ ਲਿਆ ਜੀ ਆਪਾਂ 1935 ਦੇ ਐਕਟ ਤੋਂ? ਉਹ ਦੇਖਦੇ ਹਾਂ ਜੀ। ਇੱਕ ਆਪਾਂ ਲਿਆ ਜੀ ਪੋਸਟ ਆਫ ਗਵਰਨਰ। ਤਾਂ ਸਟੇਟ ਦੇ ਵਿੱਚ ਇੱਕ ਗਵਰਨਰ ਹੋਏਗਾ ਜਿਹੜਾ ਨੋਮੀਨਲ ਹੈਡ ਹੁੰਦਾ ਹੈ, ਉਹ ਚੀਜ਼ ਆਪਾਂ ਕਿੱਥੋਂ ਲਈ ਹੈ ਜੀ? 1935 ਦੇ ਐਕਟ ਤੋਂ। ਇਹਦਾ ਵਰਣਨ ਕਿੱਥੇ ਮਿਲਦਾ? ਪੋਸਟ ਕਿੱਥੇ ਹੈ ਗਵਰਨਰ ਦੀ? 153 ਆਰਟੀਕਲ। फिर आप देखते हैं जी पब्लिक सर्विस कमीशन। लोक सेवा आयोग है जिहड़ा ओहदा आपां कंसैप्ट कित्थों लिया जी? 1935 दे एक्ट तो लिया जी। और आपां इहदे विच की गल कर सकते हैं? एक तो हो गया फैडरल स्कीम, डिस्ट्रीब्यूशन ऑफ पावर्स, जुडिशरी, किहड़ी जुडिशरी जी? इंटीग्रेटेड जुडिशरी, इहदा कंसैप्ट लिया जी। होर आपां किहदी गल कर सकते हैं जी? पोस्ट ऑफ गवर्नर हो गया। एक आपां गल कर सकते हैं जी एमरजेंसी पावर्स, एमरजेंसी पावर्स। एमरजेंसी पावर साडे संविधान दे किहड़े भाग विच ने? भाग नंबर 18 विच ने। आर्टिकल 352 तो 360 तक ने। किहदे कोले पावर हुंदियां ने? राष्ट्रपति कोल हुंदियां ने। किन्ने प्रकार दी पावर ने? 3 प्रकार दी पावर। एक साडे कोल हुंदी है नैशनल एमरजेंसी, एक साडे कोल हुंदी है जी स्टेट एमरजेंसी, जिन्हों आप प्रेजिडेंट रूल कहते हैं जी। एक साडे कोल हुंदी है फाइनेंशियल एमरजेंसी, फाइनेंशियल एमरजेंसी। तो ये कॉन्सैप्ट है आप कित्थों लिया? 1935 के एक्ट तो। परंतु ये एक चीज याद रखनी कि दो एमरजेंसियां ने, नैशनल एमरजेंसी या स्टेट एमरजेंसी, जिन्हों आप प्रेजिडेंट रूल कहते हैं। तो ये दोनों तो लिए 1935 के एक्ट तो। परंतु जी फाइनेंशियल एमरजेंसी है, एक कॉन्सैप्ट आप लिया सीगा यूएसए के संविधान। तो ये जी चीज है याद रखना। नॉर्मल क्वेश्चन आता है एमरजेंसी प्रोविजन कित्थों लए 1935 के एक्ट तो। जेकर कोई स्पैशल पूछ लिया जाए फाइनेंशियल एमरजेंसी का कॉन्सैप्ट कित्थों लिया, तो आप लिया यूएसए के संविधान तो। एक क्वेश्चन होर बनता हो गया, तो आप पढ़ना है जर्मनी के संविधान तो आप एमरजेंसी रिलेटेड लिया जी। आप जो साडे देश के नैशनल एमरजेंसी लगी नहीं, तो उस टाइम से साडे फंडामेंटल राइट ने वो सस्पेंड किए जा सकते हैं। वो चीज़ आप कित्थों ली? 1935 के सॉरी जर्मनी के संविधान तो। तो कई बार जिहड़ा की है नॉर्मल स्टूडेंट जिहड़ा इत्थे जिहड़ा धोखा खा जाते हैं कि जिहड़ा उन्होंने की पढ़ाया जाता है कि जिहड़ा एमरजेंसी सिस्टम है वो कित्थों लिया गया? जर्मनी के संविधान तो। जबकि जर्मनी के संविधान तो आप की लिया कि जिहड़े साडे फंडामेंटल राइट ने एमरजेंसी के दौरान, नैशनल एमरजेंसी के दौरान सस्पेंड किए जा सकते हैं। परंतु एमरजेंसी लगाई जा सकती है, एमरजेंसी का कॉन्सैप्ट 3 प्रकार की एमरजेंसी है। तो यह चीज आप कित्थों लेंदे हैं जी? ये मतलब ये पावर्स राष्ट्रपति को होणगियां। तो यह चीज आती साडे कोल 1935 के एक्ट तो आई। ठीक है जी। चलो नैक्सट आप देखते हैं जी। अच्छा ये तो क्या 1935 का एक्ट। हुण नैक्सट आप देखांगे आस्ट्रेलिया के संविधान तो की कुछ ले। ऑस्ट्रेलियन कॉन्स्टिट्यूशन।
ਆਸਟ੍ਰੇਲੀਆ ਦੇ ਸੰਵਿਧਾਨ ਤੋਂ ਕੀ ਲਿਆ ਜੀ? ਤਾਂ ਫਸਟ ਆਫ ਆਲ ਆਪਾਂ ਇਹ ਨਾਮ ਲੈਂਦੇ ਆ ਜੀ, ਇੱਕ ਤਾਂ ਜੁਆਇੰਟ ਸਿਟਿੰਗ ਦਾ, ਤਾਂ ਜੁਆਇੰਟ ਸਿਟਿੰਗ ਜਿਹਨੂੰ ਆਪਾਂ ਕਹਿੰਦੇ ਆ ਜੀ ਸੰਯੁਕਤ ਬੈਠਕ। ਜਿਹੜੇ ਸੰਸਦ ਦੇ ਦੋ ਭਾਗ ਨੇ, ਦੋ ਸਦਨ ਨੇ, ਲੋਕ ਸਭਾ ਤੇ ਰਾਜ ਸਭਾ, ਤਾਂ ਉਹਨਾਂ ਦੇ ਵਿਚਕਾਰ ਜਿਹੜੀ ਸਾਂਝੀ ਬੈਠਕ ਹੁੰਦੀ ਹੈ, ਸਾਂਝੀ ਮੀਟਿੰਗ ਹੁੰਦੀ ਹੈ, ਤਾਂ ਜਿਹੜੇ ਕਿਹੜੇ ਆਰਟੀਕਲ ਦੀ ਹੁੰਦੀ ਹੈ ਜੀ? ਆਪਾਂ ਪੜਿਆ ਹੋਇਆ 108 ਆਰਟੀਕਲ ਨੇ। ਕੌਣ ਬੁਲਾਉਂਦਾ ਹੈ? ਤਾਂ ਜਿਹੜਾ ਕੀ ਹੈ ਪ੍ਰੈਜ਼ੀਡੈਂਟ ਬੁਲਾ ਸਕਦਾ ਹੈ। ਉਹਦੀ ਪ੍ਰਧਾਨਗੀ ਕੌਣ ਕਰੇਗਾ? ਫਸਟ ਨੰਬਰ ਤੇ ਸਪੀਕਰ ਕਰੇਗਾ। ਜੇਕਰ ਸਪੀਕਰ ਉਸ ਦਿਨ ਨਹੀਂ ਆਇਆ ਤਾਂ ਉਹਦੀ ਪੋਸਟ ਖਾਲੀ ਹੈ, ਫਿਰ ਕੌਣ ਕਰੇਗਾ ਜੀ? ਡਿਪਟੀ ਸਪੀਕਰ। ਜੇਕਰ ਉਹ ਨਹੀਂ ਆਇਆ ਤਾਂ ਫਿਰ ਕੌਣ ਕਰੇਗਾ ਜੀ? ਰਾਜ ਸਭਾ ਦਾ ਡਿਪਟੀ ਚੇਅਰਮੈਨ ਕਰੇਗਾ। ਤਾਂ ਇਹ ਕਨਸੈਪਟ ਜੁਆਇੰਟ ਸਿਟਿੰਗ ਦਾ ਕਿੱਥੋਂ ਲਿਆ ਆਪਾਂ? ਜਿਹੜਾ ਆਸਟ੍ਰੇਲੀਆ ਦੇ ਸੰਵਿਧਾਨ ਤੋਂ। ਅੱਜ ਤੱਕ ਕਿੰਨੀ ਵਾਰ ਜੁਆਇੰਟ ਸਿਟਿੰਗ ਹੋ ਚੁੱਕੀ ਹੈ ਜੀ? 3 ਵਾਰ ਹੋ ਚੁੱਕੀ ਹੈ। ਫਿਰ ਆਪਾਂ ਦੇਖਾਂਗੇ ਜੀ ਲੈਂਗੁਏਜ ਆਫ ਪ੍ਰੈਮਬਲ। ਜਿਹੜੀ ਸਾਡੇ ਪ੍ਰਸਤਾਵਨਾ ਦੀ ਭਾਸ਼ਾ ਹੈ, ਜਿਹੜੀ ਪ੍ਰੈਮਬਲ ਦੀ ਭਾਸ਼ਾ ਹੈ, ਤਾਂ ਉਹ ਚੀਜ਼ ਆਪਾਂ ਕਿੱਥੋਂ ਲਈ ਹੈ ਜੀ? ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਈ ਹੈ ਜੀ। ਜਿਹੜਾ ਇੱਕ ਚੀਜ਼ ਹੈ ਕਿ ਜਿਹੜਾ ਪ੍ਰੈਮਬਲ ਦਾ ਕਨਸੈਪਟ ਹੈ ਉਹ ਆਪਾਂ ਦੇਖਾਂਗੇ ਯੂਐਸਏ ਸੰਵਿਧਾਨ ਤੋਂ ਲੱਗਿਆ, ਪਰੰਤੂ ਜਿਹੜੀ ਇਹਦੀ ਭਾਸ਼ਾ ਹੈ ਉਹ ਆਪਾਂ ਕਿੱਥੋਂ ਲਈ ਹੈ ਜੀ? ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਈ ਹੈ ਜੀ। ਇਹਦੇ ਵਿੱਚ ਆਪਾਂ ਹੋਰ ਗੱਲ ਕਰ ਸਕਦੇ ਹਾਂ ਜੀ ਫ੍ਰੀडम ਆਫ ਟ੍ਰੇਡ, ਕਮਰਸ ਐਂਡ ਇੰਟਰਕੋਰਸ, ਜਿਹਦਾ ਵਰਣਨ ਸਾਨੂੰ ਕਿੱਥੇ ਮਿਲਦਾ ਹੈ? ਭਾਰਤੀ ਸੰਵਿਧਾਨ ਦੇ ਭਾਗ ਨੰਬਰ 13 ਵਿੱਚ। ਜਿਹੜਾ ਅੰਤਰਰਾਜੀ ਵਪਾਰ ਹੈ ਜਿਹੜਾ ਉਹ ਕਿੱਦਾਂ ਚੱਲੇਗਾ ਜੀ? ਟ੍ਰੇਡ ਕਿਵੇਂ ਇੱਕ ਜਿਹੜਾ ਫ੍ਰੀ ਕੀਤਾ ਜਾ ਸਕਦਾ ਹੈ, ਫ੍ਰੀडम ਆਫ ਜਿਹੜਾ ਵਪਾਰ ਦੀ ਆਜ਼ਾਦੀ ਹੈ, ਤਾਂ ਉਹ ਸਭ ਦਾ ਕਨਸੈਪਟ ਸਾਨੂੰ ਕਿੱਥੇ ਮਿਲੇਗਾ? ਭਾਰਤੀ ਸੰਵਿਧਾਨ ਦੇ ਭਾਗ ਨੰਬਰ 13 ਦੇ ਵਿੱਚ ਜਿਹੜਾ ਦੇਖਣ ਨੂੰ ਮਿਲੇਗਾ। ਇੱਕ ਚੀਜ਼ ਹੋਰ ਆਉਂਦੀ ਸਾਡੇ ਕੋਲ ਕਨਕਰੰਟ ਲਿਸਟ। ਇਹਨੂੰ ਆਪਾਂ ਕੀ ਕਹਿੰਦੇ ਆ ਜੀ? 3 ਲਿਸਟਾਂ ਹੁੰਦੀਆਂ ਨੇ। ਇੱਕ ਸਾਡੇ ਕੋਲ ਇਹਨੂੰ ਆਪਾਂ ਕਹਿੰਦੇ ਪੰਜਾਬੀ ਸਮਵਰਤੀ ਸੂਚੀ, ਸਮਵਰਤੀ ਸੂਚੀ। ਜਦੋਂ ਆਪਾਂ ਭਾਰਤੀ ਸੰਵਿਧਾਨ ਦੀ ਅਨੁਸੂਚੀ ਨੰਬਰ 7 ਦੇਖਦੇ ਹਾਂ, ਅਨੁਸੂਚੀ ਨੰਬਰ 7, ਤਾਂ ਉਹਦੇ ਚ ਕੀ ਕਨਸੈਪਟ ਹੈ ਜੀ? ਸ਼ਕਤੀਆਂ ਦੀ ਵੰਡ ਕੇਂਦਰ ਅਤੇ ਰਾਜਾਂ ਵਿਚਕਾਰ। ਜਿਹੜਾ ਆਪਾਂ ਪਿੱਛੇ ਕਨਸੈਪਟ ਪੜਿਆ 1935 ਦੇ ਐਕਟ ਦੇ ਵਿੱਚ, ਜਿਹੜਾ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ, ਉਹਦਾ ਕਨਸੈਪਟ ਸਾਨੂੰ ਕਿੱਥੇ ਦੇਖਣ ਨੂੰ ਮਿਲੀ? ਅਨੁਸੂਚੀ ਨੰਬਰ 7 ਵਿੱਚ। ਉਹਦੇ ਵਿੱਚ 3 ਸਾਨੂੰ ਸ਼ੈਡਿਊਲ ਦੇਖਣ ਨੂੰ ਮਿਲਦੇ, 3 ਲਿਸਟਾਂ ਦੇਖਣ ਨੂੰ ਮਿਲਦੀਆਂ ਨੇ। ਇੱਕ ਸਾਨੂੰ ਮਿਲਦੀ ਹੈ ਯੂਨੀਅਨ ਲਿਸਟ ਦੇਖਣ ਨੂੰ ਉੱਥੇ, ਇੱਕ ਸਾਨੂੰ ਦਿਖਦੀ ਹੈ ਸਟੇਟ ਲਿਸਟ, ਇੱਕ ਸਾਨੂੰ ਦੇਖਣ ਨੂੰ ਮਿਲਦੀ ਹੈ ਕਨਕਰੰਟ ਲਿਸਟ। ਜਿਹੜੀ ਯੂਨੀਅਨ ਲਿਸਟ ਹੈ, ਸਟੇਟ ਲਿਸਟ ਹੈ, ਇਹ ਦੋਨੋਂ ਚੀਜ਼ਾਂ ਤਾਂ ਲਈਆਂ ਗਈਆਂ ਨੇ 1935 ਦੇ ਐਕਟ ਤੋਂ, ਪਰੰਤੂ ਜਿਹੜੀ ਕਨਕਰੰਟ ਲਿਸਟ ਹੈ ਇਹ ਆਪਾਂ ਕਿੱਥੋਂ ਲਈ ਹੈ? ਆਸਟ੍ਰੇਲੀਆ ਦੇ ਸੰਵਿਧਾਨ ਤੋਂ। ਯੂਨੀਅਨ ਲਿਸਟ ਵਿੱਚ ਸਟਾਰਟਿੰਗ ਵਿੱਚ ਕਿੰਨੇ ਵਿਸ਼ੇ ਸੀਗੇ ਜੀ? 97, ਤੇ ਵਰਤਮਾਨ ਸਮੇਂ ਕਿੰਨੇ ਨੇ ਜੀ? 100। ਸਟੇਟ ਲਿਸਟ ਵਿੱਚ ਸਟਾਰਟਿੰਗ ਵਿੱਚ ਕਿੰਨੇ ਸਬਜੈਕਟ ਸੀਗੇ ਜੀ? 66। ਇੱਥੇ ਕਿੰਨੇ ਸੀਗੇ ਜੀ? 47। ਵਰਤਮਾਨ ਇੱਥੇ ਕਿੰਨੇ ਨੇ? 61। ਇੱਥੇ ਕਿੰਨੇ ਨੇ? 52। ਇਹਦੇ ਉੱਪਰ ਕਾਨੂੰਨ ਕੌਣ ਬਣਾ ਸਕਦਾ? ਸਾਡੀ ਪਾਰਲੀਮੈਂਟ ਬਣਾ ਸਕਦੀ। ਇਹਦੇ ਉੱਪਰ ਕਾਨੂੰਨ ਕੌਣ ਬਣਾ ਸਕਦਾ? ਜਿਹੜੀ ਸਟੇਟ ਗਵਰਨਮੈਂਟ ਨੇ ਉਹ ਬਣਾ ਸਕਦੀ ਨੇ। ਤਾਂ ਇਹਦੇ ਉੱਪਰ ਜਿਹੜੀਆਂ ਦੋਨੋਂ ਸਰਕਾਰਾਂ, ਕੇਂਦਰ ਤੇ ਰਾਜ, ਜਿਹੜਾ ਮਿਲ ਕੇ ਕਾਨੂੰਨ ਬਣਾ ਸਕਦੇ ਨੇ, ਪਰੰਤੂ ਜ਼ਿਆਦਾ ਜਿਹੜਾ ਕਾਨੂੰਨ ਹੈ ਕਿਹਦਾ ਮੰਨਿਆ ਜਾਏਗਾ? ਕੇਂਦਰ ਦਾ ਮੰਨਿਆ ਜਾਏਗਾ। ਤਾਂ ਜਿਹੜੀ ਇਹ ਸਮਵਰਤੀ ਸੂਚੀ ਹੈ ਇਹਦਾ ਕਨਸੈਪਟ ਆਪਾਂ ਕਿੱਥੋਂ ਲਿਆ ਜੀ? ਆਸਟ੍ਰੇਲੀਆ ਦੇ ਸੰਵਿਧਾਨ। ਤਾਂ ਇਹ ਚੀਜ਼ ਵੀ ਬੜੀ ਵਾਰ ਪੁੱਛੀ ਜਾਂਦੀ ਹੈ ਜੀ, ਆਪ ਤੁਸੀਂ ਕੁਐਸਚਨ ਦੇਖੇ ਹੋਣਗੇ। ਮੁੱਢਲੇ ਵਿਸ਼ੇ ਕਿੰਨੇ ਸੀ? 97। ਵਰਤਮਾਨ ਕਿੰਨੇ ਨੇ? 100। ਮੁੱਢਲੇ ਵਿਸ਼ੇ ਕਿੰਨੇ ਸੀ? 66। ਵਰਤਮਾਨ ਸਮੇਂ ਕਿੰਨੇ ਨੇ? 61। ਇੱਥੇ ਕਿੰਨੇ ਸੀਗੇ? 47। ਵਰਤਮਾਨ ਸਮੇਂ ਕਿੰਨੇ ਨੇ ਜੀ? 52। ਤਾਂ ਇਹ ਜਿਹੜੀਆਂ ਚਾਰੋਂ ਚੀਜ਼ਾਂ ਨੇ, ਜੁਆਇੰਟ ਸਿਟਿੰਗ, ਲੈਂਗੁਏਜ ਆਫ ਪ੍ਰੈਮਬਲ, ਫ੍ਰੀडम ਆਫ ਟ੍ਰੇਡ, ਕਮਰਸ, ਇੰਟਰਕੋਰਸ, ਜਿਹਦਾ ਵਰਣਨ ਕਿੱਥੇ ਮਿਲਦਾ? ਭਾਗ ਨੰਬਰ 13 ਵਿੱਚ। ਤੇ ਕਨਕਰੰਟ ਲਿਸਟ ਜਿਹੜਾ ਉਹਦਾ ਵਰਣਨ ਸਾਨੂੰ ਕਿੱਥੇ ਮਿਲਦਾ? ਅਨੁਸੂਚੀ ਨੰਬਰ 7 ਦੇ ਵਿੱਚ। ਤਾਂ ਇਹਦੇ ਉੱਪਰ ਕਾਨੂੰਨ ਕੌਣ ਬਣਾ ਸਕਦਾ? ਸੈਂਟਰ ਤੇ ਸਟੇਟ ਦੋਨੋਂ ਕਾਨੂੰਨ ਬਣਾ ਸਕਦੇ ਨੇ। ਤੇ ਭਾਗ ਨੰਬਰ 13 ਦਾ ਆਰਟੀਕਲ 301 ਤੋਂ ਲੈ ਕੇ 307 ਤੱਕ, ਇਹ ਵੀ ਆਪਾਂ ਯਾਦ ਰੱਖਣਾ ਜੀ। ਤਾਂ ਇਹ ਜਿਹੜੀਆਂ ਚਾਰੋਂ ਚੀਜ਼ਾਂ ਨੇ ਆਪਾਂ ਕਿੱਥੋਂ ਲਈਆਂ ਨੇ? ਆਸਟ੍ਰੇਲੀਆ ਦੇ ਸੰਵਿਧਾਨ ਤੋਂ। ਨੈਕਸਟ ਆਪਾਂ ਦੇਖਦੇ ਹਾਂ ਜੀ ਅਮਰੀਕਾ ਦੇ ਸੰਵਿਧਾਨ ਤੋਂ ਕੀ ਕੁਛ ਲਿਆ।
अमेरिकन कॉन्स्टिट्यूशन। अमेरिकन कॉन्स्टिट्यूशन तो आप लिया जी, एक तो आप लिया कॉन्सैप्ट ऑफ प्रेम्बल। हुणे आप पिछे गल की लैंग्वेज ऑफ प्रेम्बल, वो आप ली है आस्ट्रेलिया के संविधान तो, परंतु कंसैप्ट ऑफ प्रेम्बल कि एक साडे संविधान की प्रस्तावना होएगी। तो प्रस्तावना की होंदी है जी, संविधान का जिहड़ा इंट्रोडक्शन सानू किसी भी बुक, संविधान की एक बुक है, रूल ऑफ बुक है, तो कोई बुक है उसके बारे आप इंट्रोडक्शन जेकर लेना चाहते हैं कि उस बुक के विच की कोई सानू देखने को मिलेगा, तो आप फर्स्ट पेज देखते हैं, प्री पेज देखते हैं, इंट्रोडक्शन की तो सानू पता चलती है। सेम जिहड़ा साडा भारतीय संविधान है, जी एक बुक है, रूल बुक है, तो वो एक प्रैम्बल है, जो फर्स्ट पेज है, इंट्रोडक्शन ही पेज है जो, तो उन्होंने आप कहने जी प्रैम्बल। तो इदा ही एक प्रैम्बल होएगी, तो वो कंसैप्ट आप कित्थों लिया जी, यूएसए के संविधान तो। वो जी लैंग्वेज है कि वो किधर किधर लिखा जाएगा उसनों, वो चीज आप कित्थों ली है, आस्ट्रेलिया के संविधान तो। नैक्सट ये आप गल करांगे फंडामेंटल राइट की। फंडामेंटल राइट्स यानी कि मुंडले अधिकार, इन्हां दा वर्णन कित्थे है, भारतीय संविधान के भाग नंबर 3 विच आर्टिकल 12 तो 35। तो भारत के नागरिकों के सर्वपक्षी विकास जिहड़ा की है, सरकार वालों राज वालों जिहड़ा की उन्होंने कुछ मुढले अधिकार दिते गए ने, जिन्हां दा वर्णन कित्थे है, भाग नंबर 3 आर्टिकल 12 तो 35। तो यह कंसैप्ट आप कित्थों लिया, यूएसए के संविधान तो। फंडामेंटल राइट्स तो ये कितनी प्रकार के फंडामेंटल राइट देखने को मिलते हैं, तो स्टार्टिंग में 7 प्रकार के फंडामेंटल राइट सी, वर्तमान समय कितने प्रकार के फंडामेंटल राइट ने, 6। तो एक फंडामेंटल राइट जो संपत्ति अधिकार है 44 सौ 1938 ने जिहड़ा की है उसनों आप खत्म कर दिता सी, उसनों आप लीगल राइट बना दिता है। पहला की सीगा साडा फंडामेंटल राइट सीगा। फिर आप नैक्सट गल करते हैं जी इहदे विच कंसैप्ट ऑफ प्रेम्बल फंडामेंटल राइट्स। नैक्सट आप गल करांगे रिमूवल ऑफ प्रेसिडेंट, जिन्होंने आप कहते हैं जी इंपीचमेंट, रिमूवल ऑफ प्रेसिडेंट चाहे आप कहते हैं जी इंपीचमेंट प्रोसैस, ਜਾਂ राष्ट्रपति को हटाने की प्रक्रिया है जी, वो आप कित्थों ਲਈ है, यूएसए के संविधान तो या अमेरिकन संविधान तो। तो रिमूवल ऑफ प्रेसिडेंट, रिमूवल ऑफ वाइस प्रेसिडेंट, रिमूवल ऑफ जजेस ऑफ सुप्रीम एंड हाई कोर्ट, सुप्रीम कोर्ट हाई कोर्ट। तो इन्होंने सब जी हटाने की प्रक्रिया आप कित्थों ਲਈ है जी, अमेरिका के संविधान तो। तो राष्ट्रपति हटाने की प्रक्रिया आप कहने जी इंपीचमेंट कहने, महादोष कहने। तो ये जी प्रक्रिया है सानू कित्थे देखने मिलती है, आर्टिकल 61 दे विच। तो कितना राष्ट्रपति को हटाने की प्रक्रिया की है, प्रोसैस की है, वह जो कंसैप्ट आप कित्थों लिया जी, अमेरिका के संविधान तो। उप राष्ट्रपति को कितना हटाया जाएगा, रिमूवल ऑफ वाइस प्रेसिडेंट, रिमूवल ऑफ जजेस ऑफ सुप्रीम कोर्ट हाई कोर्ट, तो उन्होंने कितना हटाया जाएगा, वह भी कंसैप्ट आप कित्थों लिया जी, अमेरिका के संविधान तो। नैक्सट है जी अपने को पोस्ट ऑफ वाइस प्रेसिडेंट। तो साडे देश का एक उप राष्ट्रपति होएगा जी, जिसका वर्णन सानू कित्थे मिलता है, आर्टिकल 63 दे विच। तो यह चीज भी आप कित्थों ली है जी, अमेरिका के संविधान तो। तो जिहड़ा यही उप राष्ट्रपति राज सभा का चेयरमैन भी होएगा जी, जिन्होंने आप कहते हैं एक्स ऑफिशियो चेयरमैन ऑफ राज्य सभा, वाइस प्रेसिडेंट एज वाइस प्रेसिडेंट वर्क एज एक्स ऑफिशियो चेयरमैन ऑफ राज्य सभा। मतलब कि जिहड़ा साडा उप राष्ट्रपति है वो राज्य सभा के चेयरमैन जो ही काम करेगा। उप राष्ट्रपति को कितने काम ने, एक तो उप राष्ट्रपति का काम उसने करना है, दूसरा काम उन्हें क्या करना है जी, राज्य सभा के चेयरमैन वजों। तो वो चेयरमैन वो कहने एक्स ऑफिशियो ओहदे वजों कि साडे देश का जो भी उप राष्ट्रपति बनेगा वो ऑटोमेटिकली राज्य सभा का चेयरमैन भी होएगा। तो ये चीज भी आप कित्थों ਲਈ है जी, यूएसए के संविधान तो या अमेरिकन संविधान।
ਤੇ ਇਹਦਾ ਵਰਣਨ ਸਾਨੂੰ ਕਿੱਥੇ ਮਿਲਦਾ ਆਰਟੀਕਲ 64 ਦੇ ਵਿੱਚ। ਤਾਂ ਫਸਟ ਆਪਾਂ ਕੀ ਦੇਖਿਆ ਅਮਰੀਕਾ ਦੇ ਸੰਵਿਧਾਨ ਤੋਂ ਕਨਸੈਪਟ ਆਫ ਜਿਹੜਾ ਪ੍ਰੈਮਬਲ ਹੈ ਉਹ ਦੇਖਿਆ, ਫਿਰ ਆਪਾਂ ਕੀ ਦੇਖਿਆ ਫੰਡਾਮੈਂਟਲ ਰਾਈਟ ਦੇਖਿਆ ਜੀ, ਫਿਰ ਆਪਾਂ ਕੀ ਦੇਖਿਆ ਜੱਜ ਜਿਹੜਾ ਰਾਸ਼ਟਰਪਤੀ ਨੂੰ ਹਟਾਉਣ ਦੀ ਪ੍ਰਕਿਰਿਆ, ਉਪ ਰਾਸ਼ਟਰਪਤੀ ਨੂੰ ਹਟਾਉਣ ਦੀ ਪ੍ਰਕਿਰਿਆ, ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ, ਪੋਸਟ ਆਫ ਵਾਈਸ ਪ੍ਰੈਜ਼ੀਡੈਂਟ ਤੇ ਜਿਹੜਾ ਉਹ ਵਾਈਸ ਪ੍ਰੈਜ਼ੀਡੈਂਟ ਹੈ ਐਕਸ ਆਫੀਸੀਓ ਚੇਅਰਮੈਨ ਵਜੋਂ ਕੰਮ ਕਰੇਗਾ। ਇਹ ਚੀਜ਼ ਵੀ ਆਪਾਂ ਕਿੱਥੋਂ ਲਈ ਹੈ ਜੀ ਅਮਰੀਕਾ ਦੇ ਸੰਵਿਧਾਨ ਤੋਂ। ਇੱਕ ਹੋਰ ਕਨਸੈਪਟ ਹੈ ਜੀ, ਅੱਛਾ ਅਮਰੀਕਾ 'ਚ ਆਪਾਂ ਦੇਖਿਆ ਸੀ ਜਿਹੜਾ ਆਪਾਂ ਦੇਖਿਆ ਹੁਣੇ ਲਾਸਟ ਗੱਲ ਕੀਤੀ ਹੈ ਫੈਡਰਲ ਗਵਰਨਮੈਂਟ, ਉਹ ਦੇਖਣ ਨੂੰ ਮਿਲਦੀ ਹੈ ਜੀ। ਸੰਘਾਤਮਕ ਸ਼ਾਸਨ ਪ੍ਰਣਾਲੀਆਂ ਅਮਰੀਕਾ 'ਚ ਉਹਦੀਆਂ 50 ਸਟੇਟਾਂ ਨੇ, ਇੱਕ ਸੰਘ ਬਣਾਇਆ ਗਿਆ, ਠੀਕ ਹੈ ਜੀ, ਉਹਨਾਂ ਵਿਚਕਾਰ ਸ਼ਕਤੀਆਂ ਦੀ ਵੰਡ ਹੈ। ਤਾਂ ਆਪਾਂ ਕੀ ਦੇਖਿਆ ਜਿੱਥੇ ਸ਼ਕਤੀਆਂ ਦੀ ਵੰਡ ਹੋਏਗੀ ਉੱਥੇ ਕਿਹੜੀ ਪਾਵਰਫੁਲ ਜਿਹੜੀ ਹੈ ਕੋਰਟ ਵੀ ਹੋਏਗੀ, ਜੁਡੀਸ਼ਰੀ ਵੀ ਹੋਏਗੀ। ਜਿਹੜੀ ਉਹ ਕੋਰਟ ਕੋਲ ਮਤਲਬ ਕਿ ਇੰਡੀਪੈਂਡੈਂਟ ਹੋਏਗੀ, ਨਾ ਤਾਂ ਸੈਂਟਰ ਦਾ ਪੱਖ ਲਏਗੀ ਨਾ ਹੀ ਸਟੇਟ ਦਾ ਪੱਖ ਲਏਗੀ। ਤਾਂ ਉਹ ਚੀਜ਼ ਜਿਹੜੀ ਆਪਾਂ ਕਿੱਥੋਂ ਲਈ ਹੈ ਜੀ ਅਮਰੀਕਾ ਦੇ ਸੰਵਿਧਾਨ ਤੋਂ, ਇੰਡੀਪੈਂਡੈਂਟ ਜੁਡੀਸ਼ਰੀ ਜਾਂ ਇੰਡੀਪੈਂਡੈਂਸ ਆਫ ਜੁਡੀਸ਼ਰੀ, ਇੰਡੀਪੈਂਡੈਂਸ ਜਾਂ ਇੰਡੀਪੈਂਡੈਂਟ ਜੁਡੀਸ਼ਰੀ यानी कि आजाद न्यायपालिका। ਇਹ ਕਨਸੈਪਟ ਆਪਾਂ ਕਿੱਥੋਂ ਲਿਆ ਜੀ ਯੂਐਸਏ ਦੇ ਸੰਵਿਧਾਨ ਤੋਂ ਜਾਂ ਅਮਰੀਕਾ ਦੇ ਸੰਵਿਧਾਨ ਤੋਂ, ਜਿਹਦਾ ਵਰਣਨ ਸਾਨੂੰ ਕਿੱਥੇ ਮਿਲਦਾ ਆਰਟੀਕਲ 50 ਦੇ ਵਿੱਚ, ਜਿੱਥੇ ਕੀ ਲਿਖਿਆ ਗਿਆ ਜਿਹੜੀ ਨਿਆਂਪਾਲਿਕਾ ਹੈ ਉਸ ਨੂੰ ਕਾਰਜਪਾਲਿਕਾ ਤੋਂ ਅਲੱਗ ਰੱਖਿਆ ਜਾਏਗਾ ਜੀ। ਤਾਂ ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ ਜੀ ਅਮਰੀਕਾ ਦੇ ਸੰਵਿਧਾਨ ਤੋਂ। ਦੋ ਚੀਜ਼ਾਂ ਆਪਾਂ ਪੜ੍ਹੀਆਂ ਨੇ, 1935 ਦੇ ਐਕਟ ਵਿੱਚ ਆਪਾਂ ਕੀ ਪੜ੍ਹਿਆ ਏਕੀਕ੍ਰਿਤ ਨਿਆਂਪਾਲਿਕਾ, ਇੰਟੀਗ੍ਰੇਟਡ ਜੁਡੀਸ਼ਰੀ, ਭਾਵ ਕਿ ਟੌਪ ਤੇ ਕੌਣ ਹੋਏਗਾ ਸੁਪਰੀਮ ਕੋਰਟ ਹੋਏਗੀ, ਉਸ ਦੇ ਨੀਚੇ ਕੌਣ ਕੰਮ ਕਰਨਗੇ ਹਾਈ ਕੋਰਟਸ ਕੰਮ ਕਰਨਗੇ, ਉਸ ਦੇ ਨੀਚੇ ਕੌਣ ਕੰਮ ਕਰਨਗੀਆਂ ਡਿਸਟ੍ਰਿਕਟ ਕੋਰਟ ਜਾਂ ਸਬਆਰਡੀਨੇਟ ਕੋਰਟ ਜਿਹੜੀਆਂ ਕੰਮ ਕਰਨਗੀਆਂ। ਤਾਂ ਇੱਕ ਚੇਨ 'ਚ ਕੰਮ ਕਰਨਗੀਆਂ, ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ, ਅਲੱਗ ਨਹੀਂ ਹਨ। ਤਾਂ ਉਹ ਕਨਸੈਪਟ ਕੀ ਅਖਵਾਉਂਦਾ ਏਕੀਕ੍ਰਿਤ ਨਿਆਂਪਾਲਿਕਾ, ਇੰਟੀਗ੍ਰੇਟਡ ਜੁਡੀਸ਼ਰੀ। ਤਾਂ ਇੰਡੀਆ 'ਚ ਇਹ ਚੀਜ਼ ਦੇਖਣ ਨੂੰ ਮਿਲਦੀ ਹੈ, ਤਾਂ ਆਪਾਂ ਕਿੱਥੋਂ ਲਈ 1935 ਦੇ ਐਕਟ ਤੋਂ। परंतु वो ਜਿਹੜੀਆਂ ਨਿਆਂਪਾਲਿਕਾ ਨੇ ਅਦਾਲਤਾਂ ਨੇ ਉਹ ਆਜ਼ਾਦ ਨੇ ਆਪਣਾ ਕੰਮ ਕਰਨ ਦੇ ਵਿੱਚ, ਕਾਨੂੰਨ ਦੇ ਅਨੁਸਾਰ ਕੰਮ ਕਰਨਗੀਆਂ, ਸਰਕਾਰ ਦੇ ਪ੍ਰੈਸ਼ਰ ਅੰਡਰ ਕੰਮ ਨਹੀਂ ਕਰਨਗੀਆਂ, ਜਿਹਨੂੰ ਆਪਾਂ ਕਹਿੰਦੇ ਆ ਆਜ਼ਾਦ ਨਿਆਂਪਾਲਿਕਾ ਜਾਂ ਇੰਡੀਪੈਂਡੈਂਟ ਜੁਡੀਸ਼ਰੀ। ਤਾਂ ਇਹ ਕਨਸੈਪਟ ਆਪਾਂ ਕਿੱਥੋਂ ਲਿਆ ਜੀ ਅਮਰੀਕਾ ਦੇ ਸੰਵਿਧਾਨ ਤੋਂ। ਇੱਕ ਹੋਰ ਕਨਸੈਪਟ ਹੈ ਜੀ ਜੁਡੀਸ਼ਰੀ ਨਾਲ ਰਿਲੇਟਡ, ਜਿਹਨੂੰ ਆਪਾਂ ਕਹਿੰਦੇ ਆ ਜੁਡੀਸ਼ੀਅਲ ਰੀਵਿਊ, ਜੁਡੀਸ਼ੀਅਲ ਰੀਵਿਊ ਜਿਹਨੂੰ ਆਪਾਂ ਕੀ ਕਹਿੰਦੇ ਆ ਜੀ ਨਿਆਇਕ ਪੁਨਰ ਨਿਰੀਖਣ, ਨਿਆਇਕ ਪੁਨਰ ਨਿਰੀਖਣ। ਇਹਦਾ ਵਰਣਨ ਸਾਨੂੰ ਕਿੱਥੇ ਦੇਖਣ ਨੂੰ ਮਿਲਦਾ ਹੈ ਆਰਟੀਕਲ 137 ਤੇ 13 ਵਿੱਚ ਵੀ ਸਾਨੂੰ ਜਿਹੜੀ ਇਹ ਚੀਜ਼ ਦੇਖਣ ਨੂੰ ਮਿਲਦੀ ਹੈ। ਜਿਹੜੀ ਸਾਡੀਆਂ ਨਿਆਂਪਾਲਿਕਾ ਹੈ ਉਹ ਤਾਂ ਇੱਕ ਕਰ ਸਕਦੀਆਂ ਨੇ ਖੁਦ ਦੇ ਫੈਸਲੇ, ਜਿਹੜੀ ਸੁਪਰੀਮ ਕੋਰਟ ਹਾਈ ਕੋਰਟ ਹੈ ਖੁਦ ਦੇ ਫੈਸਲੇ ਚੇਂਜ ਕਰ ਸਕਦੇ ਨੇ, ਉਹਨਾਂ ਦਾ ਜਿਹੜਾ ਉਹਨਾਂ ਵੱਲੋਂ ਜਿਹੜਾ ਫੈਸਲਾ ਦਿੱਤਾ ਜਾਂਦਾ ਉਹਦਾ ਦੁਬਾਰਾ ਜਾਂਚ ਕਰ ਸਕਦੇ ਨੇ। ਦੂਜਾ ਕੀ ਜਿਹੜੇ ਕਾਨੂੰਨ ਬਣਾਏ ਜਾਂਦੇ ਨੇ ਸੰਸਦ ਵੱਲੋਂ ਜਾਂ ਰਾਸ਼ਟਰਪਤੀ ਦਾ ਕੋਈ ਆਦੇਸ਼ ਹੈ ਜੇਕਰ ਉਹ ਸੰਵਿਧਾਨ ਦੇ ਉਲਟ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਕਿ ਚੈਲੰਜ ਕੀਤਾ ਜਾ ਸਕਦਾ ਹੈ ਜੀ। ਇਹਨੂੰ ਆਪਾਂ ਕਹਿੰਦੇ ਆ ਜੁਡੀਸ਼ੀਅਲ ਰੀਵਿਊ, ਨਿਆਇਕ ਪੁਨਰ ਨਿਰੀਖਣ, ਭਾਵ ਜਿਹੜੇ ਉਹ ਕਾਨੂੰਨ ਨੇ ਸੰਵਿਧਾਨ ਦੇ ਅਨੁਸਾਰ ਬਣੇ ਹਨ ਜਾਂ ਨਹੀਂ ਬਣੇ, ਉਹਨਾਂ ਦੀ ਸੰਵਿਧਾਨਿਕਤਾ ਜਿਹੜੀ ਉਹਨਾਂ ਦੀ ਜਾਂਚ ਕੀਤੀ ਜਾਏਗੀ। ਤਾਂ ਇਹ ਜਿਹੜੀ ਚੀਜ਼ ਅਖਵਾਉਂਦੀ ਹੈ ਉਹਨੂੰ ਆਪਾਂ ਕਹਿੰਦੇ ਆ ਜੀ ਨਿਆਇਕ ਪੁਨਰ ਨਿਰੀਖਣ। ਆਰਟੀਕਲ 13 ਚ ਵਰਣਨ ਮਿਲਦਾ, ਆਰਟੀਕਲ 137 ਚ ਵਰਣਨ ਮਿਲਦਾ ਜੀ। ਤਾਂ ਇਹ ਚੀਜ਼ ਆਪਾਂ ਕਿੱਥੋਂ ਲਈ ਹੈ ਯੂਐਸਏ ਦੇ ਸੰਵਿਧਾਨ ਤੋਂ ਲਈ ਹੈ ਜੀ। ਨੈਕਸਟ ਆਪਾਂ ਦੇਖਦੇ ਹਾਂ ਜੀ ਹੁਣ ਬ੍ਰਿਟੇਨ ਤੋਂ ਕੀ ਲਿਆ ਆਪਾਂ, ਯੂਕੇ ਤੋਂ ਕੀ ਲਿਆ ਜਾਂ ਇੰਗਲੈਂਡ ਉਹਦੇ ਤੋਂ ਕੀ ਲਿਆ। ਬ੍ਰਿਟੇਨ ਤਾਂ ਆਪਾਂ ਜਾਣਦੇ ਹਾਂ ਜਿਹੜਾ ਭਾਰਤ ਵਿੱਚ ਜਦੋਂ ਆਜ਼ਾਦ ਹੁੰਦਾ 1947 ਈਸਵੀ ਵਿੱਚ, ਤਾਂ ਉਸ ਤੋਂ ਪਹਿਲਾਂ ਤੇ ਪਲਾਸੀ ਦੀ ਲੜਾਈ 1757 ਈਸਵੀ ਤੇ ਫਿਰ ਜਾ ਕੇ ਬਕਸਰ ਲੜਾਈ ਹੁੰਦੀ 1764 ਈਸਵੀ। ਤਾਂ ਲਗਭਗ 1764 ਈਸਵੀ ਤੋਂ ਹੀ ਜਿਹੜਾ ਕੀ ਹੈ ਭਾਰਤ ਵਿੱਚ ਜਿਹੜੀਆਂ ਵਪਾਰਿਕ ਕੰਪਨੀਆਂ ਆਈਆਂ ਸੀ, ਜਿਨ੍ਹਾਂ ਵਿੱਚ ਇੱਕ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ। 1764 ਈਸਵੀ ਵਿੱਚ ਉਸ ਕੰਪਨੀ ਨੇ ਭਾਰਤ ਦੀ ਰਾਜਨੀਤੀ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਤਾਂ ਪਹਿਲਾਂ ਉਹ ਇੱਕ ਵਪਾਰਿਕ ਕੰਪਨੀ ਸੀ, ਪਰੰਤੂ 64 ਤੋਂ ਬਾਅਦ ਉਹ ਰਾਜਨੀਤਿਕ ਜਿਹੜਾ ਦਖਲਅੰਦਾਜ਼ੀ ਕਰਨਾ ਸ਼ੁਰੂ ਕਰ ਦਿੰਦੀ ਹੈ। ਤਾਂ ਫਿਰ ਹੌਲੀ ਹੌਲੀ ਜਿਹੜਾ ਭਾਰਤ ਉੱਪਰ ਕਬਜ਼ਾ ਕਰਨਾ ਸ਼ੁਰੂ ਕਰੇਗੀ ਤੇ ਉਹ ਕਬਜ਼ਾ ਉਹਦਾ ਕਦੋਂ ਤੱਕ ਬਣਿਆ ਰਹੇਗਾ 1947 ਤੱਕ। ਤਾਂ ਇਸ ਦੇ ਰਾਹੀਂ ਜਿਹੜਾ ਉਹਦੇ ਵੱਲੋਂ ਅਲੱਗ-ਅਲੱਗ ਜਿਹੜੇ ਐਕਟ ਲਿਆਂਦੇ ਗਏ ਸੀ, ਜਿਹਦੇ ਚ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ 1773 ਦਾ ਰੈਗੂਲੇਟਿੰਗ ਐਕਟ, ਫਿਰ ਆਪਾਂ ਅਲੱਗ-ਅਲੱਗ ਐਕਟ 1781 ਦਾ ਐਕਟ ਆਉਂਦਾ, 1784 ਦਾ, 1813,
फिर 33 53 61 इदा एक्ट आप पढ़े सीगे। फिर एक 1919 का एक्ट आप देखते हैं, 1935 का एक्ट देखते हैं जिहदी आप गल कर चुके हैं। फिर 1947 के एक्ट ने जिहड़ा भारत नूं आजाद कर दिता जाता है। तो ये जिहड़ा टाइम है 1764 तो लैके ते 1947 तक जिहड़ा भारत का शासन है किहदे वल्लों चलाया जाता है, ब्रिटिश पार्लीमेंट वालों। ये चीज सब ने पढ़ी कि भारत का जिहड़ा सिस्टम है किसने किहदे वल्लों चलाया जाता है, ब्रिटिश पार्लीमेंट वालों। कदों ब्रिटिश पार्लीमेंट वाले पावर आती है, डायरैक्ट पावर चली जाती 1858 तो 1857 की क्रांति तो बाद जिहड़ा डायरैक्ट रूल किहदा चला जाता जी, क्राउन का। ते क्राउन किहदे अनुसार काम करता जी, उत्थों दी पार्लीमेंट के अनुसार ही काम करता। तो जिहड़ा एक जिहड़ा रूल शुरू होंदा है ब्रिटिश पार्लीमेंट का, तो आप शुरू च मैं की गल की सी कि आप रट्टे नहीं लाने, इस चीज को समझना है कि आप किहड़े देश तो किहड़ी चीज क्यों लै रहे। तो हुण आप देखते हैं कि आप पढ़िया कि ब्रिटिश जी पार्लीमेंट है, भारत में किहड़ा सिस्टम है, पार्लीमेंट्री सिस्टम, पार्लीमेंट्री फॉर्म ऑफ गवर्नमेंट। तो वो चीज आप क्यों लै रहे, क्यों लै रहे, क्योंकि लगभग 200 साल तक भारत में जिहड़ा शासन चलाया जाता किहदे वल्लों चलाया जाता, ब्रिटिश पार्लीमेंट वल्लों चलाया जाता। तो ब्रिटिश पार्लीमेंट के वल्लों जिहड़ा कानून बनाए जाते सी जां उन्हां लागू किया जाता सी, तो वो चीज जिहड़ा भारतीय लोग ने बड़ी चंगी तरह जाणू सीगे। इस करके जिहड़ा की है ते इस करके जिहड़ा आपां भी भारत में जिहड़ा फिर किहड़ा सिस्टम लैके आंदे जी, पार्लीमेंट्री फॉर्म ऑफ गवर्नमेंट। पार्लीमेंट्री फॉर्म ऑफ गवर्नमेंट। तो भारत विच संसदी शासन प्रणाली की सरकार होएगी। ये चीज आप कित्थों लई है जी, जिहड़ा ब्रिटेन के संविधान। आम तौर पर दो प्रकार की जिहड़ी शासन प्रणाली देखने मिलती है, एक पार्लीमेंट्री, एक जिहड़ी होंदी है प्रेजिडेंशियल। तो पार्लीमेंट्री फॉर्म ऑफ गवर्नमेंट आप कित्थों लै रहे हैं जी, ब्रिटेन तो। प्रेजिडेंशियल फॉर्म ऑफ गवर्नमेंट सानू कित्थे देखने को मिलती है जी, अमेरिका देश में देखने को मिलती है। तो पार्लीमेंट्री फॉर्म ऑफ गवर्नमेंट ये आप कित्थों लै रहे हैं, ब्रिटेन के संविधान तो। फिर हम देखो पार्लीमेंट्री संसदीय शासन प्रणाली। तो पार्लीमेंट के अंग किन्ने होंदे ने, भाग किन्ने ने, आप लास्ट क्लासां च देख चुके हैं। तो भाग किन्ने ने पार्लीमेंट के, दो होंदे ने जी, जां दो हाउस होंदे ने, एक होंदा जी लोक सभा, एक होंदा जी राज सभा। जां आपां कहने अपर हाउस ते लोअर हाउस। इंडिया च आपां कहने हाउस ऑफ कॉमन, सॉरी हाउस ऑफ पीपल ते जिहड़ा स्टेट जिहड़ा आपां राज्यां दी परिषद कहने, ठीक है। इंग्लैंड में आप कहने जी हाउस ऑफ कॉमन ते हाउस ऑफ लॉर्ड, मतलब दो ही हाउस होंगे, एक अपर हाउस एक लोअर हाउस। तो ये जिहड़ा सिस्टम है बाई कैमरलिज्म, दो सदनी विधान पालिका, का वो भी कंसैप्ट आप कित्थों लिया, अमेरिका के संविधान तो। बाई कैमरलिज्म, दो सदनी विधान पालिका। ये चीज आप कित्थों लै रहे हैं जी, ब्रिटेन के संविधान। दो सदनी विधान पालिका भाव इसके दो सदन होंगे, एक राज सभा होएगा, एक लोक सभा होएगा। जब आप कहने एक उपरला सदन होएगा, एक हेठला सदन होएगा। आप चीज कित्थों लै रहे हैं जी, ब्रिटेन के संविधान तो। हुण पार्लीमेंट का काम की हुंदा है, पार्लीमेंट आप बना ली, उहदे दो हाउस होंगे जी, आपको पता लग गया। पार्लीमेंट का काम की हुंदा है जी, कानून निर्माण करना, ठीक है। तो इस करके कानून निर्माण की प्रक्रिया जिहड़ी लॉ मेकिंग प्रोसैस, वो भी आप कित्थों लै रहे हैं जी, ब्रिटेन के संविधान। लॉ मेकिंग प्रोसैस जां कानून निर्माण प्रक्रिया। तो भारत में कानून किस तरीके बनाया जाएगा, वो प्रोसैस आप कित्थों लै रहे हैं, ब्रिटेन के संविधान का। हुण कानून बन गए तो फिर इंडिया में शासन किहदा चलेगा, कानून का। तो रूल ऑफ लॉ, रूल ऑफ लॉ जां कानून का शासन, ये कंसैप्ट आप कित्थों लै रहे हैं जी, ब्रिटेन के संविधान। भाव की है कानून का शासन, रूल ऑफ लॉ। इंडिया के किहदे अनुसार सिस्टम चलाया जाता है जी, कानून के अनुसार सिस्टम चलाया जाता है। तो यह सिस्टम आप कित्थों लै रहे हैं जी, ब्रिटेन के संविधान तो। फिर आप की देखते हैं जी, जी पार्लीमेंटरी सरकार होंगी है कौन काम करते हैं, मंत्री काम करते हैं, जिन्होंने आप कहते हैं जी कैब मिनिस्टर कहने। तो मिनिस्टर अलग अलग प्रकार के होंगे, कैबिनेट मिनिस्टर होंगे, स्टेट मिनिस्टर होंगे ने, ठीक है जी। तो ये कैबिनेट सिस्टम है, कैबिनेट सिस्टम वो आप कित्थों लै रहे हैं जी,
ਬ੍ਰਿਟੇਨ ਦੇ ਸੰਵਿਧਾਨ ਤੋਂ। ਤਾਂ ਪਹਿਲੀ ਵਾਰ ਜਿਹੜਾ ਕੈਬਨਿਟ ਸਿਸਟਮ ਇੰਡੀਆ ਦੇ ਵਿੱਚ ਕਦੋਂ ਆਉਂਦਾ ਜੀ 1861 ਦੇ ਐਕਟ ਰਾਹੀਂ ਪਹਿਲੀ ਵਾਰ ਜਿਹੜਾ ਕੀ ਹੈ ਵਿਭਾਗੀ ਪ੍ਰਣਾਲੀ ਜਾਂ ਕੈਬਨਿਟ ਸਿਸਟਮ ਦੀ ਸ਼ੁਰੂਆਤ ਕੀਤੀ ਜਾਂਦੀ। ਪਰੰਤੂ ਆਪਾਂ ਕਿਹਦੀ ਗੱਲ ਕਰ ਰਹੇ ਹਾਂ ਜਿਹੜਾ ਸਰੋਤਾਂ ਦੀ, ਤਾਂ ਇਹ ਚੀਜ਼ ਆਪਾਂ ਕਿੱਥੋਂ ਲਈ ਹੈ ਬ੍ਰਿਟੇਨ ਦੇ ਸੰਵਿਧਾਨ ਤੋਂ। ਨੈਕਸਟ ਆਪਾਂ ਦੇਖਦੇ ਹਾਂ ਜੀ ਹੋਰ ਕੀ ਲਿਆ ਬ੍ਰਿਟੇਨ ਦੇ ਸੰਵਿਧਾਨ ਤੋਂ, ਰੂਲ ਆਫ ਲਾ ਕੈਬਨਿਟ ਸਿਸਟਮ। ਇੱਕ ਆਪਾਂ ਦੇਖਦੇ ਹਾਂ ਜੀ ਆਰਟੀਕਲ 14 ਫੰਡਾਮੈਂਟਲ ਰਾਈਟ ਦੇ ਵਿੱਚ ਜਿਹੜਾ ਫਸਟ ਟਾਈਪ ਆਉਂਦੀ ਹੈ ਸਮਾਨਤਾ ਦਾ ਅਧਿਕਾਰ 14 ਤੋਂ 18 ਤੱਕ ਜ਼ਿਕਰ ਹੈ ਜਿਨ੍ਹਾਂ ਦਾ 14 ਤੋਂ 18। ਉਹਦੇ ਵਿੱਚ ਆਰਟੀਕਲ 14 ਆਪਾਂ ਕੀ ਦੇਖਦੇ ਹਾਂ ਕਾਨੂੰਨ ਸਾਹਮਣੇ ਸਮਾਨਤਾ, ਕਾਨੂੰਨ ਸਾਹਮਣੇ ਸਮਾਨਤਾ, ਇਕੁਐਲਿਟੀ ਬਿਫੋਰ ਲਾ। ਉਹਦੇ ਵਿੱਚ ਦੋ ਕਨਸੈਪਟ ਆਉਂਦੇ ਨੇ, ਇੱਕ ਆਂਦਾ ਇਕੁਐਲਿਟੀ ਬਿਫੋਰ ਲਾ, ਇੱਕ ਆਂਦਾ ਇਕੁਅਲ ਪ੍ਰੋਟੈਕਸ਼ਨ ਆਫ ਲਾ। ਇੱਕ ਕਨਸੈਪਟ ਆਂਦਾ ਇਕੁਐਲਿਟੀ ਬਿਫੋਰ ਲਾ, ਇੱਕ ਕਨਸੈਪਟ ਆਂਦਾ ਇਕੁਅਲ ਪ੍ਰੋਟੈਕਸ਼ਨ ਆਫ ਲਾ। ਦੋ ਅਲੱਗ-ਅਲੱਗ ਕਨਸੈਪਟ ਨੇ, ਇੱਕ ਪੋਜ਼ਿਟਿਵ ਕਨਸੈਪਟ ਹੈ, ਇੱਕ ਨੈਗੇਟਿਵ ਕਨਸੈਪਟ ਹੈ। ਜਿਹੜਾ ਇਕੁਅਲਿਟੀ ਬਿਫੋਰ ਲਾ ਹੈ ਜੀ ਆਰਟੀਕਲ 14 ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਹਰੇਕ ਵਿਅਕਤੀ ਕਾਨੂੰਨ ਦੇ ਸਾਹਮਣੇ ਬਰਾਬਰ ਹੋਏਗਾ। ਤੇ ਇਕੁਅਲ ਪ੍ਰੋਟੈਕਸ਼ਨ ਆਫ ਲਾ ਇਹਦਾ ਵਰਣਨ ਇਹ ਕਨਸੈਪਟ ਆਪਾਂ ਕਿੱਥੋਂ ਲਿਆ ਜੀ ਯੂਐਸਏ ਦੇ ਸੰਵਿਧਾਨ ਤੋਂ। ਇਹ ਆਪਾਂ ਪਿੱਛੇ ਮਿਸ ਕਰ ਚੁੱਕੇ ਤੇ ਇਹਨੂੰ ਵੀ ਉੱਥੇ ਤੁਸੀਂ ਨੋਟ ਕਰ ਸਕਦੇ ਕਿ ਯੂਐਸ ਸੰਵਿਧਾਨ ਤੇ ਇੱਕ ਕਨਸੈਪਟ ਆਪਾਂ ਇਹ ਵੀ ਲਿਆ ਇਕੁਅਲ ਪ੍ਰੋਟੈਕਸ਼ਨ ਆਫ ਲਾ, ਜਿਹਦਾ ਵਰਣਨ ਸਾਨੂੰ ਕਿੱਥੇ ਮਿਲਦਾ ਜੀ ਆਰਟੀਕਲ 14 ਦੇ ਵਿੱਚ ਮਿਲਦਾ। ਤਾਂ ਦੋ ਕਨਸੈਪਟ ਨੇ ਇਕੁਐਲਿਟੀ ਬਿਫੋਰ ਲਾ ਤੇ ਇਕੁਅਲ ਪ੍ਰੋਟੈਕਸ਼ਨ ਆਫ ਲਾ। ਜਿਹੜਾ ਉੱਪਰਲਾ ਕਨਸੈਪਟ ਹੈ ਜਿਹੜਾ ਨੈਗੇਟਿਵ ਕਨਸੈਪਟ ਹੈ, ਨੈਗੇਟਿਵ ਕਨਸੈਪਟ ਹੈ ਇਹ ਕਿਹੜਾ ਕਨਸੈਪਟ ਹੈ ਜੀ ਪੋਜ਼ਿਟਿਵ। ਜਿਹੜਾ ਨੈਗੇਟਿਵ ਕਨਸੈਪਟ ਹੈ ਇਕੁਐਲਿਟੀ ਬਿਫੋਰ ਲਾ ਉਹ ਜਿਹੜਾ ਆਰਟੀਕਲ 14 ਦੇ ਵਿੱਚ ਮੈਂਸ਼ਨ ਹੈ ਉਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ ਜੀ ਬ੍ਰਿਟੇਨ ਦੇ ਸੰਵਿਧਾਨ ਤੋਂ। ਇਕੁਐਲਿਟੀ ਬਿਫੋਰ ਲਾ, ਇਕੁਐਲਿਟੀ ਬਿਫੋਰ ਲਾ। ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ ਜੀ ਬ੍ਰਿਟੇਨ ਦੇ ਸੰਵਿਧਾਨ ਤੋਂ। ਆਰਟੀਕਲ ਕਿਹੜੇ ਚ ਮੈਂਸ਼ਨ ਹੈ ਜੀ ਆਰਟੀਕਲ 14 ਚ ਮੈਂਸ਼ਨ। ਇਸ ਤੋਂ ਇਲਾਵਾ ਆਪਾਂ ਕੀ ਲਿਆ ਜੀ ਹੋਰ ਪ੍ਰੈਰੋਗੇਟਿਵ ਰੀਟਸ, ਪ੍ਰੈਰੋਗੇਟਿਵ ਰੀਟਸ ਜਿਨ੍ਹਾਂ ਦਾ ਵਰਣਨ ਕਿੱਥੇ ਹੈ ਜੀ ਆਰਟੀਕਲ 32 ਵਿੱਚ, ਜਿਹਨੂੰ ਆਪਾਂ ਕੀ ਕਹਿੰਦੇ ਸ਼ਾਰਟ ਚ ਰੀਟਸ। ਤਾਂ ਉੱਥੇ ਜਿਹੜਾ ਇਹਨਾਂ ਨੂੰ ਕੀ ਨਾਮ ਦਿੱਤਾ ਜਾਂਦਾ ਪ੍ਰੈਰੋਗੇਟਿਵ ਰੀਟਸ। ਹੋਰ ਇਹਨਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਨਿਆਂ ਦਾ ਝਰਨਾ, ਨਿਆਂ ਦਾ ਝਰਨਾ। ਕਿੰਨੇ ਪ੍ਰਕਾਰ ਦੀਆਂ ਰਿਟਸ ਨੇ 5। ਕਿਹਦੇ ਵੱਲੋਂ ਜਾਰੀ ਕੀਤੀਆਂ ਜਾ ਸਕਦੀਆਂ ਨੇ ਸੁਪਰੀਮ ਕੋਰਟ ਵੱਲੋਂ ਵੀ ਜਾਰੀ ਕੀਤੀਆਂ ਜਾ ਸਕਦੀਆਂ ਨੇ, ਹਾਈ ਕੋਰਟ ਵੱਲੋਂ ਵੀ ਜਾਰੀ ਕੀਤੀਆਂ ਜਾ ਸਕਦੀਆਂ ਨੇ। ਕਦੋਂ ਜਾਰੀ ਕੀਤੀਆਂ ਜਾਂਦੀਆਂ ਨੇ ਜਦੋਂ ਜਿਹੜੇ ਸਾਡੇ ਫੰਡਾਮੈਂਟਲ ਰਾਈਟ ਨੂੰ ਜਿਹੜਾ ਕੀ ਹੈ ਵਾਇਲੇਟ ਕੀਤਾ ਜਾਂਦਾ, ਉਹਨਾਂ ਦਾ ਵਾਇਲੇਸ਼ਨ ਹੁੰਦਾ ਹੈ। ਤੇ ਜਿਹੜਾ ਇੱਕ ਭਾਰਤੀ ਨਾਗਰਿਕ ਹੈ ਸੁਪਰੀਮ ਕੋਰਟ ਵੀ ਜਾ ਸਕਦਾ ਹੈ, ਹਾਈ ਕੋਰਟ ਵੀ ਜਾ ਸਕਦਾ ਹੈ। ਤਾਂ ਸੁਪਰੀਮ ਕੋਰਟ ਜਾਏਗਾ ਤਾਂ ਆਰਟੀਕਲ 32, ਹਾਈ ਕੋਰਟ ਜਾਏਗਾ ਤਾਂ ਆਰਟੀਕਲ 226 ਜਿਹੜਾ ਉਹਦੇ ਲਈ ਜਾਇਆ ਜਾ ਸਕਦਾ ਹੈ। ਤਾਂ ਇਹ ਕਨਸੈਪਟ ਹੈ ਜਿਹੜਾ ਕਿੱਥੋਂ ਲਿਆ ਗਿਆ ਬ੍ਰਿਟੇਨ ਦੇ ਸੰਵਿਧਾਨ ਤੋਂ, ਪ੍ਰੈਰੋਗੇਟਿਵ ਰੀਟਸ ਜਿਹਨੂੰ ਆਪਾਂ ਕਹਿੰਦੇ ਨਿਆਂ ਦਾ ਝਰਨਾ। ਨੈਕਸਟ ਆਪਾਂ ਦੇਖਦੇ ਅੱਛਾ ਬੀ ਆਰ ਅੰਬੇਡਕਰ ਨੇ ਇਸ ਨੂੰ ਕੀ ਕਿਹਾ ਸੀ ਆਰਟੀਕਲ 32 ਨੂੰ ਹਾਰਟ ਐਂਡ ਸੋਲ ਆਫ ਇੰਡੀਅਨ ਕਨਸਟੀਟਿਊਸ਼ਨ, ਹਾਰਟ ਐਂਡ ਸੋਲ ਆਫ ਇੰਡੀਅਨ ਕਨਸਟੀਟਿਊਸ਼ਨ। ਭਾਰਤੀ ਸੰਵਿਧਾਨ ਦਾ ਦਿਲ ਅਤੇ ਆਤਮਾ ਬੀ ਆਰ ਅੰਬੇਡਕਰ ਨੇ ਕਿਸ ਨੂੰ ਕਿਹਾ ਜੀ ਆਰਟੀਕਲ 32। ਹੋਰ ਆਪਾਂ ਦੇਖਦੇ ਹਾਂ ਜੀ ਇਸ ਤੋਂ ਆਪਾਂ ਕੀ ਲਿਆ ਜੀ ਆਪਾਂ ਦੇਖ ਲਿਆ ਜੀ ਪਾਰਲੀਮੈਂਟਰੀ ਪ੍ਰੋਸੈਸ। ਪਾਰਲੀਮੈਂਟ ਹੋਏਗੀ ਤਾਂ ਉਹਦੇ ਦੋ ਸਦਨ ਹੋਣਗੇ, ਇੱਕ ਅਪਰ ਹਾਊਸ ਇੱਕ ਲੋਅਰ ਹਾਊਸ, ਰਾਜ ਸਭਾ ਤੇ ਲੋਕ ਸਭਾ। ਉਹ ਆਪਾਂ ਕਿੱਥੋਂ ਲੈ ਰਹੇ ਹਾਂ ਜੀ ਬ੍ਰਿਟੇਨ ਦੇ ਸੰਵਿਧਾਨ ਤੋਂ। ਇਹਦਾ ਕੰਮ ਕੀ ਹੈ ਜੀ ਕਾਨੂੰਨ ਨਿਰਮਾਣ ਕਰਨਾ। ਤਾਂ ਉਹ ਆਪਾਂ ਕਿੱਥੋਂ ਲੈ ਰਹੇ ਹਾਂ ਬ੍ਰਿਟੇਨ ਦੇ ਸੰਵਿਧਾਨ ਤੋਂ। ਰੂਲ ਆਫ ਲਾ ਹੈ, ਕਾਨੂੰਨ ਬਣਨਗੇ ਤਾਂ ਉਹਨਾਂ ਦੇ ਨਾਲ ਹੀ ਸ਼ਾਸਨ ਵੀ ਚਲਾਇਆ ਜਾਏਗਾ। ਆਪਾਂ ਕਿੱਥੋਂ ਲਿਆ ਬ੍ਰਿਟੇਨ ਦੇ ਸੰਵਿਧਾਨ ਤੋਂ। ਫਿਰ ਆਪਾਂ ਦੇਖਿਆ ਕੈਬਨਿਟ ਸਿਸਟਮ, ਮੰਤਰੀ ਹੁੰਦੇ ਨੇ ਸੰਸਦ ਦੇ ਵਿੱਚ, ਤਾਂ ਮੰਤਰੀ ਜਿਹੜਾ ਸਿਸਟਮ ਹੈ ਕੈਬਨਿਟ ਸਿਸਟਮ ਆਪਾਂ ਕਿੱਥੋਂ ਲੈ ਰਹੇ ਹਾਂ ਬ੍ਰਿਟੇਨ ਦੇ ਸੰਵਿਧਾਨ ਤੋਂ। ਫਿਰ ਆਪਾਂ ਦੇਖਿਆ ਇਕੁਐਲਿਟੀ ਬਿਫੋਰ ਲਾ, ਫਿਰ ਪ੍ਰੈਰੋਗੇਟਿਵ ਰੀਟਸ। ਇੱਕ ਆਪਾਂ ਦੇਖਣਾ ਹੁਣ ਸਿੰਗਲ ਸਿਟੀਜ਼ਨਸ਼ਿਪ, ਸਿੰਗਲ ਸਿਟੀਜ਼ਨਸ਼ਿਪ। ਦੋ ਪ੍ਰਕਾਰ ਦੀ ਸਿਟੀਜ਼ਨਸ਼ਿਪ ਹੁੰਦੀ ਹੈ, ਇੱਕ ਹੁੰਦੀ ਹੈ ਸਿੰਗਲ, ਇੱਕ ਹੁੰਦੀ ਹੈ ਡਬਲ। ਇੰਡੀਆ 'ਚ ਕਿਹੜਾ ਸਿਸਟਮ ਹੈ ਜੀ ਸਿੰਗਲ ਸਿਟੀਜ਼ਨਸ਼ਿਪ ਦਾ। ਡਬਲ ਸਿਸਟਮ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲਦਾ ਹੈ ਯੂਐਸਏ 'ਚ ਦੇਖਣ ਨੂੰ ਮਿਲਦਾ ਹੈ। ਉੱਥੇ ਸਟੇਟ ਦੀ ਸਿਟੀਜ਼ਨਸ਼ਿਪ ਅਲੱਗ ਹੁੰਦੀ ਹੈ,
ਤੇ ਜਿਹੜਾ ਉੱਥੋਂ ਦਾ ਸੰਘ ਹੈ USA ਉਹਦੀ ਸਿਟੀਜ਼ਨਸ਼ਿਪ ਅਲੱਗ ਹੁੰਦੀ, ਪਰੰਤੂ ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ। ਅਸੀਂ ਕੀ ਕਹਿੰਦੇ ਆ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ, ਪਰੰਤੂ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਪੰਜਾਬ ਦੇ ਨਾਗਰਿਕ ਹਾਂ ਜਾਂ ਅਸੀਂ ਹਰਿਆਣਾ ਦੇ ਨਾਗਰਿਕ ਹਾਂ। ਅਸੀਂ ਕਹਿੰਦੇ ਹਾਂ ਕਿ ਅਸੀਂ ਪੰਜਾਬ ਦੇ ਵਾਸੀ ਹਾਂ ਜਾਂ ਹਰਿਆਣਾ ਦੇ ਵਾਸੀ ਹਾਂ, ਪਰੰਤੂ ਨਾਗਰਿਕ ਕਿੱਥੋਂ ਦੇ ਖਵਾਵਾਂਗੇ, ਭਾਰਤ ਦੇ। ਤਾਂ ਇਹ ਚੀਜ਼ ਜਿਹੜਾ ਸਿੰਗਲ ਸਿਟੀਜ਼ਨਸ਼ਿਪ ਹੈ, ਅਕੈਰੀ ਨਾਗਰਿਕਤਾ, ਇਹ ਕਨਸੈਪਟ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਯੂਕੇ ਦੇ ਸੰਵਿਧਾਨ ਤੋਂ, ਬ੍ਰਿਟੇਨ ਦੇ ਸੰਵਿਧਾਨ ਤੋਂ। ਤੇ ਸਿੰਗਲ ਸਿਟੀਜ਼ਨਸ਼ਿਪ ਉੱਥੇ ਵੀ ਸਾਨੂੰ ਦੇਖਣ ਨੂੰ ਮਿਲਦੀ ਹੈ। ਇਹਨੂੰ ਆਪਾਂ ਕਿੱਦਾਂ ਯਾਦ ਰੱਖਾਂਗੇ, ਆਪਾਂ ਇਹਨੂੰ ਕੀ ਕਹਿੰਦੇ ਆ ਪੰਜਾਬੀ ਚ, ਅਕੈਰੀ ਨਾਗਰਿਕਤਾ। ਤਾਂ ਈਡੀ ਤੋਂ ਅਕੈਰੀ ਤੇ ਈਡੀ ਤੋਂ ਆਪਾਂ ਕੀ ਯਾਦ ਰੱਖਾਂਗੇ, ਇੰਗਲੈਂਡ। ਤਾਂ ਇਸ ਤਰੀਕੇ ਨਾਲ ਇਹਨੂੰ ਆਪਾਂ ਯਾਦ ਰੱਖ ਸਕਦੇ ਹਾਂ ਜੀ। ਹੋਰ ਆਪਾਂ ਦੇਖਦੇ ਹਾਂ ਹੁਣ ਪਾਰਲੀਮੈਂਟ ਦੇ ਵਿੱਚ ਜਿਹੜੇ ਕੌਣ ਹੁੰਦੇ ਨੇ, MP ਹੁੰਦੇ ਨੇ, ਚਾਹੇ ਲੋਕ ਸਭਾ ਦੇ ਮੈਂਬਰ ਨੇ ਚਾਹੇ ਰਾਜ ਸਭਾ ਦੇ ਮੈਂਬਰ ਨੇ। ਤਾਂ ਆਪਾਂ ਕਹਿੰਦੇ ਹਾਂ ਜੀ MP, ਮੈਂਬਰ ਆਫ ਪਾਰਲੀਮੈਂਟ। ਤਾਂ ਇਹਨਾਂ ਦੇ ਕੁਝ ਅਧਿਕਾਰ ਹੁੰਦੇ ਨੇ, ਜਿਹੜਾ ਸੰਸਦ ਦੇ ਵਿੱਚ ਜਿਹੜਾ ਕੁਝ ਬੋਲ ਸਕਦੇ ਨੇ, ਜਾਂ ਇਹਨਾਂ ਦੇ ਉੱਪਰ ਕੋਈ ਵੀ ਜਿਹੜੀ ਕਾਨੂੰਨੀ ਕਾਰਵਾਈ ਨਾਰਮਲ ਤਰੀਕੇ ਨਾਲ ਨਹੀਂ ਕੀਤੀ ਜਾ ਸਕਦੀ, ਉਹਦੇ ਲਈ ਕੋਈ ਕਾਨੂੰਨੀ ਕਾਰਵਾਈ ਕਰਨੀ ਹੈ ਤਾਂ ਉਹਦੇ ਲਈ ਜਿਹੜਾ ਕੀ ਹੈ, ਉਹ ਜਿਹੜੇ ਹਾਊਸ ਦੇ ਮੈਂਬਰ ਹੋਣਗੇ ਉੱਥੋਂ ਦੇ ਸਪੀਕਰ ਦੀ ਜਿਹੜੀ ਪਰਮਿਸ਼ਨ ਲੈਣੀ ਪੈਂਦੀ ਹੈ, ਜਾਂ ਉਹਨਾਂ ਨੂੰ ਪਹਿਲਾਂ ਨੋਟਿਸ ਦੇਣਾ ਪਏਗਾ, ਠੀਕ ਹੈ ਜੀ। ਉਸ ਦੀ ਪਰਮਿਸ਼ਨ ਤੋਂ ਬਾਅਦ ਜਿਹੜਾ ਕੀ ਇਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਹੈ। ਤਾਂ ਇਹਨਾਂ ਦੇ ਕੁਝ ਵਿਸ਼ੇਸ਼ ਅਧਿਕਾਰ ਹੁੰਦੇ ਨੇ, ਉਹਨੂੰ ਆਪਾਂ ਕਹਿੰਦੇ ਆ ਪਾਰਲੀਮੈਂਟਰੀ ਪ੍ਰਿਵਿਲੇਜਸ। ਕੀ ਕਹਿੰਦੇ ਆ ਜੀ, ਪਾਰਲੀਮੈਂਟਰੀ ਪ੍ਰਿਵਿਲੇਜਸ। ਪਾਰਲੀਮੈਂਟਰੀ ਪ੍ਰਿਵਿਲੇਜਸ। ਜਾਂ ਸੰਸਦ ਦੇ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰ, ਜਿਨ੍ਹਾਂ ਦਾ ਵਰਣਨ ਸਾਨੂੰ ਕਿੱਥੇ ਮਿਲਦਾ, ਆਰਟੀਕਲ 105 ਵਿੱਚ। ਤਾਂ ਸੰਸਦ ਦਾ ਮੈਂਬਰ ਹੋਣ ਦੇ ਨਾਤੇ ਜਿਹੜਾ ਇਹਨਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਮਿਲਦੇ ਨੇ, ਤਾਂ ਉਹਨਾਂ ਦਾ ਵਰਣਨ ਭਾਰਤੀ ਸੰਵਿਧਾਨ ਦੇ ਆਰਟੀਕਲ 105 ਤੇ ਵਿਸ਼ੇਸ਼ ਅਧਿਕਾਰ ਦਾ ਜਿਹੜਾ ਕਨਸੈਪਟ ਆਪਾਂ ਲੈ ਕੇ ਆ ਰਹੇ ਹਾਂ ਉਹਨਾਂ ਮੈਂਬਰਾਂ ਲਈ, ਇਹ ਚੀਜ਼ ਸਾਨੂੰ ਕਿੱਥੋਂ ਦੇਖਣ ਨੂੰ ਮਿਲਦੀ ਹੈ ਜੀ, ਇਹ ਆਪਾਂ ਕਿੱਥੋਂ ਕਾਪੀ ਕੀਤੀ, ਬ੍ਰਿਟੇਨ ਦੇ ਸੰਵਿਧਾਨ ਤੋਂ। ਨੈਕਸਟ ਆਪਾਂ ਤੇ ਗੱਲ ਕਰਾਂਗੇ ਇਲੈਕਸ਼ਨ, ਇਲੈਕਸ਼ਨ ਪ੍ਰੋਸੈਸ, ਜਿਹੜੀਆਂ ਚੋਣਾਂ, ਨਾਰਮਲ ਜਿਹੜੀਆਂ ਚੋਣਾਂ ਹੁੰਦੀਆਂ ਨੇ, ਉਹ ਕਨਸੈਪਟ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਬ੍ਰਿਟੇਨ ਦੇ ਸੰਵਿਧਾਨ ਤੋਂ। ਤੇ ਚੋਣਾਂ ਦਾ ਵਰਣਨ ਕਿਹੜੇ ਭਾਗ 'ਚ ਹੈ, ਭਾਗ ਨੰਬਰ 15 'ਚ, ਆਰਟੀਕਲ 324 ਤੋਂ 329। ਭਾਰਤੀ ਸੰਵਿਧਾਨ ਦਾ ਭਾਗ ਨੰਬਰ 15 ਕਿਹਦੇ ਨਾਲ ਡੀਲ ਕਰਦਾ ਹੈ ਜੀ, ਚੋਣਾਂ ਨਾਲ, ਇਲੈਕਸ਼ਨ ਨਾਲ, ਆਰਟੀਕਲ 324 ਤੋਂ 329। ਤੇ ਅੱਜ ਹੀ ਜਿਹੜਾ 16 ਮਾਰਚ ਜਿਹੜਾ ਆਪਾਂ ਦੇਖਿਆ ਕਿ ਜਿਹੜਾ ਸਾਡੇ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ, ECI, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਜਿਹਦਾ ਵਰਣਨ ਕਿੱਥੇ ਮਿਲਦਾ, 324 ਚ ਦੇਖਣ ਨੂੰ ਮਿਲਦਾ। ਤਾਂ ਇਹ ਭਾਰਤ ਵਿੱਚ ਚੋਣਾਂ ਕਰਾਉਣ ਦੀ ਜ਼ਿੰਮੇਵਾਰੀ ਕਿਹਦੀ ਹੈ ਜੀ, ECI ਦੀ, ਜਿਹਦੇ ਕਿੰਨੇ ਮੈਂਬਰ, 3 ਮੈਂਬਰ ਹੁੰਦੇ ਨੇ, ਇੱਕ ਮੁੱਖ ਜਿਹੜਾ ਕਮਿਸ਼ਨਰ ਹੈ, ਉਹਦੀ ਸਹਾਇਤਾ ਲਈ 2 ਹੋਰ ਕਮਿਸ਼ਨਰ ਹੁੰਦੇ ਨੇ। ਤਾਂ ਇਹਨਾਂ ਵੱਲੋਂ ਅੱਜ 16 ਮਾਰਚ ਨੂੰ ਜਿਹੜਾ ਕੀ ਹੈ, ਲੋਕ ਸਭਾ ਦੇ ਇਲੈਕਸ਼ਨ ਹੁੰਦੇ ਨੇ, ਨਾਰਮਲੀ 5 ਸਾਲ ਬਾਅਦ ਹੁੰਦੇ ਨੇ, ਠੀਕ ਹੈ ਜੀ। ਤਾਂ ਜਿਹੜੇ ਇਹ ਇਲੈਕਸ਼ਨ ਦੀ ਡੇਟ ਅਨਾਉਂਸ ਕੀਤੀ ਗਈ ਹੈ ਜੀ, ਜਿਹੜਾ ਕਦੋਂ ਹੋਣਗੇ ਜੀ, 19 ਅਪ੍ਰੈਲ ਤੋਂ ਕਦੋਂ ਤੱਕ ਚੱਲਣਗੇ, 1 ਜੂਨ। 19 ਅਪ੍ਰੈਲ 2024 ਤੋਂ ਲੈ ਕੇ ਕਦੋਂ ਤੱਕ ਚੱਲਣਗੇ, 1 ਜੂਨ ਤੱਕ। ਕਿੰਨੇ ਫੇਜ਼ 'ਚ ਹੋਣਗੇ ਜੀ, 7 ਫੇਜ਼, 7 ਚਰਨਾਂ ਦੇ ਵਿੱਚ ਜਿਹੜਾ 2024 ਜਿਹੜਾ ਹੁਣ ਇਲੈਕਸ਼ਨ ਹੋਣ ਜਾ ਰਹੇ ਨੇ ਲੋਕ ਸਭਾ ਦੇ। ਤਾਂ ਉਹਨਾਂ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਕਦੋਂ ਸ਼ੁਰੂ ਹੋ ਰਹੇ ਨੇ, 19 ਅਪ੍ਰੈਲ ਤੋਂ, ਲਾਸਟ ਖਤਮ ਕਦੋਂ ਹੋਣਗੇ, 1 ਜੂਨ 'ਚ। 19 ਅਪ੍ਰੈਲ 2024 ਨੂੰ ਸ਼ੁਰੂ ਹੋਣਗੇ, ਖਤਮ ਕਦੋਂ ਹੋਣਗੇ, 1 ਜੂਨ 2024 ਨੂੰ। ਕਿੰਨੇ ਫੇਜ਼ਸ 'ਚ ਹੋਣਗੇ, 7 ਫੇਜ਼ਸ। ਤੇ ਪੰਜਾਬ ਦੇ ਵਿੱਚ ਜਿਹੜਾ ਇਲੈਕਸ਼ਨ ਕਦੋਂ ਹੋ ਰਹੇ ਨੇ ਜੀ, 1 ਜੂਨ ਨੂੰ। ਤਾਂ ਅਲੱਗ-ਅਲੱਗ ਸਟੇਟ ਦੇ ਵਿੱਚ ਜਿਹੜਾ ਕੀ ਹੈ, ਇਹ ਜਿਹੜੇ ਇਲੈਕਸ਼ਨ ਹੋਣਗੇ ਅਲੱਗ-ਅਲੱਗ ਟਾਈਮ ਤੇ। ਫਸਟਲੀ ਸਟਾਰਟ ਕਦੋਂ ਹੋਣਗੇ, 19 ਅਪ੍ਰੈਲ, ਐਂਡ ਕਦੋਂ ਹੋਏਗਾ ਜੀ, 1 ਜੂਨ। ਤੇ ਫਿਰ ਰਿਜ਼ਲਟ ਜਿਹੜਾ ਅਨਾਉਂਸ ਹੋਏਗਾ ਉਹ ਕਦੋਂ ਹੋਏਗਾ, 4 ਜੂਨ। ਤੇ ਉਸ ਤੋਂ ਬਾਅਦ ਜਿਹੜੀ ਕੀ ਹੈ, ਨਵੀਂ ਲੋਕ ਸਭਾ ਜਿਹੜੀ ਹੈ ਚੁਣੀ ਜਾਏਗੀ। ਤਾਂ ਦੇਖਦੇ ਹਾਂ ਜੀ ਕਿਹੜੀ ਪਾਰਟੀ ਦੀ ਸਰਕਾਰ ਬਣਦੀ ਹੈ, ਕਿਹੜੀ ਪਾਰਟੀ ਨੂੰ ਬਹੁਮਤ ਮਿਲੇਗਾ। ਤੇ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਹੈ, ਕਿੱਦਾਂ ਜਿਹੜਾ ਮੈਂਬਰ ਹੋਣਗੇ, ਕਿੱਦਾਂ ਵੋਟ ਪਾਉਣ ਦਾ ਸਿਸਟਮ ਹੈ, ਸਾਰਾ ਆਪਾਂ ਇਹ ਕਨਸੈਪਟ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਬ੍ਰਿਟੇਨ ਦੇ ਸੰਵਿਧਾਨ। ਤਾਂ ਉਮੀਦ ਹੈ ਕਿ ਜਿਹੜਾ ਬ੍ਰਿਟੇਨ ਵਾਲਾ ਜਿਹੜਾ ਆਪਾਂ ਕਾਫੀ ਕੁਝ ਫੀਚਰ ਦੇਖੇ ਨੇ, ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਯਾਦ ਹੋਈਆਂ ਹੋਣਗੀਆਂ। ਇੱਕ ਆਪਾਂ ਦੇਖਦੇ ਹਾਂ ਜੀ ਪੋਸਟ ਆਫ ਸਪੀਕਰ। ਪੋਸਟ ਆਫ ਸਪੀਕਰ ਉਹ ਵੀ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਬ੍ਰਿਟੇਨ ਦੇ ਸੰਵਿਧਾਨ ਤੋਂ, ਜਿਹਦਾ ਵਰਣਨ ਸਾਨੂੰ ਕਿੱਥੇ ਮਿਲਦਾ ਜੀ, ਲੋਕ ਸਭਾ ਸਪੀਕਰ ਹੁੰਦਾ 93 ਦੇ ਵਿੱਚ ਦੱਸਿਆ ਗਿਆ ਕਿ ਇੱਕ ਲੋਕ ਸਭਾ ਸਪੀਕਰ ਹੋਏਗਾ, ਇੱਕ ਡਿਪਟੀ ਸਪੀਕਰ ਹੋਏਗਾ। ਤੇ ਪਹਿਲੀ ਵਾਰ ਸਪੀਕਰ ਦੀ ਪੋਸਟ ਕਦੋਂ ਬਣਦੀ ਹੈ ਜੀ, 1919 ਦੇ ਐਕਟ ਰਾਹੀਂ। ਬਣਦੀ ਕਦੋਂ ਹੈ ਜੀ, 1921 ਚ।
1919 ਦਾ ਜਿਹੜਾ ਮੌਂਟੈਗੂ ਚੈਮਸਫੋਰਡ ਐਕਟ ਆਉਂਦਾ ਹੈ ਤਾਂ ਉਹਦੇ ਵਿੱਚ ਸਪੀਕਰ ਦੀ ਪੋਸਟ ਦੀ ਗੱਲ ਕੀਤੀ ਗਈ ਸੀ, ਜਿਹੜੀ ਬਣਦੀ ਕਦੋਂ ਹੈ ਜੀ 1921 ਵਿੱਚ। ਤਾਂ ਇਹ ਜਿਹੜਾ ਕਨਸੈਪਟ ਹੈ ਸਪੀਕਰ ਵਾਲਾ, ਇਹ ਵੀ ਆਪਾਂ ਕਿੱਥੋਂ ਲੈ ਰਹੇ ਨੇ, ਬ੍ਰਿਟੇਨ ਦੇ ਸੰਵਿਧਾਨ। ਤਾਂ ਇੰਨਾ ਕੁਝ ਵੇਖ ਕੇ ਡਰਨਾ ਨਹੀਂ ਹੈ ਕਿ ਬ੍ਰਿਟੇਨ ਤੋਂ ਆਪਾਂ ਇੰਨਾ ਕੁਝ ਲਿਆ ਤਾਂ ਯਾਦ ਕਿਵੇਂ ਕਰਾਂਗੇ। ਤਾਂ ਜੇਕਰ ਤੁਹਾਨੂੰ ਕਨਸੈਪਟ ਸਮਝ ਆ ਗਿਆ ਤਾਂ ਆਟੋਮੈਟਿਕਲੀ ਇਹ ਚੀਜ਼ਾਂ ਯਾਦ ਹੋਣਗੀਆਂ। ਤਾਂ ਫਸਟਲੀ ਆਪਾਂ ਇੱਕ ਚੀਜ਼ ਯਾਦ ਰੱਖਣੀ, ਬ੍ਰਿਟੇਨ ਤੋਂ ਆਪਾਂ ਕੀ ਲੈ ਰਹੇ ਹਾਂ ਜੀ, ਪਾਰਲੀਮੈਂਟਰੀ ਸਿਸਟਮ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਤਾਂ ਜੇਕਰ ਤੁਸੀਂ ਇਹ ਚੀਜ਼ ਸਮਝ ਲਈ ਕਿ ਆਪਾਂ ਬ੍ਰਿਟੇਨ ਤੋਂ ਕੀ ਲਿਆ, ਪਾਰਲੀਮੈਂਟ, ਤੇ ਪਾਰਲੀਮੈਂਟ ਜਿਹੜਾ ਸਿਸਟਮ ਹੈ ਉਹਦੇ ਵਿੱਚ ਕੀ ਕੁਝ ਹੁੰਦਾ ਹੈ, ਉਹਦੇ ਕੰਮ ਕੀ ਹੁੰਦੇ ਨੇ, ਉਹਦਾ ਸਿਸਟਮ ਚਲਾਇਆ ਕਿਵੇਂ ਜਾਂਦਾ ਹੈ। ਤਾਂ ਜੇਕਰ ਇਹ ਚੀਜ਼ਾਂ ਆਪਾਂ ਨੂੰ ਯਾਦ ਨੇ ਤਾਂ ਆਟੋਮੈਟਿਕਲੀ ਚੀਜ਼ਾਂ ਇਹ ਨੈਕਸਟ ਜਿਹੜੀ ਆਪਾਂ ਨੂੰ ਯਾਦ ਹੋ ਜਾਣਗੀਆਂ। ਪਾਰਲੀਮੈਂਟ ਲਈ ਹੈ ਤਾਂ ਪਾਰਲੀਮੈਂਟ ਨਾਲ ਰਿਲੇਟਡ ਜਿੰਨੇ ਵੀ ਮਸਲੇ ਹੋਣਗੇ ਉਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ, ਫਿਰ ਬ੍ਰਿਟੇਨ ਦੇ ਸੰਵਿਧਾਨ। ਸਮਝਦੇ ਜੀ ਆਪਾਂ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਬ੍ਰਿਟੇਨ ਦੇ ਸੰਵਿਧਾਨ। ਪਾਰਲੀਮੈਂਟ ਦੇ ਭਾਗ ਕਿੰਨੇ ਹੁੰਦੇ ਨੇ, ਦੋ। ਕਿੰਨੇ ਸਦਨ ਹੁੰਦੇ ਨੇ, ਦੋ। ਜਦੋਂ ਆਪਾਂ ਕਹਿੰਦੇ ਦੋ, ਜਿਹੜਾ ਬਾਈ ਕੈਮਰਲਿਜ਼ਮ ਜਾਂ ਦੋ ਸਦਨੀ ਵਿਧਾਨ ਪਾਲਿਕਾ, ਇੱਕ ਲੋਕ ਸਭਾ ਇੱਕ ਰਾਜ ਸਭਾ। ਤਾਂ ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ, ਬ੍ਰਿਟੇਨ ਦੇ ਸੰਵਿਧਾਨ ਤੋਂ। ਹੁਣ ਪਾਰਲੀਮੈਂਟ ਦਾ ਕੰਮ ਕੀ ਹੁੰਦਾ ਹੈ, ਕਾਨੂੰਨ ਨਿਰਮਾਣ ਕਰਨਾ, ਤੇ ਕਾਨੂੰਨ ਨਿਰਮਾਣ ਪ੍ਰਕਿਰਿਆ ਆਪਾਂ ਕਿੱਥੋਂ ਲੈ ਰਹੇ ਹਾਂ, ਬ੍ਰਿਟੇਨ ਦੇ ਸੰਵਿਧਾਨ ਤੋਂ। ਹੁਣ ਜਿਹੜੇ ਕਾਨੂੰਨ ਬਣਾਏ ਗਏ ਨੇ ਉਹ ਲਾਗੂ ਵੀ ਹੋਣਗੇ, ਉਹਨਾਂ ਦਾ ਸ਼ਾਸਨ ਵੀ ਚਲਾਇਆ ਜਾਏਗਾ ਤੇ ਕਾਨੂੰਨ ਦਾ ਸ਼ਾਸਨ ਹੋਏਗਾ ਇੰਡੀਆ 'ਚ। ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਬ੍ਰਿਟੇਨ ਦੇ ਸੰਵਿਧਾਨ ਤੋਂ। ਫਿਰ ਆਪਾਂ ਕੀ ਦੇਖਿਆ ਕਿ ਸੰਸਦ ਵਿੱਚ ਜਿਹੜਾ ਕੀ ਹੈ, ਮੰਤਰੀਆਂ ਵੱਲੋਂ ਕੰਮ ਕੀਤਾ ਜਾਂਦਾ ਹੈ। ਮੰਤਰੀ ਜਿਹੜੇ ਕੀ ਹੈ ਵਾਸਤਵਿਕ ਜਿਹੜੀ ਕਾਰਜਪਾਲਿਕਾ ਹੁੰਦੇ ਨੇ, ਤੇ ਰਾਸ਼ਟਰਪਤੀ ਜਿਹੜਾ ਕੀ ਹੈ ਨਾ ਮਾਤਰ ਦਾ ਜਿਹੜਾ ਮੁਖੀ ਹੁੰਦਾ ਹੈ। ਇਹ ਵੀ ਚੀਜ਼ ਆਪਾਂ ਯਾਦ ਰੱਖ ਸਕਦੇ ਹਾਂ, ਕਿੱਥੋਂ ਲਈ ਹੈ ਜੀ, ਪ੍ਰੈਜ਼ੀਡੈਂਟ ਐਜ਼ ए ਨੋਮੀਨਲ ਹੈਡ। ਪ੍ਰੈਜ਼ੀਡੈਂਟ ਕੌਣ ਹੋਏਗਾ ਜੀ, ਸਾਡਾ ਨੋਮੀਨਲ ਹੈਡ ਹੋਏਗਾ, ਨਾ ਮਾਤਰ ਦਾ ਮੁਖੀ ਹੋਏਗਾ ਪ੍ਰੈਜ਼ੀਡੈਂਟ। ਉਹ ਚੀਜ਼ ਆਪਾਂ ਕਿੱਥੋਂ ਲਈ ਹੈ ਜੀ, ਬ੍ਰਿਟੇਨ ਦੇ ਸੰਵਿਧਾਨ ਤੋਂ। ਕਿਉਂਕਿ ਬ੍ਰਿਟੇਨ ਦੇ ਵਿੱਚ ਜਿਹੜਾ ਕੀ ਹੈ ਉੱਥੋਂ ਦਾ ਮੁਖੀ ਕੌਣ ਹੁੰਦਾ ਹੈ ਜੀ, ਕਿੰਗ ਜਾਂ ਕੁਈਨ। ਤਾਂ ਕਿੰਗ ਜਾਂ ਕੁਈਨ ਕੇਵਲ ਨਾਮ ਦਾ ਜਿਹੜਾ ਕੀ ਹੈ ਮੁਖੀ ਹੁੰਦਾ, ਅਸਲੀ ਪਾਵਰਾਂ ਕਿਤੇ ਕੋਲ ਹੁੰਦੀਆਂ ਨੇ, ਪ੍ਰਾਈਮ ਮਿਨਿਸਟਰ ਕੋਲ। ਇਸ ਪ੍ਰਕਾਰ ਇੰਡੀਆ ਦੇ ਵਿੱਚ ਪ੍ਰੈਜ਼ੀਡੈਂਟ ਜਿਹੜਾ ਸੰਵਿਧਾਨਿਕ ਮੁਖੀ ਹੈ, ਸੰਵਿਧਾਨ ਦੇ ਅਨੁਸਾਰ ਸਾਡਾ ਮੁਖੀ ਕੌਣ ਹੈ ਜੀ, ਪ੍ਰੈਜ਼ੀਡੈਂਟ, ਪਰੰਤੂ ਕੇਵਲ ਨਾਮ ਦਾ ਨਾ ਮਾਤਰ। ਤਾਂ ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਬ੍ਰਿਟੇਨ ਦੇ ਸੰਵਿਧਾਨ। ਤਾਂ ਆਪਾਂ ਗੱਲ ਕਰ ਰਹੇ ਸੀ ਕਿ ਉੱਥੇ ਕੌਣ ਹੁੰਦੇ ਨੇ, ਮੰਤਰੀ ਹੁੰਦੇ ਨੇ। ਤਾਂ ਆਪਾਂ ਕੀ ਕਹਿੰਦੇ ਆ ਜੀ, ਕੈਬਨਿਟ ਮਿਨਿਸਟਰ। ਤਾਂ ਕੈਬਨਿਟ ਸਿਸਟਮ ਆਪਾਂ ਕਿੱਥੋਂ ਕਾਪੀ ਕੀਤਾ ਜੀ, ਬ੍ਰਿਟੇਨ ਦੇ ਸੰਵਿਧਾਨ ਤੋਂ। ਫਿਰ ਆਪਾਂ ਦੇਖਿਆ ਜੀ ਇਕੁਐਲਿਟੀ ਬਿਫੋਰ ਲਾ, ਆਰਟੀਕਲ 14 ਚ, ਪ੍ਰੈਰੋਗੇਟਿਵ ਰਿਟਸ, ਸਿੰਗਲ ਸਿਟੀਜ਼ਨਸ਼ਿਪ। ਤਾਂ ਜਿਹੜੇ ਮੈਂਬਰ ਹੁੰਦੇ ਨੇ, ਐਮਪੀ ਹੁੰਦੇ ਨੇ, ਉਹਨਾਂ ਨੂੰ ਕੁਝ ਅਧਿਕਾਰ ਵੀ ਦਿੱਤੇ ਜਾਂਦੇ ਨੇ। 105 ਦੇ ਰਾਹੀਂ ਉਹਨਾਂ ਦਾ ਵਰਣਨ ਹੈ, ਉਹ ਚੀਜ਼ ਦੇਖੀ ਹੈ। ਫਿਰ ਇਲੈਕਸ਼ਨ ਤੇ ਪੋਸਟ ਆਫ ਸਪੀਕਰ। ਹੁਣ ਸੰਸਦ ਦੇ ਦੋ ਆਪਾਂ ਦੇਖੇ ਹਾਊਸ, ਇੱਕ ਲੋਕ ਸਭਾ ਇੱਕ ਰਾਜ ਸਭਾ। ਜਿਹੜੀ ਲੋਕ ਸਭਾ ਹੈ ਉਸ ਨੂੰ ਜਿਹੜੀ ਕਾਰਵਾਈ ਚਲਾਉਣ ਲਈ ਕਿਹਦੀ ਜ਼ਿੰਮੇਵਾਰੀ ਬਣਦੀ, ਉੱਥੇ ਕੰਟਰੋਲ ਕਰਨ ਲਈ ਮੈਂਬਰਾਂ ਨੂੰ, ਸਪੀਕਰ ਦੀ। ਤਾਂ ਉਹ ਸਪੀਕਰ ਦੀ ਪੋਸਟ ਵੀ ਕਿੱਥੋਂ ਆ ਰਹੀ ਹੈ ਜੀ, ਬ੍ਰਿਟੇਨ ਦੇ ਸੰਵਿਧਾਨ ਤੋਂ। ਤੇ ਪ੍ਰੈਜ਼ੀਡੈਂਟ ਨਾ ਮਾਤਰ ਦਾ ਮੁਖੀ ਹੋਏਗਾ। ਇਹ ਚੀਜ਼ ਆਪਾਂ ਕਿੱਥੋਂ ਦੇਖ ਰਹੇ ਹਾਂ ਜੀ, ਬ੍ਰਿਟੇਨ ਦੇ ਸੰਵਿਧਾਨ ਤੋਂ। ਨੈਕਸਟ ਆਪਾਂ ਚੱਲਦੇ ਹਾਂ ਜੀ ਕੈਨੇਡਾ ਦੇ ਸੰਵਿਧਾਨ ਤੇ। ਕੈਨੇਡੀਅਨ ਕਨਸਟੀਟਿਊਸ਼ਨ ਜਾਂ ਕੈਨੇਡਾ ਦਾ ਸੰਵਿਧਾਨ। ਤਾਂ ਇੱਕ ਚੱਲਦੇ ਆਪਾਂ 1935 ਦੇ ਐਕਟ ਵਿੱਚ। ਉਹਦੇ ਚ ਆਪਾਂ ਪਹਿਲੀ ਚੀਜ਼ ਕੀ ਦੇਖੀ ਸੀ, ਸੰਘਾਤਮਕ ਸ਼ਾਸਨ ਪ੍ਰਣਾਲੀ। ਸੰਘਾਤਮਕ ਸ਼ਾਸਨ ਪ੍ਰਣਾਲੀ। ਤਾਂ ਉਹਦੇ ਚ ਕੀ ਸੀਗਾ, ਸੈਂਟਰ ਤੇ ਸਟੇਟ, ਇਹਨਾਂ ਚ ਕੀ ਹੈ ਜੀ, ਸ਼ਕਤੀਆਂ ਦੀ ਵੰਡ ਕੀਤੀ। ਤਾਂ ਭਾਰਤ ਵਿੱਚ ਵੀ ਇੱਕ ਸੈਂਟਰ ਗਵਰਨਮੈਂਟ ਹੁੰਦੀ ਹੈ ਤੇ ਸਟੇਟ ਗਵਰਨਮੈਂਟ ਹੁੰਦੀ ਹੈ। ਸੈਂਟਰ ਕੋਲ ਪਾਵਰਾਂ ਨੇ ਕੁਝ, ਸਟੇਟ ਕੋਲ ਪਾਵਰਾਂ ਨੇ, ਪਰੰਤੂ ਜ਼ਿਆਦਾ ਪਾਵਰਾਂ ਕਿਹਦੇ ਕੋਲ ਨੇ ਸਾਡੇ ਦੇਸ਼ ਵਿੱਚ, ਸੈਂਟਰ ਕੋਲ। ਘੱਟ ਸਟੇਟ ਕੋਲ ਵੀ ਪਾਵਰ ਨੇ, ਪਰੰਤੂ ਉਹ ਪਾਵਰਾਂ ਸੈਂਟਰ ਦੇ ਮੁਕਾਬਲੇ ਬਹੁਤ ਘੱਟ ਨੇ। ਜਾਂ ਉਹ ਪਾਵਰਾਂ ਨੂੰ ਕੰਟਰੋਲ ਕੌਣ ਕਰਦਾ ਹੈ ਜੀ, ਸੈਂਟਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਕੰਟਰੋਲ ਕਰਦਾ ਹੈ। ਤਾਂ ਸਾਡੇ ਦੇਸ਼ ਸ਼ਕਤੀਆਂ ਦੀ ਵੰਡ ਕੀਤੀ ਗਈ, ਇਹ ਚੀਜ਼ ਤਾਂ ਆਪਾਂ ਲਈ 1935 ਦੇ ਐਕਟ ਤੋਂ। ਪਰੰਤੂ ਜ਼ਿਆਦਾ ਪਾਵਰ ਕਿਹਦੇ ਕੋਲ ਨੇ, ਸੈਂਟਰ ਕੋਲ। ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਕੈਨੇਡਾ ਦੇ ਸੰਵਿਧਾਨ ਤੋਂ। ਸਟਰੋਂਗ ਫੈਡਰੇਸ਼ਨ ਵਿਦ ਸਟਰੋਂਗ ਸੈਂਟਰ, ਫੈਡਰੇਸ਼ਨ ਵਿਦ ਸਟਰੋਂਗ ਸੈਂਟਰ, ਜਾਂ ਆਪਾਂ ਕਹਾਂਗੇ ਮਜ਼ਬੂਤ ਕੇਂਦਰ ਵਾਲਾ ਸੰਘ। ਸਾਡੇ ਦੇਸ਼ ਚ ਸੰਘੀ ਸਰਕਾਰ ਹੈ ਜਾਂ ਸੰਘਾਤਮਕ ਸਰਕਾਰ, ਮਤਲਬ ਕਿ ਸ਼ਕਤੀਆਂ ਦੀ ਵੰਡ ਆ ਗਈ ਕੇਂਦਰ ਤੇ ਰਾਜਾਂ ਵਿਚਕਾਰ। ਇਹ ਚੀਜ਼ ਆਪਾਂ ਜਦੋਂ ਇਹ ਚੀਜ਼ ਪੁੱਛੀ ਜਾਏਗੀ ਕਿ ਸ਼ਕਤੀਆਂ ਦੀ ਵੰਡ ਤੇ ਸੰਘਾਤਮਕ ਸਰਕਾਰ ਦਾ ਕਨਸੈਪਟ ਕਿੱਥੋਂ ਲਿਆ ਆਪਾਂ, 1935 ਦੇ ਐਕਟ ਤੋਂ। ਪਰੰਤੂ ਜ਼ਿਆਦਾ ਪਾਵਰਾਂ ਕਿਹਦੇ ਕੋਲ ਹੋਣਗੀਆਂ,
ਸੈਂਟਰ ਦੇ ਕੋਲ ਹੋਣਗੀਆਂ। ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਮਜ਼ਬੂਤ ਕੇਂਦਰ ਵਾਲਾ ਸੰਘ ਹੋਏਗਾ ਜਾਂ ਫੈਡਰੇਸ਼ਨ ਵਿਦ ਸਟਰੋਂਗ ਸੈਂਟਰ। ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਕੈਨੇਡਾ ਦੇ ਸੰਵਿਧਾਨ ਤੋਂ। ਹੁਣ ਇਹ ਆਪਾਂ ਕਿਵੇਂ ਮੰਨਾਂਗੇ ਕਿ ਸੈਂਟਰ ਜ਼ਿਆਦਾ ਮਜ਼ਬੂਤ ਹੈ? ਤਾਂ ਆਪਾਂ ਹੁਣੇ ਗੱਲ ਕੀਤੀ 7ਵੀਂ ਅਨੁਸੂਚੀ ਦੀ, 7th ਸ਼ਡਿਊਲ ਦੀ ਗੱਲ ਕੀਤੀ, ਜਿਹਦੇ ਚ ਲਿਸਟ ਦੇਖੀਆਂ ਨੇ, ਯੂਨੀਅਨ ਲਿਸਟ, ਸਟੇਟ ਲਿਸਟ ਤੇ ਕਨਕਰੈਂਟ ਲਿਸਟ। ਇਹਦੇ ਚ ਆਪਾਂ ਗੱਲ ਕੀਤੀ ਸੀ 97, ਫਿਰ ਕਿੰਨੇ ਨੇ ਹੁਣ ਵਰਤਮਾਨ ਸਮੇਂ 100 ਸਬਜੈਕਟ ਨੇ, ਇੱਥੇ ਸੀ 66, ਵਰਤਮਾਨ ਸਮੇਂ 61, ਇੱਥੇ ਸੀ 47, ਇੱਥੇ ਕਿੰਨੇ ਨੇ 52। ਇਹਦੇ ਉੱਪਰ ਕਾਨੂੰਨ ਕੌਣ ਬਣਾਏਗਾ? ਸੈਂਟਰ। ਇਹਦੇ ਉੱਪਰ ਕਾਨੂੰਨ ਕੌਣ ਬਣਾਏਗਾ? ਸਟੇਟ। ਇਹਦੇ ਉੱਪਰ ਦੋਨੋਂ ਜਿਹੜਾ ਮਿਲ ਕੇ ਕਾਨੂੰਨ ਬਣਾ ਸਕਦੇ। ਪਰੰਤੂ ਮੈਂ ਗੱਲ ਕਹੀ ਸੀ ਕਿ ਜ਼ਿਆਦਾ ਜਿਹੜਾ ਕਾਨੂੰਨ ਹੈ ਕਿਹਦਾ ਮੰਨਿਆ ਜਾਏਗਾ? ਸੈਂਟਰ ਵਾਲਾ। ਇਹਦੇ ਉੱਪਰ ਜੋ ਕਾਨੂੰਨ ਬਣਾਏ ਜਾਣਗੇ ਜ਼ਿਆਦਾ ਕਾਨੂੰਨ ਕਿਹਦਾ ਮੰਨਿਆ ਜਾਏਗਾ? ਸੈਂਟਰ ਵਾਲਾ। ਦੂਜੀ ਆਪਾਂ ਕੀ ਗੱਲ ਕਹਿ ਸਕਦੇ ਹਾਂ ਕਿ ਜਿਹੜਾ ਇਹਨਾਂ ਤੋਂ ਇਲਾਵਾ ਕੋਈ ਨਵਾਂ ਸਬਜੈਕਟ ਆਉਂਦਾ ਹੈ, ਜਿਹਨੂੰ ਆਪਾਂ ਕਹਿੰਦੇ ਆ ਰੈਜ਼ੀਡਿਊਰੀ ਪਾਵਰ, ਰੈਜ਼ੀਡਿਊਰੀ ਪਾਵਰ, ਕਿ ਇਹਨਾਂ ਤੋਂ ਇਲਾਵਾ ਕੋਈ ਨਵਾਂ ਸਬਜੈਕਟ ਆ ਗਿਆ, ਉਹਦੇ ਉੱਪਰ ਕਾਨੂੰਨ ਬਣਾਉਣ ਦੀ ਸ਼ਕਤੀ ਕਿਹਦੇ ਕੋਲ ਹੋਏਗੀ? ਹੋਏਗੀ ਕੇਂਦਰ ਕੋਲ। ਤਾਂ ਇਹ ਕਨਸੈਪਟ ਕਿਹਨੂੰ ਜ਼ਿਆਦਾ ਪਾਵਰ ਦੇ ਰਿਹਾ? ਕੇਂਦਰ ਨੂੰ। ਆਪਾਂ ਕੀ ਪੜਿਆ? ਮਜ਼ਬੂਤ ਕੇਂਦਰ ਵਾਲਾ ਸੰਘ। ਜ਼ਿਆਦਾ ਪਾਵਰ ਕਿਹਦੇ ਕੋਲ? ਕੇਂਦਰ ਕੋਲ। ਕਿਸ ਤਰੀਕੇ ਨਾਲ ਆਪਾਂ ਸਮਝਿਆ ਕਿ ਕਨਕਰੈਂਟ ਲਿਸਟ ਦੇ ਉੱਪਰ ਕਾਨੂੰਨ ਦੋਨੋਂ ਬਣਾ ਸਕਦੇ ਨੇ, ਪਰੰਤੂ ਕਾਨੂੰਨ ਮੰਨਿਆ ਕਿਹਦਾ ਜਾਏਗਾ? ਸੈਂਟਰ ਦਾ। ਇੱਕ ਆਪਾਂ ਕੀ ਦੇਖ ਰਹੇ ਹਾਂ ਕਿ ਜਿਹੜੀਆਂ ਇਸ ਤੋਂ ਇਲਾਵਾ ਕੋਈ ਨਵੇਂ ਵਿਸ਼ੇ ਆ ਰਹੇ ਨੇ ਤਾਂ ਉਹਨਾਂ ਦਾ ਕਾਨੂੰਨ ਬਣਾਉਣ ਦੀ ਪਾਵਰ ਕਿਹਦੇ ਕੋਲ ਹੈ? ਸੈਂਟਰ ਕੋਲ। ਜਦੋਂ ਸਾਡੇ ਦੇਸ਼ ਦੇ ਵਿੱਚ ਕਿਸੇ ਸਟੇਟ ਦੇ ਵਿੱਚ ਸਟੇਟ ਐਮਰਜੈਂਸੀ ਲਗਾਈ ਜਾਂਦੀ ਹੈ, ਪ੍ਰੈਜ਼ੀਡੈਂਟ ਰੂਲ ਲਗਾਇਆ ਜਾਂਦਾ ਹੈ, ਫਿਰ ਉੱਥੇ ਕਾਨੂੰਨ ਬਣਾਉਣ ਦੀ ਪਾਵਰ ਕਿਹਦੇ ਕੋਲ ਚਲੀ ਜਾਂਦੀ ਹੈ? ਪ੍ਰੈਜ਼ੀਡੈਂਟ ਕੋਲ। ਤੇ ਪ੍ਰੈਜ਼ੀਡੈਂਟ ਕਿਹਦੀ ਸਲਾਹ ਨਾਲ ਕੰਮ ਕਰਦਾ ਹੈ ਜੀ? ਮੰਤਰੀ ਪਰਿਸ਼ਦ ਨਾਲ, ਕਿ ਸੈਂਟਰ ਵਾਲਾ ਜਿਹੜਾ ਹੁੰਦਾ ਹੈ। ਜਾਂ ਆਪਾਂ ਕਹਿ ਸਕਦੇ ਹਾਂ ਜਦੋਂ ਸਟੇਟ 'ਚ ਨੈਸ਼ਨਲ ਐਮਰਜੈਂਸੀ ਲਗਾਈ ਹੋਏਗੀ ਤਾਂ ਪੂਰੇ ਇੰਡੀਆ ਲਈ ਕਾਨੂੰਨ ਬਣਾਉਣ ਦੀ ਪਾਵਰ ਕਿਹਦੀ ਹੁੰਦੀ ਹੈ ਜੀ? ਫਿਰ ਪਾਰਲੀਮੈਂਟ ਦੀ ਹੁੰਦੀ ਹੈ, ਸੈਂਟਰ ਦੀ ਹੁੰਦੀ ਹੈ। ਤਾਂ ਇਹਨਾਂ ਸਭ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਿ ਜ਼ਿਆਦਾ ਪਾਵਰ ਕਿਹਦੇ ਕੋਲ ਨੇ? ਫਿਰ ਸੈਂਟਰ ਕੋਲ। ਤਾਂ ਇਸ ਚੀਜ਼ ਨੂੰ ਆਪਾਂ ਕੀ ਕਹਾਂਗੇ? ਰੈਜ਼ੀਡਿਊਰੀ ਪਾਵਰ, ਵੈਸਟਿੰਗ ਆਫ ਰੈਜ਼ੀਡਿਊਰੀ ਪਾਵਰਸ ਇਨ ਸੈਂਟਰ। ਮਤਲਬ ਜ਼ਿਆਦਾ ਜਿਹੜੀਆਂ ਬਚੀਆਂ ਕੁਛੀਆਂ ਸ਼ਕਤੀਆਂ ਨੇ ਉਹ ਕਿਹਦੇ ਕੋਲ ਨੇ ਜੀ? ਸੈਂਟਰ ਕੋਲ। ਜਾਂ ਵਾਧੂ ਪਾਵਰ ਕਿਹਦੇ ਕੋਲ ਨੇ? ਸੈਂਟਰ ਕੋਲ। ਜਿਹਦਾ ਵਰਣਨ ਸਾਨੂੰ ਕਿੱਥੇ ਮਿਲਦਾ? ਆਰਟੀਕਲ 248 ਦੇ ਵਿੱਚ ਇਹ ਗੱਲ ਲਿਖੀ ਗਈ ਕਿ ਬਚੀਆਂ ਸ਼ਕਤੀਆਂ ਤੋਂ, ਇਹਨਾਂ ਤੋਂ ਇਲਾਵਾ ਜਿਹੜੇ ਕਾਨੂੰਨ ਬਣਾਏ ਜਾਣਗੇ ਉਹ ਕੌਣ ਬਣਾਏਗਾ ਜੀ? ਸੈਂਟਰ ਬਣਾਏਗਾ। ਜਿਹਦੇ ਨਾਲ ਆਪਾਂ ਕੀ ਦੇਖਦੇ ਹਾਂ ਕਿ ਭਾਰਤ ਵਿੱਚ ਜ਼ਿਆਦਾ ਪਾਵਰਾਂ ਕਿਹਦੇ ਕੋਲ ਹੈਗੀਆਂ ਨੇ ਜੀ? ਕੇਂਦਰ ਕੋਲ। ਤੇ ਇਹ ਕਨਸੈਪਟ ਆਪਾਂ ਕਿੱਥੋਂ ਲਿਆ ਜੀ? ਕੈਨੇਡਾ ਦੇ ਸੰਵਿਧਾਨ। ਰੈਜ਼ੀਡਿਊਰੀ ਪਾਵਰ ਜਿਹੜੀਆਂ ਉਹ ਕਿਹਦੇ ਵਿੱਚ ਨਿਹਿਤ ਨੇ ਜੀ? ਸੈਂਟਰ ਦੇ ਵਿੱਚ। ਹੁਣ ਆਪਾਂ ਕੈਨੇਡਾ ਦੇ ਸੰਵਿਧਾਨ ਤੋਂ ਕੀ ਲਿਆ ਜੀ? ਆਪਾਂ 1935 ਦੇ ਐਕਟ ਵਿੱਚ ਆਪਾਂ ਕੀ ਦੇਖਿਆ ਸੀ? ਪੋਸਟ ਆਫ ਗਵਰਨਰ, ਕਿ ਸਟੇਟ ਦਾ ਇੱਕ ਗਵਰਨਰ ਹੋਏਗਾ ਜਿਹਦਾ ਵਰਣਨ ਕਿੱਥੇ? ਆਰਟੀਕਲ 153 ਵਿੱਚ। ਪਰੰਤੂ ਉਸ ਗਵਰਨਰ ਦੀ ਜਿਹੜੀ ਨਿਯੁਕਤੀ ਹੈ ਕਿਹਦੇ ਵੱਲੋਂ ਕੀਤੀ ਜਾਏਗੀ? ਸੈਂਟਰ ਵੱਲੋਂ। ਅਪਾਇੰਟਮੈਂਟ ਆਫ ਗਵਰਨਰ, ਅਪਾਇੰਟਮੈਂਟ ਆਫ ਗਵਰਨਰ ਬਾਏ ਸੈਂਟਰ। ਮਤਲਬ ਜਿਹੜਾ ਗਵਰਨਰ ਹੋਏਗਾ ਉਹਦੀ ਨਿਯੁਕਤੀ ਕੌਣ ਕਰੇਗਾ ਜੀ? ਸੈਂਟਰ ਸਰਕਾਰ ਵੱਲੋਂ, ਯਾਨੀ ਕਿ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਤਾਂ ਰਾਸ਼ਟਰਪਤੀ ਕਿਹਦਾ ਪਾਰਟ ਹੈ ਜੀ? ਸੈਂਟਰ ਦਾ। ਤਾਂ ਇਹ ਚੀਜ਼ ਦਾ ਵਰਣਨ ਸਾਨੂੰ ਕਿੱਥੇ ਮਿਲਦਾ? ਆਰਟੀਕਲ 155, ਕਿ ਗਵਰਨਰ ਦੀ ਨਿਯੁਕਤੀ ਜਿਹੜੀ ਕਿਹਦੇ ਵੱਲੋਂ ਕੀਤੀ ਜਾਏਗੀ? ਸੈਂਟਰ ਵੱਲੋਂ ਕੀਤੀ ਜਾਏਗੀ। ਤਾਂ ਇੱਥੋਂ ਚੀਜ਼ ਸਾਨੂੰ ਕੀ ਦੇਖਣ ਨੂੰ ਮਿਲੀ ਕਿ ਗਵਰਨਰ ਨੇ ਕੰਮ ਕਿਹਦੇ ਲਈ ਕਰਨਾ ਹੈ? ਸਟੇਟ ਲਈ। ਪਰੰਤੂ ਜਿਹੜਾ ਗਵਰਨਰ ਨਿਗਰਾਨੀ ਰੱਖ ਰਿਹਾ ਹੈ ਕਿਹਦੇ ਲਈ ਰੱਖ ਰਿਹਾ ਹੈ? ਸੈਂਟਰ ਲਈ। ਜਾਂ ਉਹਦੀ ਅਪਾਇੰਟਮੈਂਟ ਕੌਣ ਕਰ ਰਿਹਾ ਜੀ? ਸੈਂਟਰ ਕਰ ਰਿਹਾ। ਤਾਂ ਜ਼ਿਆਦਾ ਪਾਵਰਾਂ ਕਿਹਦੇ ਕੋਲ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ? ਫਿਰ ਸੈਂਟਰ ਕੋਲ। ਤਾਂ ਇਸ ਕਰਕੇ ਇਹ ਚੀਜ਼ ਵੀ ਆਪਾਂ ਕਿੱਥੋਂ ਲਈ ਹੈ? ਕੈਨੇਡਾ ਦੇ ਸੰਵਿਧਾਨ। ਤਾਂ ਜੇਕਰ ਤੁਹਾਨੂੰ ਕਨਸੈਪਟ ਸਮਝ ਆ ਰਿਹਾ ਹੈ ਕਿ ਫਸਟ ਕਨਸੈਪਟ ਨੂੰ ਸਮਝੋ, ਫੈਡਰੇਸ਼ਨ ਵਿਦ ਸਟਰੋਂਗ ਸੈਂਟਰ, ਕਿ ਸਾਡੇ ਦੇਸ਼ 'ਚ ਫੈਡਰੇਸ਼ਨ ਹੈਗੀ ਹੈ ਕਿ ਸ਼ਕਤੀ ਦੀ ਵੰਡ ਕੀਤੀ ਗਈ ਸੈਂਟਰ ਤੇ ਸਟੇਟ ਵਿੱਚ, ਪਰੰਤੂ ਜ਼ਿਆਦਾ ਪਾਵਰਸ ਕਿਹਦੇ ਕੋਲ ਨੇ ਜੀ? ਸੈਂਟਰ ਕੋਲ। ਜੇਕਰ ਇਸ ਚੀਜ਼ ਸਮਝ ਆ ਗਈ ਕਿ ਜ਼ਿਆਦਾ ਪਾਵਰ ਸੈਂਟਰ ਕੋਲ ਨੇ ਤਾਂ ਫਿਰ ਉਦਾਂ ਦਾ ਕੋਈ ਜਿਹੜਾ ਸਾਨੂੰ ਕੁਐਸਚਨ ਪੁੱਛਿਆ ਜਾਏਗਾ ਜਿੱਥੇ ਸਾਨੂੰ ਲੱਗੇ ਕਿ ਇਹ ਸੈਂਟਰ ਬਾਰੇ ਗੱਲ ਕਰ ਰਹੇ ਕਿ ਜ਼ਿਆਦਾ ਪਾਵਰ ਸੈਂਟਰ ਕੋਲ ਹੈ, ਤਾਂ ਆਟੋਮੈਟਿਕਲੀ ਆਪਾਂ ਦਾ ਆਨਸਰ ਦੇ ਸਕਦੇ ਹਾਂ। ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ ਜੀ? ਕੈਨੇਡਾ ਦੇ ਸੰਵਿਧਾਨ ਤੋਂ। ਮਜ਼ਬੂਤ ਕੇਂਦਰ ਵਾਲਾ ਸੰਘ ਕਿੱਥੋਂ ਲਿਆ? ਕੈਨੇਡਾ ਦੇ ਸੰਵਿਧਾਨ ਤੋਂ। ਤਾਂ ਮਜ਼ਬੂਤ ਕਿੱਦਾਂ ਹੋਏਗਾ? ਜੇਕਰ ਕੇਂਦਰ ਨੂੰ ਜ਼ਿਆਦਾ ਪਾਵਰਾਂ ਮਿਲਣਗੀਆਂ। ਤਾਂ ਕਿੱਥੇ ਆਪਾਂ ਦੇਖਿਆ? ਆਰਟੀਕਲ 248 ਨਹੀਂ, ਇਹਨਾਂ ਸਬਜੈਕਟ ਤੋਂ ਇਲਾਵਾ ਕੋਈ ਨਵਾਂ ਸਬਜੈਕਟ ਆਉਂਦਾ ਉਹਦੇ ਉੱਪਰ ਕਾਨੂੰਨ ਕੌਣ ਬਣਾਏਗਾ ਜੀ? ਸੈਂਟਰ ਬਣਾਏਗਾ। ਜਦੋਂ ਸਾਡੇ ਦੇਸ਼ 'ਚ ਨੈਸ਼ਨਲ ਐਮਰਜੈਂਸੀ ਲੱਗੀ ਹੋਏਗੀ ਉਸ ਟਾਈਮ ਤੇ ਕਾਨੂੰਨ ਬਣਾਉਣ ਦੀ ਜਿਹੜੀ
ਪਾਵਰ ਹੈ ਕਿਹਦੇ ਕੋਲ ਵੱਧ ਜਾਂਦੀ ਹੈ, ਸੈਂਟਰ ਕੋਲ ਵੱਧ ਜਾਂਦੀ ਹੈ। ਪ੍ਰੈਜ਼ੀਡੈਂਟ ਰੂਲ ਲੱਗੇਗਾ ਤਾਂ ਪ੍ਰੈਜ਼ੀਡੈਂਟ ਵੱਲੋਂ ਜਿਹੜਾ ਸਿਸਟਮ ਚਲਾਇਆ ਜਾਏਗਾ ਸਟੇਟ ਦਾ, ਤੇ ਪ੍ਰੈਜ਼ੀਡੈਂਟ ਕਿਹਦੀ ਸਲਾਹ ਨਾਲ ਕੰਮ ਕਰਦਾ ਹੈ, ਕੈਬਨਿਟ ਮਿਨਿਸਟਰ ਜਿਹੜਾ ਕੈਬਨਿਟ ਸਿਸਟਮ ਦੀ ਸਿਫਾਰਿਸ਼ ਤੇ ਕੰਮ ਕਰਦਾ ਹੈ, ਕਾਉਂਸਲ ਆਫ ਮਿਨਿਸਟਰ ਦੀ ਸਲਾਹ ਨਾਲ ਕੰਮ ਕਰਦਾ ਹੈ। ਠੀਕ ਹੈ ਜੀ। ਫਿਰ ਆਪਾਂ ਦੇਖਿਆ ਅਪਾਇੰਟਮੈਂਟ ਆਫ ਗਵਰਨਰ। ਗਵਰਨਰ ਨੇ ਕੰਮ ਕਰਨਾ ਹੈ ਸਟੇਟ ਲਈ, ਪਰ ਉਹਨੂੰ ਅਪਾਇੰਟ ਕੌਣ ਕਰ ਰਿਹਾ ਜੀ, ਸੈਂਟਰ ਕਰ ਰਿਹਾ। ਤਾਂ ਇੱਥੋਂ ਆਪਾਂ ਕੀ ਦੇਖਦੇ ਹਾਂ ਕਿ ਸਭ ਇਹ ਸਾਰੀਆਂ ਚੀਜ਼ਾਂ ਕਿਹਨੂੰ ਸ਼ੋ ਕਰ ਰਹੀਆਂ ਨੇ ਜੀ, ਜਿਹੜਾ ਜ਼ਿਆਦਾ ਪਾਵਰਾਂ ਕੇਂਦਰ ਨੂੰ, ਤੇ ਜ਼ਿਆਦਾ ਪਾਵਰਾਂ ਕੇਂਦਰ ਨੂੰ ਦੇਣ ਦਾ ਕਨਸੈਪਟ ਕੈਨੇਡਾ। ਤਾਂ ਕੋਈ ਵੀ ਕੁਐਸਚਨ ਆਏ ਜੇ ਤੁਹਾਨੂੰ ਸਾਨੂੰ ਆਈਡੀਆ ਹੈ ਕਿ ਜ਼ਿਆਦਾ ਪਾਵਰਾਂ ਕੇਂਦਰ ਬਾਰੇ ਗੱਲ ਕਰ ਰਿਹਾ, ਤਾਂ ਆਨਸਰ ਆਪਣਾ ਕੀ ਹੋਏਗਾ ਜੀ, ਕੈਨੇਡਾ ਹੋਏਗਾ। ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਜੀ, ਜੁਰਿਡਿਕਸ਼ਨ ਆਫ ਸਲਾਹਕਾਰੀ ਅਧਿਕਾਰ, ਐਡਵਾਈਜ਼ਰੀ ਜੁਰਿਡਿਕਸ਼ਨ ਆਫ ਸੁਪਰੀਮ ਕੋਰਟ, ਐਡਵਾਈਜ਼ਰੀ jurisdiction of Supreme Court, ਜਿਹਦਾ ਵਰਣਨ ਸਾਨੂੰ ਕਿੱਥੇ ਮਿਲਦਾ, ਆਰਟੀਕਲ 143। ਜਿਹੜੀ ਸਾਡੀ ਸੁਪਰੀਮ ਕੋਰਟ ਹੈ, ਉਹ ਸੁਪਰੀਮ ਕੋਰਟ ਰਾਸ਼ਟਰਪਤੀ ਨੂੰ ਸਲਾਹ ਦੇ ਸਕਦੀ, ਤਾਂ ਉਹ ਰਾਸ਼ਟਰਪਤੀ ਦੀ ਮਰਜ਼ੀ ਨਾਲ ਸਲਾਹ ਨਹੀਂ ਦੇਗੀ। ਜਦੋਂ ਰਾਸ਼ਟਰਪਤੀ ਨੂੰ ਕੋਈ ਮਤਲਬ ਕਿਸੇ ਕਾਨੂੰਨੀ ਮੁੱਦੇ ਦੇ ਉੱਪਰ ਸਮਝ ਨਹੀਂ ਆ ਰਹੀ, ਤਾਂ ਉਹ ਜਿਹੜਾ ਕੀ ਹੈ ਸੁਪਰੀਮ ਕੋਰਟ ਤੋਂ ਉਸ ਮੁੱਦੇ ਦੇ ਉੱਪਰ ਜਿਹੜਾ ਕੀ ਹੈ ਸਲਾਹ ਲੈ ਸਕਦਾ। ਤਾਂ ਇਹ ਜਿਹੜਾ ਰਾਈਟ ਹੈ ਜੀ, ਐਡਵਾਈਜ਼ਰੀ ਜੁਰਿਡਿਕਸ਼ਨ ਆਫ ਸੁਪਰੀਮ ਕੋਰਟ, ਕਿ ਸੁਪਰੀਮ ਕੋਰਟ ਕੋਲ ਇੱਕ ਸਲਾਹਕਾਰੀ ਅਧਿਕਾਰ ਹੈ ਰਾਸ਼ਟਰਪਤੀ ਨੂੰ ਸਲਾਹ ਦੇਣ ਦਾ। ਤਾਂ ਇਹ ਚੀਜ਼ ਆਪਾਂ ਕਿੱਥੋਂ ਲਈ ਹੈ ਜੀ, ਕੈਨੇਡਾ ਦੇ ਸੰਵਿਧਾਨ ਤੋਂ। ਤੇ ਕਾਫੀ ਵਾਰ ਪੁੱਛਿਆ ਜਾਂਦਾ ਹੈ, ਇਹਦਾ ਵਰਣਨ ਕਿੱਥੇ, ਆਰਟੀਕਲ 143 ਦੇ ਵਿੱਚ। ਨਾਮ ਕੀ ਹੈ ਜੀ, ਸਲਾਹਕਾਰੀ ਅਧਿਕਾਰ ਖੇਤਰ ਜਾਂ ਸਲਾਹਕਾਰੀ ਅਧਿਕਾਰ। ਕਿਹਨੂੰ ਸਲਾਹ ਦਿੱਤੀ ਜਾਂਦੀ ਹੈ, ਰਾਸ਼ਟਰਪਤੀ ਨੂੰ, ਕਿਹਦੇ ਵੱਲੋਂ, ਸੁਪਰੀਮ ਕੋਰਟ ਵੱਲੋਂ, ਆਰਟੀਕਲ 143। ਤੇ ਇਹ ਚੀਜ਼ਾਂ ਯਾਦ ਰੱਖਣੀਆਂ ਨੇ, ਇਹ ਆਪਾਂ ਕਿੱਥੋਂ ਲਈਆਂ ਨੇ, ਕੈਨੇਡਾ ਦੇ ਸੰਵਿਧਾਨ। ਨੈਕਸਟ ਆਪਾਂ ਦੇਖਦੇ ਹਾਂ ਜੀ ਫਰਾਂਸ ਦੇ ਸੰਵਿਧਾਨ ਤੋਂ ਕੀ ਲਿਆ ਜੀ ਆਪਾਂ, ਫ੍ਰੈਂਚ ਕਨਸਟੀਟਿਊਸ਼ਨ। ਫਰਾਂਸ ਦੇ ਸੰਵਿਧਾਨ ਤੋਂ ਕੀ ਲੈ ਰਹੇ ਹਾਂ, ਤਾਂ ਇੱਥੋਂ ਆਪਾਂ ਲਈਏ ਇੱਕ ਤਾਂ ਰਿਪਬਲਿਕ ਵਾਲਾ ਕਨਸੈਪਟ, ਰਿਪਬਲਿਕ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਗਣਤੰਤਰ। ਆਪਾਂ ਰਿਪਬਲਿਕ ਡੇ ਕਦੋਂ ਸੈਲੀਬ੍ਰੇਟ ਕਰਦੇ ਹਾਂ ਜੀ, 26 ਜਨਵਰੀ 1950, ਕਿਉਂਕਿ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੁੰਦਾ ਹੈ, ਤੇ ਸੰਵਿਧਾਨ ਲਾਗੂ ਹੋਣ ਦੇ ਨਾਲ ਹੀ ਸਾਡਾ ਦੇਸ਼ ਕੀ ਬਣ ਜਾਂਦਾ ਹੈ, ਗਣਤੰਤਰ। ਤਾਂ ਆਪਾਂ ਪਿਛਲੀ ਕਲਾਸ 'ਚ ਦੇਖਿਆ ਜਿਹੜਾ ਇੱਕ ਚੀਜ਼ ਦੇਖੀ ਗਣਤੰਤਰ, ਇੱਕ ਆਪਾਂ ਦੇਖਿਆ ਰਾਜਤੰਤਰ, ਅਲਪਤੰਤਰ, ਕੁਲੀਨ ਤੰਤਰ। ਤਾਂ ਇਹਨਾਂ ਦੀਆਂ ਟਰਮਸ ਦੇਖੀਆਂ ਸੀ, ਰਾਜਤੰਤਰ, ਗਣਤੰਤਰ, ਕੁਲੀਨ ਤੰਤਰ, ਅਲਪਤੰਤਰ। ਇਦਾਂ ਦੀਆਂ ਜਿਹੜੀਆਂ ਟਰਮ ਦੇਖੀਆਂ ਸੀ, ਉਹਨਾਂ ਚੋਂ ਇੱਕ ਰਾਜਤੰਤਰ ਤੇ ਇੱਕ ਗਣਤੰਤਰ। ਇਹ ਆਪਣੇ ਜ਼ਿਆਦਾ ਕੰਮ ਦੀਆਂ ਨੇ। ਤਾਂ ਰਾਜਤੰਤਰ ਜਿਹੜੇ ਦੇਸ਼ ਦਾ ਹੈੱਡ ਕੌਣ ਹੁੰਦਾ ਹੈ, ਰਾਜਾ ਜਾਂ ਰਾਣੀ ਹੋਏਗੀ, ਜਿਹਦੀ ਪੋਸਟ ਕੀ ਹੁੰਦੀ ਹੈ ਜੀ, ਜੱਦੀ ਹੁੰਦੀ ਹੈ। ਰਾਜਾ ਜਾਂ ਰਾਣੀ, ਉਹਦੀ ਡੈਥ ਹੋਈ, ਅੱਗੇ ਉਹਦੀ ਫੈਮਿਲੀ 'ਚ ਕੋਈ ਜਿਹੜਾ ਮੈਂਬਰ ਹੈ ਆਪਦੀ ਲਾਈਫ ਟਾਈਮ ਦਾ ਜਿਹੜਾ ਉੱਥੋਂ ਦਾ ਹੈੱਡ ਰਹੇਗਾ, ਜਿਹਨੂੰ ਆਪਾਂ ਕਹਿੰਦੇ ਹਾਂ ਮੋਨਾਰਕੀ, ਮੋਨਾਰਕੀ। ਤੇ ਗਣਤੰਤਰ ਕੀ ਹੁੰਦਾ ਹੈ, ਰਿਪਬਲਿਕ, ਜਦੋਂ ਕਿਸੇ ਦੇਸ਼ ਦਾ ਹੈੱਡ ਲੋਕਾਂ ਵੱਲੋਂ ਨਿਸ਼ਚਿਤ ਟਾਈਮ ਲਈ ਚੁਣਿਆ ਜਾਂਦਾ ਹੈ, ਉਹ ਚੀਜ਼ ਕੀ ਹੁੰਦੀ ਹੈ ਜੀ, ਰਿਪਬਲਿਕ ਜਾਂ ਗਣਤੰਤਰ। ਤੇ ਸਾਡਾ ਦੇਸ਼ ਕੀ ਹੈ ਜੀ, ਗਣਤੰਤਰ ਹੈ ਜਾਂ ਰਿਪਬਲਿਕ ਹੈ। ਇਸੇ ਕਰਕੇ ਆਪਾਂ 26 ਜਨਵਰੀ ਨੂੰ ਜਿਹੜਾ ਹਰੇਕ ਸਾਲ ਜਿਹੜਾ ਕੀ ਹੈ ਗਣਤੰਤਰ ਦੇ ਜਿਹੜਾ ਦਿਵਸ ਹੈ ਸੈਲੀਬ੍ਰੇਟ ਕਰਦੇ ਹਾਂ। ਤੇ ਅਸੀਂ ਕਦੋਂ ਗਣਤੰਤਰ ਬਣੇ, 26 ਜਨਵਰੀ 1950। ਤੇ ਸਾਡੇ ਦੇਸ਼ ਦਾ ਮੁਖੀ ਕੌਣ ਹੈ, ਰਾਸ਼ਟਰਪਤੀ। ਤਾਂ ਰਾਸ਼ਟਰਪਤੀ ਨਿਸ਼ਚਿਤ ਸਮੇਂ ਲਈ 5 ਸਾਲ ਲਈ ਜਿਹੜਾ ਕੀ ਹੈ ਇਨਡਾਇਰੈਕਟ ਵੇ ਨਾਲ ਜਨਤਾ ਵੱਲੋਂ ਚੁਣਿਆ ਜਾਂਦਾ ਹੈ। ਤਾਂ ਜਿਹੜਾ ਇਹ ਚੀਜ਼ ਹੈ ਕਿ ਸਾਡੇ ਦੇਸ਼ ਦਾ ਮੁਖੀ ਲੋਕਾਂ ਵੱਲੋਂ ਚੁਣਿਆ ਜਾਏਗਾ, ਨਿਸ਼ਚਿਤ ਟਾਈਮ ਲਈ ਚੁਣਿਆ ਜਾਏਗਾ। ਤਾਂ ਇਹ ਚੀਜ਼ ਆਪਾਂ ਕਿੱਥੋਂ ਲਈ ਹੈ, ਫਰਾਂਸ ਦੇ ਸੰਵਿਧਾਨ ਤੋਂ। ਠੀਕ ਹੈ ਜੀ। ਨੈਕਸਟ ਆਪਾਂ ਦੇਖਣਾ ਫਰਾਂਸ ਦੇ ਸੰਵਿਧਾਨ ਤੋਂ ਹੋਰ ਕੀ ਲਿਆ ਜੀ, ਇੱਕ ਆਪਾਂ ਲਿਆ ਲਿਬਰਟੀ ਦਾ ਕਨਸੈਪਟ, ਇਕੁਐਲਿਟੀ ਦਾ ਕਨਸੈਪਟ, ਇੱਕ ਆਪਾਂ ਲਿਆ ਜੀ ਫਰਟਰਨਿਟੀ। ਭਾਵ ਸੁਤੰਤਰਤਾ, ਸਮਾਨਤਾ, ਭਾਈਚਾਰਾ। ਜਿਹੜੇ ਤਿੰਨੋਂ ਜਿਹੜੇ ਵਰਡ ਨੇ ਸਾਨੂੰ ਕਿਤੇ ਦੇਖਣ ਨੂੰ ਮਿਲਦੇ ਨੇ ਲੈਂਗੁਏਜ ਪ੍ਰੈਂਬਲ ਵਿੱਚ। ਜਿਹੜੇ ਸਾਡੇ ਸੰਵਿਧਾਨ ਦੇ ਉਦੇਸ਼ ਨੇ ਉਹਨਾਂ ਦਾ ਵਰਣਨ ਕਿੱਥੇ ਮਿਲਦਾ, ਪ੍ਰੈਂਬਲ ਵਿੱਚ। ਤਾਂ ਇਹ ਕੀ ਨੇ ਸਾਡੇ ਸੰਵਿਧਾਨ ਦੇ, ਜੋ ਸੰਵਿਧਾਨ ਬਣਾਉਣ ਦੇ ਉਦੇਸ਼ ਨੇ, ਆਬਜੈਕਟਿਵ ਨੇ।
ਲਿਬਰਟੀ ਇਕੁਐਲਿਟੀ ਤੇ ਫਰਟਰਨਿਟੀ, ਭਾਵ ਕਿ ਅਸੀਂ ਭਾਰਤ ਦੇ ਲੋਕਾਂ ਨੂੰ ਕੀ ਦੇਣੀ ਹੈ, ਸੁਤੰਤਰਤਾ ਦੇਣੀ ਹੈ, ਸਮਾਨਤਾ ਦੇਣੀ ਹੈ ਤੇ ਉਹਨਾਂ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਹੈ। ਤਾਂ ਇਹ ਚੀਜ਼ ਆਪਾਂ ਕਿੱਥੋਂ ਕਾਪੀ ਕੀਤੀ ਹੈ ਜੀ, ਫਰਾਂਸ ਦੇ ਸੰਵਿਧਾਨ ਤੋਂ। ਤਾਂ ਇਹ ਜਿਹੜੀ ਚੀਜ਼ ਹੈ ਕਦੋਂ ਆਉਂਦੀ ਹੈ ਜੀ, ਫਰਾਂਸ ਵਿੱਚ 1799 ਦੀ ਕ੍ਰਾਂਤੀ ਰਾਹੀਂ। ਤਾਂ 1799 ਦੀ ਕ੍ਰਾਂਤੀ ਹੁੰਦੀ ਹੈ ਜੀ, ਜਿਹੜੀ 1799 ਸ਼ੁਰੂ ਹੋਏਗੀ ਫਰਾਂਸ ਦੇ ਵਿੱਚ। ਤਾਂ ਇਹ ਕ੍ਰਾਂਤੀ ਜਿਹੜਾ ਨਾਰਾ ਸੀਗਾ, ਉਹ ਨਾਰੇ ਦਾ ਨਾਮ ਕੀ ਸੀਗਾ, ਸੁਤੰਤਰਤਾ, ਸਮਾਨਤਾ ਤੇ ਭਾਈਚਾਰਾ। ਤਾਂ ਉਹ ਜਿਹੜੀ ਚੀਜ਼ ਆਪਾਂ ਪ੍ਰਾਇਮਰੀ ਦੇ ਵਿੱਚ ਅਸੀਂ ਪੜ੍ਹਦੇ ਆ। ਤਾਂ ਇਹ ਜਿਹੜਾ ਆਬਜੈਕਟਿਵ ਨੇ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ, ਜਿਹੜੇ ਸਾਨੂੰ ਕਿੱਥੇ ਦੇਖਣ ਮਿਲਦੇ ਨੇ, ਪ੍ਰਾਇਮਰੀ। ਤਾਂ ਇਹ ਪ੍ਰਾਇਮਰੀ ਦੇ ਜਿਹੜੇ ਇਹ ਵਰਡ ਆਣਗੇ, ਇਹ ਵਰਡ ਦਾ ਆਪਾਂ ਕਨਸੈਪਟ ਕਿੱਥੋਂ ਲਿਆ ਜੀ, ਜਿਹੜਾ ਫਰਾਂਸ ਦੇ ਸੰਵਿਧਾਨ ਤੋਂ। ਨੈਕਸਟ ਆਪਾਂ ਦੇਖਦੇ ਹਾਂ ਜੀ, ਇੱਕ ਤਾਂ ਰਿਪਬਲਿਕ ਹੋ ਗਿਆ, ਲਿਬਰਟੀ, ਇਕੁਐਲਿਟੀ ਤੇ ਫਰਟਰਨਿਟੀ। ਹਾਂਜੀ, ਇਹ ਦੋ ਚੀਜ਼ਾਂ ਜਿਹੜਾ ਆਪਾਂ ਫਰਾਂਸ ਤੋਂ ਲਈਆਂ। ਫਿਰ ਆਪਾਂ ਦੇਖਦੇ ਹਾਂ ਜੀ ਆਇਰਿਸ਼ ਕਨਸਟੀਟਿਊਸ਼ਨ। ਇਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜਰਮਨੀ ਦਾ। ਜਿਹਨੂੰ ਕਹਿੰਦੇ ਆ ਵੀਮਰ ਕਨਸਟੀਟਿਊਸ਼ਨ। ਜਰਮਨੀ ਦਾ ਕਨਸਟੀਟਿਊਸ਼ਨ ਜਾਂ ਫਿਰ ਆਪਾਂ ਕਹਿੰਦੇ ਆ ਜੀ ਵੀਮਰ ਕਨਸਟੀਟਿਊਸ਼ਨ ਜਾਂ ਵਾਈਮਰ ਕਨਸਟੀਟਿਊਸ਼ਨ। ਤਾਂ ਜਰਮਨੀ ਦੇ ਵਿੱਚ ਆਪਾਂ ਦੇਖਦੇ ਹਾਂ ਵਰਲਡ ਵਾਰ 2 ਦੇ ਦੌਰਾਨ ਇੱਕ ਵਿਅਕਤੀ ਸੀ ਜਿਹਨੇ ਜਰਮਨੀ ਨੂੰ ਕਾਫੀ ਜ਼ਿਆਦਾ ਪ੍ਰਮੋਟ ਕੀਤਾ ਸੀ ਵਰਲਡ ਵਾਰ 1 ਤੋਂ ਬਾਅਦ। ਵਿਅਕਤੀ ਦੇ ਨਾਮ ਸਭ ਜਾਣਦੇ ਨੇ ਜੀ, ਹਿਟਲਰ। ਤਾਂ ਜਿੱਥੇ ਹਿਟਲਰ ਦਾ ਰਾਜ ਹੋਏਗਾ ਆਪਾਂ ਨੂੰ ਪਤਾ ਉੱਥੇ ਕੀ ਹੋਏਗਾ, ਸਾਡੇ ਰਾਈਟ ਨੇ ਉਹ ਕੀ ਹੋ ਜਾਣਗੇ, ਖਤਮ ਹੋ ਜਾਣਗੇ। ਕਿਹਦੀ ਚੱਲੇਗੀ, ਹਿਟਲਰ ਕੋਲ ਸੀ ਕਿ ਤਾਨਾਸ਼ਾਹ ਸੀ। ਤੇ ਤਾਨਾਸ਼ਾਹ ਦੇ ਸਾਹਮਣੇ ਜਿਹੜਾ ਕੀ ਹੈ, ਜਿਹੜੇ ਆਮ ਨਾਗਰਿਕ ਨੇ ਉਹਨਾਂ ਦੇ ਰਾਈਟ ਕੀ ਹੁੰਦੇ ਨੇ ਸੀ, ਖਤਮ ਹੁੰਦੇ ਨੇ। ਸਭ ਕੁਝ ਕਿਹਦੇ ਅਨੁਸਾਰ ਚੱਲਦਾ, ਉਸ ਤਾਨਾਸ਼ਾਹੀ ਵਿਅਕਤੀ ਵੱਲੋਂ। ਤਾਂ ਇਹ ਚੀਜ਼ ਮੈਂ ਕਿਉਂ ਦੱਸ ਰਿਹਾ, ਤਾਂ ਹਿਟਲਰ ਦਾ ਨਾਮ ਕਿਉਂ ਲੈ ਰਿਹਾ, ਕਿਉਂਕਿ ਉਹ ਹਿਟਲਰ ਕਿੱਥੋਂ ਦਾ ਰਹਿਣ ਵਾਲਾ ਸੀ, ਜਰਮਨੀ ਦਾ। ਤੇ ਆਪਾਂ ਪਿੱਛੇ ਗੱਲ ਕੀਤੀ ਸੀ ਕਿ ਜਿਹੜੇ ਐਮਰਜੈਂਸੀ ਪ੍ਰੋਵੀਜ਼ਨ ਵਾਲੀ ਤਿੰਨ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਸੀ ਐਮਰਜੈਂਸੀ ਪ੍ਰੋਵੀਜ਼ਨ ਨਾਲ ਰਿਲੇਟਡ। ਆਪਾਤਕਾਲੀ ਸ਼ਕਤੀਆਂ ਕਿਹੜੇ ਭਾਗ ਚ ਨੇ, 18 ਵਿੱਚ, ਆਰਟੀਕਲ 352 ਤੋਂ 360। ਜੇਕਰ ਕੁਐਸਚਨ ਆਉਂਦਾ ਕਿ ਐਮਰਜੈਂਸੀ ਪ੍ਰੋਵੀਜ਼ਨ ਦਾ ਕਨਸੈਪਟ ਕਿੱਥੋਂ ਲਿਆ ਜਾ ਰਿਹਾ, ਉੱਥੇ ਆਪਣਾ ਆਨਸਰ ਕੀ ਹੁੰਦਾ, 1935 ਦਾ ਐਕਟ। ਜੇਕਰ ਕੁਐਸਚਨ ਇਹ ਆਉਂਦਾ ਹੈ ਕਿ ਐਮਰਜੈਂਸੀ ਦੇ ਦੌਰਾਨ ਸਾਡੇ ਫੰਡਾਮੈਂਟਲ ਰਾਈਟ ਸਸਪੈਂਡ ਕੀਤੇ ਜਾ ਸਕਦੇ ਨੇ, ਸਸਪੈਂਡ ਕੀਤੇ ਮਤਲਬ ਕਿ ਕੁਝ ਢਾਈ ਜਿਹੜੇ ਰਾਈਟ ਨੇ ਖਤਮ ਕਰਤੇ, ਤਾਂ ਉੱਥੇ ਆਨਸਰ ਸਾਡਾ ਕੀ ਆਉਂਦਾ ਫਿਰ, ਜਰਮਨੀ। ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਡਿਊਰਿੰਗ ਐਮਰਜੈਂਸੀ, ਭਾਵ ਕਿ ਐਮਰਜੈਂਸੀ ਦੇ ਦੌਰਾਨ ਸਾਡੇ ਫੰਡਾਮੈਂਟਲ ਰਾਈਟ ਸਸਪੈਂਡ ਕੀਤੇ ਜਾ ਸਕਦੇ ਨੇ, ਮੁਅੱਤਲ ਕੀਤੇ ਜਾ ਸਕਦੇ ਨੇ। ਇਹ ਚੀਜ਼ ਆਪਾਂ ਕਿੱਥੋਂ ਲਈ ਹੈ, ਜਰਮਨੀ ਦੇ ਸੰਵਿਧਾਨ ਤੋਂ। ਕਿੱਦਾਂ ਯਾਦ ਰੱਖਾਂਗੇ ਕਿ ਇਹ ਚੀਜ਼ ਜਰਮਨੀ ਦੇ ਸੰਵਿਧਾਨ ਤੋਂ ਲਈ ਹੈ। ਜਰਮਨੀ ਦੇ ਵਿੱਚ ਖਾਸ ਵਿਅਕਤੀ ਦਾ ਨਾਮ ਯਾਦ ਆਉਂਦਾ, ਹਿਟਲਰ। ਹਿਟਲਰ ਕੌਣ ਸੀ, ਤਾਨਾਸ਼ਾਹ, ਜਿਸ ਕਰਕੇ ਉੱਥੇ ਨਾਗਰਿਕਾਂ ਦੇ ਅਧਿਕਾਰ ਕੀ ਸੀ, ਖਤਮ ਸੀ। ਤਾਂ ਨਾਗਰਿਕਾਂ ਦੇ ਅਧਿਕਾਰਾਂ ਨੂੰ ਸਸਪੈਂਡ ਕਰਨ, ਘਟਾਉਣ ਜਾਂ ਮੁਅੱਤਲ ਕਰਨ ਦੀ ਗੱਲ ਆਉਂਦੀ ਹੈ ਤਾਂ ਉਹਨੂੰ ਆਪਾਂ ਕਿਹਦੇ ਨਾਲ ਲਿੰਕ ਕਰਾਂਗੇ, ਹਿਟਲਰ ਨਾਲ। ਹਿਟਲਰ ਕਿੱਥੋਂ ਦਾ ਰਹਿਣ ਵਾਲਾ ਹੈ, ਜਰਮਨੀ। ਇਹ ਚੀਜ਼ ਆਪਾਂ ਯਾਦ ਰੱਖਾਂਗੇ। ਇੱਕ ਚੀਜ਼, ਤੀਜੀ ਚੀਜ਼ ਆਪਾਂ ਦੇਖੀ ਸੀ ਜਿਹੜੀ ਫਾਈਨੈਂਸ਼ੀਅਲ ਐਮਰਜੈਂਸੀ, ਉਹ ਆਪਾਂ ਕਿੱਥੋਂ ਲਈ ਹੈ, USA ਦੇ ਸੰਵਿਧਾਨ। ਤਾਂ ਫਰਾਂਸ ਬਾਰੇ ਦੋ ਹੀ ਚੀਜ਼ਾਂ ਰੱਖੀਆਂ, ਰਿਪਬਲਿਕ ਵਾਲਾ ਕਨਸੈਪਟ, ਲਿਬਰਟੀ, ਇਕੁਐਲਿਟੀ ਤੇ ਫਰਟਰਨਿਟੀ ਜਿਹੜੇ ਪ੍ਰਾਇਮਰੀ ਦੇ ਵਿੱਚ ਨੇ। ਤੇ ਫਿਰ ਆਪਾਂ ਦੇਖਿਆ ਜਰਮਨੀ ਜਾਂ ਵਾਈਮਰ ਸੰਵਿਧਾਨ ਤੋਂ ਕੀ ਲਿਆ ਜੀ ਆਪਾਂ, ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟ ਡਿਊਰਿੰਗ ਐਮਰਜੈਂਸੀ, ਜਾਂ ਐਮਰਜੈਂਸੀ ਦੇ ਦੌਰਾਨ ਫੰਡਾਮੈਂਟਲ ਰਾਈਟ ਨੂੰ ਸਸਪੈਂਡ ਕਰਨਾ। ਨੈਕਸਟ ਆਪਾਂ ਚੱਲਦੇ ਹਾਂ ਜੀ ਆਇਰਲੈਂਡ ਦੇ ਸੰਵਿਧਾਨ ਤੇ, ਆਇਰਿਸ਼ ਕਨਸਟੀਟਿਊਸ਼ਨ। ਆਇਰਲੈਂਡ ਦੇ ਸੰਵਿਧਾਨ ਤੋਂ ਆਪਾਂ ਕੀ ਲਿਆ ਜੀ, ਇੱਕ ਤਾਂ ਆਪਾਂ ਲੈ ਨੇ DPSP, ਜਿਹਨੂੰ ਆਪਾਂ ਕਹਿੰਦੇ ਆ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਕਿੱਥੇ ਵਰਣਨ ਹੈ ਇਹਨਾਂ ਦੇ, ਭਾਗ ਨੰਬਰ 4 ਵਿੱਚ, ਆਰਟੀਕਲ 36 ਤੋਂ 51। ਫਿਰ ਆਪਾਂ ਹੁਣ ਇੱਥੋਂ ਕੀ ਲਿਆ ਜੀ, ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਕਿ ਰਾਸ਼ਟਰਪਤੀ ਦੀ ਜਿਹੜੀ ਚੋਣ ਪ੍ਰਕਿਰਿਆ ਕਿੱਦਾਂ ਦੀ ਹੋਏਗੀ, ਕਿਵੇਂ ਚੁਣਿਆ ਜਾਏਗਾ, ਉਹ ਚੀਜ਼ ਆਪਾਂ ਕਿੱਥੋਂ ਕਾਪੀ ਕਰ ਰਹੇ ਸੀ, ਆਇਰਲੈਂਡ ਦੇ ਸੰਵਿਧਾਨ ਤੋਂ। ਹੁਣ ਆਪਾਂ ਦੇਖਿਆ ਸੀ ਸੰਸਦ ਦੇ ਦੋ ਜਿਹੜੇ ਹਾਊਸ ਹੁੰਦੇ ਨੇ ਜਾਂ ਦੋ ਸਦਨ ਹੁੰਦੇ ਨੇ, ਇੱਕ ਹੁੰਦਾ ਲੋਕ ਸਭਾ, ਇੱਕ ਹੁੰਦਾ ਰਾਜ ਸਭਾ। ਤੇ ਰਾਜ ਸਭਾ ਦੇ ਵਿੱਚ ਜਿਹੜਾ ਕੁਝ ਮੈਂਬਰ ਰਾਸ਼ਟਰਪਤੀ ਵੱਲੋਂ ਨੋਮੀਨੇਟ ਕੀਤੇ ਜਾਂਦੇ ਨੇ। ਤਾਂ ਰਾਸ਼ਟਰਪਤੀ ਆਪਾਂ ਦੇਖਦੇ ਹਾਂ ਕਿ 12 ਮੈਂਬਰ ਨੋਮੀਨੇਟ ਕਰਦਾ ਹੈ ਜੀ ਰਾਜ ਸਭਾ ਵਿੱਚ। ਕਿੱਥੋਂ ਕਿੱਥੋਂ ਕਰਦਾ ਹੈ ਜੀ,
ਤਾਂ ਇੱਕ ਜਿਹੜਾ ਲਿਟਰੇਚਰ ਦੇ ਵਿੱਚੋਂ, ਸਾਇੰਸ ਦੇ ਵਿੱਚੋਂ, ਸੋਸ਼ਲ ਸਰਵਿਸ ਦੇ ਵਿੱਚੋਂ, ਠੀਕ ਹੈ, ਆਰਟ ਦੇ ਵਿੱਚੋਂ ਜਿਹੜੇ 12 ਵਿਅਕਤੀ ਨੇ ਉਹਦੇ ਵਿਅਕਤੀ ਰਾਜ ਸਭਾ ਦੇ ਵਿੱਚ ਭੇਜੇ ਜਾਂਦੇ ਕਿਹਦੇ ਵੱਲੋਂ? ਰਾਸ਼ਟਰਪਤੀ ਵੱਲੋਂ। ਤਾਂ ਉਹ ਚੀਜ਼ ਵੀ ਆਪਾਂ ਕਿੱਥੋਂ ਲੈ ਰਹੇ ਹਾਂ ਜੀ? ਆਇਰਲੈਂਡ ਦੇ ਸੰਵਿਧਾਨ ਤੋਂ। ਨੋਮੀਨੇਸ਼ਨ ਆਫ ਮੈਂਬਰ ਆਫ ਰਾਜ ਸਭਾ ਬਾय ਪ੍ਰੈਜ਼ੀਡੈਂਟ। ਤਾਂ ਪ੍ਰੈਜ਼ੀਡੈਂਟ ਵੱਲੋਂ ਰਾਜ ਸਭਾ ਚ ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ। ਕਿੰਨੇ ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ? 12 ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ। ਤਾਂ ਰਾਸ਼ਟਰਪਤੀ 12 ਮੈਂਬਰ ਨਾਮਜ਼ਦ ਕਰੇਗਾ ਜਿਹੜਾ ਕੀ ਹੈ ਰਾਜ ਸਭਾ ਵਿੱਚ। ਇਹ ਕਨਸੈਪਟ ਆਪਾਂ ਕਿੱਥੋਂ ਲਿਆ ਜੀ? ਆਇਰਲੈਂਡ ਦੇ ਸੰਵਿਧਾਨ ਤੋਂ। ਤਾਂ ਤਿੰਨ ਚੀਜ਼ਾਂ ਯਾਦ ਰੱਖਣੀਆਂ ਆਇਰਲੈਂਡ ਦੇ ਸੰਵਿਧਾਨ ਵਿੱਚ। ਤਾਂ DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿਹੜੇ ਕੀ ਨੇ ਨਿਆਂਯੋਗ ਨਹੀਂ ਹਨ, ਜਿਹਨਾਂ ਨੂੰ ਲਾਗੂ ਕਰਵਾਉਣ ਲਈ ਇਸ ਅਦਾਲਤ ਵਿੱਚ ਨਹੀਂ ਜਾ ਸਕਦੇ, ਜਿਹਨਾਂ ਦਾ ਵਰਣਨ ਕੀਤੇ ਭਾਗ ਨੰਬਰ 4 ਵਿੱਚ ਆਰਟੀਕਲ 36 ਤੋਂ 51। ਫਿਰ ਆਪਾਂ ਕੀ ਦੇਖਿਆ? ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਕਿ ਰਾਸ਼ਟਰਪਤੀ ਦੇ ਇਲੈਕਸ਼ਨ ਕਿਹੜੇ ਤਰੀਕੇ ਨਾਲ ਕਰਵਾਏ ਜਾਣਗੇ? ਆਇਰਲੈਂਡ ਦੇ ਸੰਵਿਧਾਨ ਤੋਂ। ਤੇ ਰਾਸ਼ਟਰਪਤੀ ਵੱਲੋਂ ਜਿਹੜੇ 12 ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ ਰਾਜ ਸਭਾ ਚ, ਉਹ ਚੀਜ਼ ਵੀ ਆਪਾਂ ਕਿੱਥੋਂ ਲਈ ਹੈ ਜੀ? ਆਇਰਲੈਂਡ ਦੇ ਸੰਵਿਧਾਨ। ਨੈਕਸਟ ਹੈ ਜੀ ਆਪਣੇ ਕੋਲ ਜਾਪਾਨ ਜਾਂ ਜੈਪਨੀਜ਼ ਕਨਸਟੀਟਿਊਸ਼ਨ। ਤਾਂ ਜਾਪਾਨ ਤੋਂ ਇੱਕ ਚੀਜ਼ ਆਪਾਂ ਯਾਦ ਰੱਖਣੀ ਹੈ, ਰੂਲ ਐਸਟੈਬਲਿਸ਼ ਬਾਏ ਲਾ। ਰੂਲ ਐਸਟੈਬਲਿਸ਼ ਬਾਏ ਲਾ, ਰੂਲ ਐਸਟੈਬਲਿਸ਼ਡ ਬਾਏ ਲਾ ਜਾਂ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ। ਇੱਕ ਆਪਾਂ ਪੜਿਆ ਰੂਲ ਆਫ ਲਾ, ਜਿਹੜਾ ਆਪਾਂ ਕਨਸੈਪਟ ਕਿੱਥੋਂ ਲਿਆ ਜੀ? ਯੂਕੇ ਦੇ ਸੰਵਿਧਾਨ ਤੋਂ। ਇੱਕ ਹੈ ਜੀ ਰੂਲ ਐਸਟੈਬਲਿਸ਼ ਬਾਏ ਲਾ, ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ, ਜਿਹਦਾ ਵਰਣਨ ਸਾਨੂੰ ਕਿੱਥੇ ਮਿਲਦਾ ਜੀ? ਆਰਟੀਕਲ 21 ਦੇ ਵਿੱਚ। ਜਿਹੜਾ ਆਰਟੀਕਲ 21 ਹੈ, ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ, ਜੀਵਨ ਅਤੇ ਨਿੱਜੀ ਸੁਤੰਤਰਤਾ ਦਾ ਜਿਹੜਾ ਅਧਿਕਾਰ ਹੈ, ਉਹ ਸਾਨੂੰ ਕਿੱਥੇ ਦਿਖਦਾ ਹੈ? ਆਰਟੀਕਲ 21 ਦੇ ਵਿੱਚ। ਤਾਂ ਉਹਦੇ ਵਿੱਚ ਇੱਕ ਗੱਲ ਆਉਂਦੀ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਤੋਂ ਬਿਨਾਂ ਅਧਿਕਾਰਾਂ ਤੋਂ ਵਾਂਝੇ ਨਹੀਂ ਕੀਤਾ ਜਾਏਗਾ। ਤਾਂ ਇੱਥੇ ਸਾਨੂੰ ਪਤਾ ਚੱਲਦਾ ਕਿ ਇਹਦੀ ਗੱਲ ਕਿੱਥੇ ਕੀਤੀ ਜਾਂਦੀ? ਆਰਟੀਕਲ 21 ਚ। ਭਾਵ ਜੋ ਕੁਝ ਵੀ ਇੰਡੀਆ ਦੇ ਵਿੱਚ ਹੋਏਗਾ, ਜਿਹੜੀ ਪ੍ਰਕਿਰਿਆ ਹੋਏਗੀ, ਉਹ ਕਿਹਦੇ ਅਕੋਰਡਿੰਗ ਹੋਏਗੀ ਜੀ? ਕਾਨੂੰਨ ਦੇ ਦੁਆਰਾ ਹੀ ਹੋਏਗੀ, ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ। ਤਾਂ ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ ਜੀ? ਜੈਪਨੀਜ਼ ਕਨਸਟੀਟਿਊਸ਼ਨ ਤੋਂ ਜਾਂ ਫਿਰ ਜਾਪਾਨ ਦੇ ਸੰਵਿਧਾਨ ਤੋਂ। ਨੈਕਸਟ ਆਪਾਂ ਦੇਖਦੇ ਹਾਂ ਜੀ, ਆਪਾਂ ਕਿਹੜੇ ਪੜ੍ਹ ਲਿਆ? ਕਿ 1935 ਦਾ ਐਕਟ ਪੜ੍ਹ ਲਿਆ ਸੀ, ਇੱਕ ਆਸਟ੍ਰੇਲੀਅਨ ਕਨਸਟੀਟਿਊਸ਼ਨ ਪੜ੍ਹ ਲਿਆ, ਅਮਰੀਕਨ ਕਨਸਟੀਟਿਊਸ਼ਨ ਪੜ੍ਹ ਲਿਆ, ਬ੍ਰਿਟੇਨ ਵਾਲਾ ਹੋ ਗਿਆ, ਫਰਾਂਸ ਦਾ ਹੋ ਗਿਆ, ਕੈਨੇਡਾ ਦਾ ਹੋ ਗਿਆ, ਆਇਰਲੈਂਡ ਹੋ ਗਿਆ, ਫਰਾਂਸ ਦਾ ਹੋ ਗਿਆ। ਨੈਕਸਟ ਆਪਾਂ ਦੇਖਦੇ ਹਾਂ ਜੀ ਰਸ਼ੀਅਨ ਕਨਸਟੀਟਿਊਸ਼ਨ, ਰਸ਼ੀਅਨ ਕਨਸਟੀਟਿਊਸ਼ਨ ਜਾਂ USSR। ਤਾਂ ਸ਼ੁਰੂ ਵਿੱਚ USSR ਸੀ, ਪਰੰਤੂ ਜਦੋਂ ਉਹਦਾ ਵਿਖੰਡਨ ਹੁੰਦਾ, ਜਿਹੜੀ ਆਪਾਂ ਅੰਦਰ ਇੱਕ ਨਵੀਆਂ ਕੰਟਰੀਆਂ ਬਣ ਜਾਂਦੀਆਂ, ਜਿਨ੍ਹਾਂ ਚ ਇੱਕ ਕੋਈ ਕੰਟਰੀ ਕਿਹੜੀ ਆਉਂਦੀ ਹੈ ਜੀ? ਰੂਸ ਜਾਂ ਰਸ਼ੀਆ। ਤਾਂ ਉਹਦੇ ਸੰਵਿਧਾਨ ਤੋਂ ਹੀ ਆਪਾਂ ਕੁਝ ਕਾਪੀ ਕੀਤਾ ਜੀ। ਕੀ ਕੁਝ ਕਾਪੀ ਕੀਤਾ ਆਪਾਂ ਉਹ ਦੇਖਦੇ ਹਾਂ। ਇੱਕ ਤਾਂ ਸਭ ਤੋਂ ਪਹਿਲਾਂ ਆਉਂਦਾ ਜੀ ਸਾਡੇ ਕੋਲ ਫੰਡਾਮੈਂਟਲ ਡਿਊਟੀਜ਼, ਫੰਡਾਮੈਂਟਲ ਡਿਊਟੀਜ਼, ਜਿਨ੍ਹਾਂ ਦਾ ਵਰਣਨ ਸਾਨੂੰ ਕਿੱਥੇ ਦੇਖਣ ਨੂੰ ਮਿਲਦਾ? ਭਾਰਤੀ ਸੰਵਿਧਾਨ ਦੇ ਭਾਗ ਨੰਬਰ 4A ਦੇ ਵਿੱਚ। ਤੇ ਆਰਟੀਕਲ 51A ਤੋਂ K ਤੱਕ 11 ਜਿਹੜੇ ਆਰਟੀਕਲ ਨੇ ਇਹਦੇ ਵਿੱਚ 51A 51B ਇਦਾਂ 51K ਤੱਕ। ਤਾਂ ਕਿਹੜੇ ਭਾਗ ਚ ਨੇ? 4A। ਹੁਣ ਕੈਪੀਟਲ A ਦੇ ਨਾਲ ਵਰਤਿਆ ਗਿਆ, ਮਤਲਬ ਕਿ ਭਾਰਤੀ ਸੰਵਿਧਾਨ ਚ ਬਾਅਦ ਚ ਜੋੜਿਆ ਗਿਆ ਇਹਨਾਂ ਨੂੰ। ਠੀਕ ਹੈ ਜੀ। ਜੋੜਿਆ ਕਦੋਂ ਗਿਆ ਇਹਨਾਂ ਨੂੰ? 42ਵੀਂ ਸੋਧ 1976, 42ਵੀਂ ਸੋਧ 1976। ਕਿਹੜੀ ਕਮੇਟੀ ਦੀ ਸਿਫਾਰਿਸ਼ ਤੇ ਜੋੜਿਆ ਗਿਆ? ਸਵਰਨ ਸਿੰਘ ਕਮੇਟੀ। ਕਿਹਦੇ ਟਾਈਮ ਤੇ ਬਣਾਈ ਗਈ ਸੀ? ਤਾਂ ਉਸ ਟਾਈਮ ਤੇ PM ਕੌਣ ਸੀਗਾ ਜੀ? ਇੰਦਰਾ ਗਾਂਧੀ। ਤੇ 42ਵੀਂ ਸੋਧ ਨੂੰ ਆਪਾਂ ਕੀ ਕਹਿੰਦੇ ਆ ਜੀ? ਮਿੰਨੀ ਸੰਵਿਧਾਨ। ਇਸ ਜਿਹੜਾ ਸੋਧ ਰਾਹੀਂ ਭਾਰਤ ਵਿੱਚ ਮੁੱਢਲੇ ਫਰਜ਼ ਨੇ ਜਿਹੜਾ ਉਹਨਾਂ ਨੂੰ ਜੋੜਿਆ ਜਾਂਦਾ, ਫੰਡਾਮੈਂਟਲ ਡਿਊਟੀਜ਼ ਜੋੜੀਆਂ ਜਾਂਦੀਆਂ ਨੇ ਇਸ ਸੋਧ ਰਾਹੀਂ। ਕਿਹੜੇ ਭਾਗ ਚ? 4A ਵਿੱਚ। ਤਾਂ ਫੰਡਾਮੈਂਟਲ ਡਿਊਟੀਜ਼ ਆਪਾਂ ਕਿੱਥੋਂ ਲਈਆਂ ਨੇ ਜੀ? ਜਿਹੜਾ ਆਪਾਂ ਦੇਖਦੇ ਹਾਂ ਰਸ਼ੀਆ ਦੇ ਸੰਵਿਧਾਨ ਤੋਂ। ਫਿਰ ਆਪਾਂ ਦੇਖਣਾ ਜੀ 5 ਈਅਰ ਪਲਾਨਸ, ਜਿਹੜੀਆਂ 5 ਸਾਲਾਂ ਯੋਜਨਾਵਾਂ ਇੰਡੀਆ ਦੇ ਵਿੱਚ ਪਹਿਲਾਂ ਚੱਲਦੀਆਂ ਸੀਗੀਆਂ। ਅੱਜ ਉਹਨਾਂ ਦੀ ਜਗ੍ਹਾ ਕਿਹਨਾਂ ਨੇ ਲੈ ਲਈ ਹੈ ਜੀ? ਨੀਤੀ ਆਯੋਗ।
ਜਿਹੜਾ ਨਰਿੰਦਰ ਮੋਦੀ ਸਰਕਾਰ ਬਣਦੀ ਹੈ ਤਾਂ ਉਹਦੇ ਵੱਲੋਂ ਜਿਹੜਾ ਕਿ 5 ਈਅਰ ਪਲਾਨ ਨੂੰ ਜਿਹੜਾ ਖਤਮ ਕਰਕੇ ਉਹਦੀ ਜਗ੍ਹਾ ਤੇ ਇੱਕ ਨਵੀਂ ਚੀਜ਼ ਲਿਆਂਦੀ ਜਾਂਦੀ ਜਿਹਨੂੰ ਆਪਾਂ ਕਹਿੰਦੇ ਆ ਜੀ ਨੀਤੀ ਆਯੋਗ। ਤੇ ਜਿਹੜੇ 5 ਈਅਰ ਪਲਾਨ ਨੇ ਇਹ ਆਪਾਂ ਕਿੱਥੋਂ ਲਿਆ ਜੀ, ਜਿਹੜਾ ਰਸ਼ੀਆ ਦੇ ਸੰਵਿਧਾਨ ਤੋਂ। ਫਿਰ ਆਪਾਂ ਗੱਲ ਕਰਦੇ ਹਾਂ ਜੀ, ਜਿਹੜਾ ਪ੍ਰੈਮਬਲ ਦੇ ਵਿੱਚ ਸਾਡੇ ਕੋਲ ਇੱਕ ਸ਼ਬਦ ਆਉਂਦਾ ਜਸਟਿਸ, ਜਸਟਿਸ ਜਾਂ ਨਿਆਂ ਦੀ ਧਾਰਨਾ, ਕਨਸੈਪਟ ਆਫ ਜਸਟਿਸ, ਨਿਆਂ ਦੀ ਧਾਰਨਾ, ਕਿ ਅਸੀਂ ਭਾਰਤ ਦੇ ਲੋਕਾਂ ਨੂੰ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਦੇਵਾਂਗੇ। ਇਹਦੀ ਗੱਲ ਕੀਤੀ ਜਾਂਦੀ ਹੈ ਪ੍ਰੈਮਬਲ ਦੇ ਵਿੱਚ, ਪ੍ਰਸਤਾਵਨਾ ਦੇ ਵਿੱਚ। ਤਾਂ ਕਿਹੜਾ ਨਿਆਂ ਦੇਵਾਂਗੇ, ਸਮਾਜਿਕ, ਆਰਥਿਕ ਤੇ ਰਾਜਨੀਤਿਕ। ਤਾਂ ਇਹ ਜਿਹੜਾ ਕਨਸੈਪਟ ਹੈ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਰਸ਼ੀਆ ਦੇ ਸੰਵਿਧਾਨ ਤੋਂ। ਕਿਹੜਾ ਨਿਆਂ ਦੇਵਾਂਗੇ, ਪੋਲੀਟੀਕਲ, ਇਕਨੋਮਿਕਲ, ਸਮਾਜਿਕ, ਆਰਥਿਕ ਤੇ ਰਾਜਨੀਤਿਕ, ਸੋਸ਼ਲ। ਤਾਂ 3 ਪ੍ਰਕਾਰ ਦੇ ਨਿਆਂ ਦੇਣ ਦੀ ਗੱਲ ਕੀਤੀ ਗਈ, ਕਿੱਥੇ ਕੀਤੀ ਗਈ, ਪ੍ਰਸਤਾਵਨਾ ਵਿੱਚ। ਤੇ ਨਿਆਂ ਦਾ ਕਨਸੈਪਟ ਆਪਾਂ ਕਿੱਥੋਂ ਲਿਆ ਜੀ, ਰਸ਼ੀਆ ਦੇ ਸੰਵਿਧਾਨ। ਤਾਂ 3 ਚੀਜ਼ਾਂ ਯਾਦ ਰੱਖਾਂਗੇ ਜੀ, ਇੱਕ ਤਾਂ ਫੰਡਾਮੈਂਟਲ ਡਿਊਟੀਜ਼, 5 ਈਅਰ ਪਲਾਨਸ ਜਿਹਨਾਂ ਨੂੰ ਚੇਂਜ ਕੀਤਾ ਗਿਆ ਕਿਹਦੇ ਰਾਹੀਂ, ਨੀਤੀ ਆਯੋਗ ਰਾਹੀਂ। ਤੇ ਫਿਰ ਆਪਾਂ ਦੇਖਿਆ ਜੀ ਨਿਆਂ ਦੀ ਧਾਰਨਾ ਜਾਂ ਕਨਸੈਪਟ ਆਫ ਜਸਟਿਸ, ਤੇ ਕਿੰਨੇ ਪ੍ਰਕਾਰ ਦੇ ਨਿਆਂ ਦੀ ਗੱਲ ਕੀਤੀ ਗਈ ਹੈ, 3 ਪ੍ਰਕਾਰ ਦੇ, ਸਮਾਜਿਕ, ਆਰਥਿਕ ਤੇ ਰਾਜਨੀਤਿਕ। ਨੈਕਸਟ ਆਪਾਂ ਦੇਖਦੇ ਹਾਂ ਜੀ ਸਾਊਥ ਅਫਰੀਕਾ। ਸਾਊਥ ਅਫਰੀਕਾ ਜਾਂ ਦੱਖਣੀ ਅਫਰੀਕਾ। ਤਾਂ ਇਹ ਜਿਹੜਾ ਦੇਸ਼ ਹੈ, ਇਸ ਤੋਂ ਆਪਾਂ ਕੀ ਕੁਝ ਲੈ ਰਹੇ ਹਾਂ ਜੀ, ਤਾਂ ਇੱਕ ਤਾਂ ਆਪਾਂ ਦੇਖਦੇ ਹਾਂ ਦੇ ਵਿੱਚ ਅਮੈਂਡਮੈਂਟ ਵਾਲਾ ਕਨਸੈਪਟ, ਅਮੈਂਡਮੈਂਟ ਜਿਹਨੂੰ ਆਪਾਂ ਕਹਿੰਦੇ ਆ ਸੋਧ। ਤਾਂ ਸੋਧ ਵੱਲੋਂ ਕੀ ਹੁੰਦਾ ਹੈ, ਕੁਝ ਨਾ ਕੁਝ ਚੇਂਜ ਕਰਨਾ, ਕੁਝ ਨਵਾਂ ਜੋੜਨਾ ਜਾਂ ਕੁਝ ਡਿਲੀਟ ਕਰਨਾ, ਸੋਧਨਾ। ਤਾਂ ਜਿਹੜਾ ਭਾਰਤੀ ਸੰਵਿਧਾਨ ਨੂੰ ਚੇਂਜ ਕੀਤਾ ਜਾ ਸਕਦਾ ਹੈ, ਸੋਧਿਆ ਜਾ ਸਕਦਾ ਹੈ, ਅਮੈਂਡ ਕੀਤਾ ਜਾ ਸਕਦਾ ਹੈ। ਇਹ ਚੀਜ਼ ਦਾ ਵਰਣਨ ਕਿੱਥੇ ਸਾਨੂੰ ਦੇਖਣ ਨੂੰ ਮਿਲਦਾ ਹੈ, ਭਾਗ ਨੰਬਰ 20, ਆਰਟੀਕਲ 368। ਤਾਂ ਭਾਗ ਨੰਬਰ 20 ਚ ਇੱਕੋ ਹੀ ਆਰਟੀਕਲ 368, ਇਸ ਕਰਕੇ ਸਭ ਤੋਂ ਛੋਟਾ ਭਾਗ ਭਾਰਤੀ ਸੰਵਿਧਾਨ ਦਾ ਕਿਹੜਾ ਹੈ ਜੀ, 20 ਨੰਬਰ, ਸਭ ਤੋਂ ਛੋਟਾ ਭਾਗ, ਜਿਹਦੇ ਚ ਇੱਕ ਹੀ ਆਰਟੀਕਲ ਹੈ। ਤੇ ਸਭ ਤੋਂ ਵੱਡਾ ਭਾਗ ਕਿਹੜਾ ਹੈ, ਉਹ ਹੈਗਾ ਜੀ ਵੱਡਾ ਭਾਗ, ਸਭ ਤੋਂ ਭਾਗ ਨੰਬਰ 5, ਜਿਹਦੇ ਵਿੱਚ 100 ਆਰਟੀਕਲ, 52 ਤੋਂ ਲੈ ਕੇ 151 ਤੱਕ। ਤੇ ਇੱਕੋ ਆਰਟੀਕਲ ਕਿਹੜੇ ਭਾਗ ਚ ਹੈ, 20 ਆਰਟੀਕਲ, ਤੇ ਯਾਦ ਰੱਖਣਾ। ਤਾਂ ਭਾਗ ਵਿੱਚ ਕੀ ਹੈ ਜੀ, ਸੋਧ। ਤਾਂ ਇਹ ਕਨਸੈਪਟ ਆਪਾਂ ਕਿੱਥੋਂ ਲਿਆ, ਸਾਊਥ ਅਫਰੀਕਾ ਤੋਂ। ਤੇ ਕਿਵੇਂ ਯਾਦ ਰੱਖਾਂਗੇ, ਸੱਸੇ ਤੋਂ ਸੋਧ ਤੇ ਸੱਸੇ ਤੋਂ ਸਾਊਥ ਅਫਰੀਕਾ, ਇਦਾਂ ਆਪਾਂ ਯਾਦ ਰੱਖ ਸਕਦੇ। ਤੇ ਸੋਧ ਕਰ ਕੌਣ ਸਕਦਾ ਭਾਰਤੀ ਸੰਵਿਧਾਨ ਚ, ਸੰਸਦ ਕਰ ਸਕਦੀ ਹੈ ਜੀ। ਤਾਂ ਅੱਜ ਤੱਕ ਕਿੰਨੀ ਵਾਰ ਸੋਧ ਕੀਤੀ ਜਾ ਚੁੱਕੀ ਹੈ ਜੀ, 106 ਵਾਰ ਸੋਧ ਕੀਤੀ ਜਾ ਚੁੱਕੀ ਹੈ। ਪਹਿਲੀ ਵਾਰ ਸੋਧ ਕਦੋਂ ਕੀਤੀ ਗਈ, 1951 ਵਿੱਚ। ਜਿਹੜੀ 106 ਵਾਰ ਕੀਤੀ ਗਈ ਉਹ ਕਦੋਂ ਕੀਤੀ ਗਈ ਹੈ ਜੀ, 2023 ਦੇ ਵਿੱਚ, ਜਿਹਦੇ ਚ ਲੋਕ ਸਭਾ ਤੇ ਵਿਧਾਨ ਸਭਾਵਾਂ ਦੇ ਵਿੱਚ ਵੂਮੈਨ ਨੂੰ ਜਿਹੜਾ 33% ਰਿਜ਼ਰਵੇਸ਼ਨ ਜਾਂ ਸੀਟਾਂ ਵਾਲਿਆਂ ਉਹ ਕਰਨ ਦੀ ਗੱਲ ਕੀਤੀ ਗਈ ਹੈ। ਉਹ ਕਿਹੜੀ ਸੋਧ ਨੇ ਕੀਤੀ, 106 ਨੰਬਰ ਸੋਧ। ਤੇ 1951 ਜਿਹਦੇ ਰਾਹੀਂ ਭਾਰਤੀ ਸੰਵਿਧਾਨ ਚ 9ਵੀਂ ਅਨੁਸੂਚੀ ਜੋੜੀ ਗਈ ਸੀ, ਲੈਂਡ ਰਿਫਾਰਮਸ ਐਕਟ ਵੱਲ। ਤਾਂ ਇਹ ਪਹਿਲੀ ਸੋਧ ਤੇ ਇਹ ਜਿਹੜੀ 106 ਨੰਬਰ ਸੋਧ ਹੋ ਰਹੀ। ਤੇ ਸੋਧ ਕਰ ਕੌਣ ਸਕਦਾ ਭਾਰਤੀ ਸੰਵਿਧਾਨ ਚ, ਤਾਂ ਕੌਣ ਕਰ ਸਕਦਾ ਜੀ, ਸੰਸਦ। ਤੇ ਸੋਧ ਕਰਨ ਦਾ ਕਨਸੈਪਟ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਸਾਊਥ ਅਫਰੀਕਾ। ਹੋਰ ਕੀ ਯਾਦ ਰੱਖਣਾ ਜੀ ਇਹਦੇ ਵਿੱਚ, ਇੱਕ ਆਪਾਂ ਗੱਲ ਯਾਦ ਰੱਖਾਂਗੇ, ਜਿਹੜੇ ਇਲੈਕਸ਼ਨ ਆਫ ਰਾਜ ਸਭਾ ਮੈਂਬਰ, ਰਾਜ ਸਭਾ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਨੂੰ ਕਿਵੇਂ ਚੁਣਿਆ ਜਾਏਗਾ, ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ ਜੀ, ਸਾਊਥ ਅਫਰੀਕਾ। ਹੁਣੇ ਆਪਾਂ ਗੱਲ ਕੀਤੀ ਜਿਹੜੇ ਰਾਜ ਸਭਾ ਦੇ ਵਿੱਚ 12 ਮੈਂਬਰ ਨੋਮੀਨੇਟ ਕੀਤੇ ਜਾਂਦੇ ਰਾਸ਼ਟਰਪਤੀ ਵੱਲੋਂ। ਰਾਸ਼ਟਰਪਤੀ ਵੱਲੋਂ ਜਿਹੜੇ 12 ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ, ਤਾਂ ਇਹ ਜੇਕਰ ਪੁੱਛਿਆ ਜਾਏਗਾ ਇਹ ਆਪਾਂ ਆਨਸਰ ਦੇਵਾਂਗੇ ਕਿ ਆਇਰਲੈਂਡ। ਪਰੰਤੂ ਜੇਕਰ ਇਹ ਪੁੱਛਿਆ ਜਾਏ ਕਿ ਜਿਹੜੇ ਬਾਕੀ ਮੈਂਬਰ ਨੇ 12 ਦੇ ਇਲਾਵਾ ਜਿਹੜੇ ਬਾਕੀ ਮੈਂਬਰ ਹੁੰਦੇ ਨੇ ਰਾਜ ਸਭਾ ਚ, ਉਹਨਾਂ ਨੂੰ ਕਿਵੇਂ ਚੁਣਿਆ ਜਾਂਦਾ ਹੈ, ਚੋਣ ਪ੍ਰਕਿਰਿਆ ਕਿੱਦਾਂ ਹੋਏਗੀ, ਤਾਂ ਉਹ ਕਨਸੈਪਟ ਆਪਾਂ ਕਿੱਥੋਂ ਲਿਆ ਜੀ, ਸਾਊਥ ਅਫਰੀਕਾ ਤੋਂ। ਤਾਂ ਮੈਨੂੰ ਲੱਗਦਾ ਜੀ ਆਪਾਂ ਲਗਭਗ ਸਾਰੇ ਦੇਸ਼ਾਂ ਬਾਰੇ ਪੜ੍ਹ ਚੁੱਕੇ ਹਾਂ ਜੀ, ਕਿਹੜੇ ਕਿਹੜੇ ਦੇਸ਼ ਤੋਂ ਆਪਾਂ ਕੀ ਕੁਝ ਲਿਆ ਜੀ। ਇੱਕ ਵਾਰੀ ਉਹਨਾਂ ਦਾ ਆਪਾਂ ਰਿਵੀਜ਼ਨ ਕਰਦੇ ਹਾਂ ਜੀ, ਜਲਦੀ ਜਲਦੀ। ਤਾਂ ਆਪਾਂ ਇਹ ਤੋਂ ਸ਼ੁਰੂ ਕੀਤਾ ਸੀ ਸੋਰਸ ਆਫ ਇੰਡੀਅਨ ਕਨਸਟੀਟਿਊਸ਼ਨ। ਤਾਂ ਪਹਿਲਾਂ ਆਪਾਂ ਦੇਖਿਆ ਸੀ 1935 ਦਾ ਐਕਟ, ਫੈਡਰਲ ਸਕੀਮ,
ਜੇਕਰ ਆਪਾਂ ਨੂੰ ਇੱਕੋ ਗੱਲ ਯਾਦ ਰਹੇ ਕਿ ਫੈਡਰਲ ਸਕੀਮ ਸੰਘਾਤਮਕ ਸ਼ਾਸਨ ਪ੍ਰਣਾਲੀ ਤੇ ਕੇਂਦਰ ਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਹੋਏਗੀ, ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ 1935 ਦੇ ਐਕਟ ਤੋਂ। ਤਾਂ ਇਹਦੇ ਨਾਲ ਰਿਲੇਟਡ ਜੋ ਵੀ ਮਸਲੇ ਹੋਣਗੇ ਉਹ ਆਟੋਮੈਟਿਕਲੀ ਆਪਾਂ ਕਿੱਥੋਂ ਜਿਹੜਾ ਅਡਾਪਟ ਕਰਾਂਗੇ, ਕਿੱਥੋਂ ਲਾਂਗੇ ਜਿਹਨਾਂ ਨੂੰ 1935 ਦੇ ਐਕਟ ਤੋਂ। ਹੁਣ ਦੇਖ ਰਹੇ ਆਪਾਂ ਜੇਕਰ ਸੰਘਾਤਮਕ ਸ਼ਾਸਨ ਪ੍ਰਣਾਲੀ ਹੋਏਗੀ ਉੱਥੇ ਕੀ ਹੋਏਗਾ, ਸ਼ਕਤੀਆਂ ਦੀ ਵੰਡ। ਤਾਂ ਸ਼ਕਤੀਆਂ ਦੀ ਵੰਡ ਉਹ ਕਨਸੈਪਟ ਆਪਾਂ ਕਿੱਥੋਂ ਲਿਆ 1935 ਦੇ ਐਕਟ ਤੋਂ। ਤਾਂ ਸ਼ਕਤੀਆਂ ਦੀ ਜਿਹੜੀ ਹੈ ਗਲਤ ਵਰਤੋਂ ਨਾ ਕੀਤੀ ਜਾਏ, ਇੱਕ ਦੂਜੀ ਸ਼ਕਤੀ ਵਿੱਚ ਦਖਲਅੰਦਾਜ਼ੀ ਨਾ ਕੀਤੀ ਜਾਏ, ਉਹਦੇ ਲਈ ਕੀ ਹੋਣੀ ਚਾਹੀਦੀ ਹੈ, ਨਿਆਂਪਾਲਿਕਾ ਉਹ ਕੰਟਰੋਲ ਕਰੇਗੀ ਜੀ। ਤਾਂ ਨਿਆਂਪਾਲਿਕਾ ਦਾ ਕਨਸੈਪਟ 1935 ਦੇ ਐਕਟ ਤੋਂ। ਕਿਹੜੀ ਨਿਆਂਪਾਲਿਕਾ, ਇੰਟੀਗ੍ਰੇਟਡ ਨਿਆਂਪਾਲਿਕਾ ਤੇ ਇੰਟੀਗ੍ਰੇਟਡ ਜੁਡੀਸ਼ਰੀ। ਫਿਰ ਆਪਾਂ ਦੇਖਿਆ ਪੋਸਟ ਆਫ ਗਵਰਨਰ ਦਾ ਆਰਟੀਕਲ 153 1935 ਦੇ ਐਕਟ ਤੋਂ। ਪਬਲਿਕ ਸਰਵਿਸ ਕਮਿਸ਼ਨ 1935 ਦੇ ਐਕਟ ਤੋਂ। ਐਮਰਜੈਂਸੀ ਪ੍ਰੋਵੀਜ਼ਨ ਇਹਨਾਂ ਦਾ ਵਰਣਨ ਕਿੱਥੇ, ਭਾਗ ਨੰਬਰ 18 ਚ ਆਰਟੀਕਲ 352 ਤੋਂ 360 ਤੱਕ ਹੈ ਜੀ। ਕਿੰਨੇ ਪ੍ਰਕਾਰ ਦੀ ਐਮਰਜੈਂਸੀ ਨੇ, 3 ਪ੍ਰਕਾਰ ਦੀਆਂ। ਪਰੰਤੂ ਜਿਹੜੀਆਂ ਨੈਸ਼ਨਲ ਐਮਰਜੈਂਸੀ ਤੇ ਸਟੇਟ ਐਮਰਜੈਂਸੀ ਜਾਂ ਪ੍ਰੈਜ਼ੈਂਟ ਰੂਲ ਹੈ ਇਹ ਆਪਾਂ 1935 ਦੇ ਐਕਟ ਤੋਂ। ਪਰੰਤੂ ਜੇਕਰ ਗੱਲ ਕਰੀਏ ਜਿਹੜਾ ਆਪਣੇ ਕੋਲ ਕਨਸੈਪਟ ਆਉਂਦਾ ਜੀ ਫਾਈਨੈਂਸ਼ੀਅਲ ਐਮਰਜੈਂਸੀ ਦਾ, ਉਹ ਆਪਾਂ ਕਿੱਥੋਂ ਲੈ ਰਹੇ ਹਾਂ ਜੀ, USA ਦੇ ਸੰਵਿਧਾਨ ਤੋਂ। ਇੱਕ ਚੀਜ਼ ਹੋਰ ਆਪਣੀ ਇੱਥੇ ਰਹਿ ਗਈ ਜੀ, ਐਡਮਿਨਿਸਟ੍ਰੇਟਿਵ ਡਿਟੇਲ। ਐਡਮਿਨਿਸਟ੍ਰੇਟਿਵ ਡਿਟੇਲਸ ਭਾਵ ਕਿ ਜਿਹੜਾ ਭਾਰਤ ਦਾ ਪ੍ਰਸ਼ਾਸਨ ਹੈ, ਇੱਕ ਢਾਂਚਾ ਹੈ, ਪ੍ਰਸ਼ਾਸਨਿਕ ਢਾਂਚਾ। ਜਿੱਦਾਂ ਆਪਾਂ ਨਾਰਮਲੀ ਗੱਲ ਕਰਦੇ ਹਾਂ ਕਿ ਇੱਕ ਜਿਹੜਾ ਅਧਿਕਾਰੀ ਹੁੰਦਾ ਹੈ, ਇੱਥੋਂ ਆਪਾਂ ਲੋਕਲ ਅਧਿਕਾਰੀ ਦੀ ਗੱਲ ਲਈ SDM ਹੋਏਗਾ, SDM ਤੋਂ ਉੱਪਰ ਅਲੱਗ-ਅਲੱਗ ਜਿਹੜੇ ਉੱਪਰ ਪੋਸਟਾਂ ਨੇ, ਤਹਿਸੀਲਦਾਰ ਹੋਏਗਾ ਜੀ, SDM ਹੋਏਗਾ, DC ਹੋਏਗਾ, DC ਤੋਂ ਬਾਅਦ ਅਲੱਗ-ਅਲੱਗ ਆਪਾਂ ਪੁਲਿਸ ਦੀ ਗੱਲ ਕਰ ਲਈਏ ਤਾਂ ਕਾਂਸਟੇਬਲ ਹੈ ਜੀ, ਹੈੱਡ ਕਾਂਸਟੇਬਲ ਹੈ, ਇੰਸਪੈਕਟਰ ਹੈ, ਸਬ ਇੰਸਪੈਕਟਰ ਹੈ, DG ਹੈ ਜੀ, ਠੀਕ ਹੈ, SSP ਹੈ, DSP ਹੈ। ਤਾਂ ਇਹ ਜਿਹੜਾ ਸਾਰਾ ਢਾਂਚਾ ਹੈ ਮਤਲਬ ਪ੍ਰਸ਼ਾਸਨ ਨੂੰ ਕੰਟਰੋਲ ਕਰਨ ਲਈ, ਇੱਕ ਸਿਸਟਮ ਬਣਾਉਣ ਲਈ। ਤਾਂ ਇਹ ਚੀਜ਼ ਵੀ ਆਪਾਂ ਕਿੱਥੋਂ ਲਈ ਹੈ 1935 ਦੇ ਐਕਟ ਤੋਂ। ਕੀ ਯਾਦ ਰੱਖਣਾ, ਐਡਮਿਨਿਸਟ੍ਰੇਟਿਵ ਡਿਟੇਲ ਜਿਹੜਾ ਸਾਰਾ ਪ੍ਰਸ਼ਾਸਨਿਕ ਢਾਂਚਾ ਹੈ ਉੱਪਰ ਤੋਂ ਲੈ ਕੇ ਨੀਚੇ ਤੱਕ। ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ 1935 ਦੇ ਐਕਟ ਤੋਂ। ਫਿਰ ਆਪਾਂ ਕਿਹਦੀ ਗੱਲ ਕੀਤੀ ਹੈ ਜੀ, ਅਮਰੀਕਨ ਕਨਸਟੀਟਿਊਸ਼ਨ ਆਸਟ੍ਰੇਲੀਅਨ ਕਨਸਟੀਟਿਊਸ਼ਨ, ਜੁਆਇੰਟ ਸੀਟਿੰਗ ਸੰਯੁਕਤ ਬੈਠਕ, ਲੈਂਗੁਏਜ ਆਫ ਪ੍ਰੈਮਬਲ, ਫਰੀडम ਆਫ ਟ੍ਰੇਡ, ਕਮਰਸ, ਇੰਟਰਕੋਰਸ ਜਿਹਦਾ ਵਰਣਨ ਕਿਤੇ ਭਾਰਤੀ ਸੰਵਿਧਾਨ ਦੇ ਭਾਗ ਨੰਬਰ 13 ਆਰਟੀਕਲ 301 ਤੋਂ 307 ਤੱਕ। ਫਿਰ ਇੱਕ ਕਨਕਰੈਂਟ ਲਿਸਟ। ਤਾਂ 7ਵੀਂ ਅਨੁਸੂਚੀ ਵਿੱਚ 3 ਲਿਸਟਾਂ ਦੇਖਣ ਨੂੰ ਮਿਲੇਗੀ, ਇੱਕ ਯੂਨੀਅਨ ਲਿਸਟ, ਸਟੇਟ ਲਿਸਟ ਤੇ ਕਨਕਰੈਂਟ ਲਿਸਟ। ਇਹਦੇ ਉੱਪਰ ਕਾਨੂੰਨ ਕੌਣ ਬਣਾਏਗਾ, ਸੈਂਟਰ ਬਣਾਏਗੀ, ਪਾਰਲੀਮੈਂਟ ਬਣਾਏਗੀ। ਇਹਦੇ ਉੱਪਰ ਸਟੇਟ ਗਵਰਨਮੈਂਟ, ਇਹਦੇ ਉੱਪਰ ਦੋਨੋਂ ਸਟੇਟ ਤੇ ਸੈਂਟਰ ਬਣਾ ਸਕਦੇ, ਪਰੰਤੂ ਜ਼ਿਆਦਾ ਪਾਵਰ ਕਿਹਦੀ ਮੰਨੀ ਜਾਏਗੀ, ਸੈਂਟਰ ਵਾਲੇ ਦੀ। ਤੇ ਜ਼ਿਆਦਾ ਮੰਨੀ ਜਾਏਗੀ ਸੈਂਟਰ ਦੀ। ਇਹ ਚੀਜ਼ ਆਪਾਂ ਕਿੱਥੋਂ ਲਈ, ਕੈਨੇਡਾ ਦੇ ਸੰਵਿਧਾਨ ਤੋਂ। ਫਿਰ ਆਪਾਂ ਦੇਖਿਆ ਅਮਰੀਕਨ ਕਨਸਟੀਟਿਊਸ਼ਨ ਕਨਸੈਪਟ ਆਫ ਪ੍ਰੈਮਬਲ, ਜਿਹੜੀ ਸਾਡੀ ਪ੍ਰਸਤਾਵਨਾ ਹੈ, ਪ੍ਰਸਤਾਵਨਾ ਹੋਏਗੀ। ਤਾਂ ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ, ਅਮਰੀਕਨ ਕਨਸਟੀਟਿਊਸ਼ਨ ਤੋਂ। ਫੰਡਾਮੈਂਟਲ ਰਾਈਟਸ ਮੁੱਢਲੇ ਅਧਿਕਾਰ ਜਿਹਨੂੰ ਆਪਾਂ ਕਹਿੰਦੇ ਆ, ਭਾਗ ਦੀ ਜਿਹਨੂੰ ਕੀ ਕਹਿੰਦੇ ਆ ਜੀ, ਸਾਡਾ ਆਪਾਂ ਕਹਿੰਦੇ ਆ, ਇੱਕ ਮਿੰਟ, ਮੈਗਨਾ ਕਾਰਟਾ, ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ, ਉਹ ਆਪਾਂ ਕੀ ਕਹਿੰਦੇ ਆ, ਭਾਗ ਨੰਬਰ 3 ਨੂੰ ਆਰਟੀਕਲ 12 ਤੋਂ 35। ਤੇ ਇਹ ਕਨਸੈਪਟ ਆਪਾਂ ਕਿੱਥੋਂ ਲੈ ਰਹੇ ਹਾਂ, ਅਮਰੀਕਨ ਕਨਸਟੀਟਿਊਸ਼ਨ। ਫਿਰ ਆਪਾਂ ਦੇਖਿਆ ਰਿਮੂਵਲ ਆਫ ਪ੍ਰੈਜ਼ੀਡੈਂਟ ਜਿਹਨੂੰ ਆਪਾਂ ਕਹਿੰਦੇ ਆ ਅਮੈਂਡਮੈਂਟ ਜਾਂ ਮਹਾਦੋਸ਼ੀ ਦਾ ਵਰਣਨ ਕਿਤੇ ਆਰਟੀਕਲ 61 ਦੇ ਵਿੱਚੋਂ ਪ੍ਰਕਿਰਿਆ ਹੈ ਕਿ ਉਸ ਨੂੰ ਕਿਸ ਤਰੀਕੇ ਨਾਲ ਹਟਾਇਆ ਜਾਏਗਾ, ਭਾਵ ਰਾਸ਼ਟਰਪਤੀ ਨੂੰ ਹਟਾਉਣ ਦੀ ਪ੍ਰਕਿਰਿਆ। ਫਿਰ ਉਪ ਰਾਸ਼ਟਰਪਤੀ ਨੂੰ ਹਟਾਉਣਾ, ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਹਟਾਉਣਾ, ਇਹ ਸਾਰੀ ਪ੍ਰਕਿਰਿਆ ਅਮਰੀਕਾ ਦੇ ਸੰਵਿਧਾਨ ਤੋਂ। ਉਪ ਰਾਸ਼ਟਰਪਤੀ ਦਾ ਅਹੁਦਾ ਆਰਟੀਕਲ 63, ਉਪ ਰਾਸ਼ਟਰਪਤੀ ਉਹਦੇ ਰਾਜ ਸਭਾ ਦਾ ਚੇਅਰਮੈਨ ਆਰਟੀਕਲ 64, ਇੰਡੀਪੈਂਡੈਂਟ ਜੁਡੀਸ਼ਰੀ ਆਜ਼ਾਦ ਨਿਆਂਪਾਲਿਕਾ ਆਰਟੀਕਲ 50 ਤੇ ਜੁਡੀਸ਼ੀਅਲ ਰਿਵਿਊ ਜਿਹਦਾ ਵਰਣਨ ਆਰਟੀਕਲ 13 ਤੇ 137 ਤੇ ਦੇਖਣ ਨੂੰ ਮਿਲਦਾ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਕਿੱਥੋਂ ਕਾਪੀ ਕੀਤੀਆਂ ਨੇ ਜੀ, ਅਮਰੀਕਨ ਕਨਸਟੀਟਿਊਸ਼ਨ ਤੋਂ। ਫਿਰ ਆਪਾਂ ਦੇਖਿਆ ਇਹਦੇ ਚ ਬ੍ਰਿਟੇਨ ਦੇ ਸੰਵਿਧਾਨ ਤੋਂ। ਤਾਂ ਇੱਕ ਚੀਜ਼ ਯਾਦ ਰੱਖਣੀ ਕਿ ਬ੍ਰਿਟੇਨ ਜਿਹੜਾ ਹੈ ਉਹਨੇ ਲਗਭਗ 200 ਸਾਲਾਂ ਤੱਕ ਜਿਹੜਾ ਭਾਰਤ ਉੱਪਰ ਜਿਹੜਾ ਸ਼ਾਸਨ ਕੀਤਾ ਹੈ। ਤਾਂ ਸ਼ਾਸਨ ਕਿਹਦੇ ਵੱਲੋਂ ਕੀਤਾ ਜਾਂਦਾ ਸੀ, ਬ੍ਰਿਟੇਨ ਦੀ ਪਾਰਲੀਮੈਂਟ ਵੱਲੋਂ ਕਾਨੂੰਨ ਬਣਾਏ ਜਾਂਦੇ ਸੀ। ਤਾਂ ਪਾਰਲੀਮੈਂਟ ਦਾ ਕਨਸੈਪਟ ਆਪਾਂ ਕਿੱਥੋਂ ਲਿਆ ਜੀ, ਬ੍ਰਿਟੇਨ ਤੋਂ। ਹੁਣ ਪਾਰਲੀਮੈਂਟ ਦਾ ਕੰਮ ਕੀ ਹੈ ਜੀ, ਕਾਨੂੰਨ ਨਿਰਮਾਣ ਕਰਨਾ, ਠੀਕ ਹੈ। ਤਾਂ ਕਾਨੂੰਨ ਨਿਰਮਾਣ ਕਰਨ ਲਈ ਜਿਹੜਾ ਕਿ ਲੋਕ ਸਭਾ ਵੀ ਹੁੰਦੀ ਹੈ ਤੇ ਰਾਜ ਸਭਾ ਵੀ ਹੁੰਦੀ ਹੈ। ਤਾਂ ਕੀ ਯਾਦ ਰੱਖਾਂਗੇ, ਪਾਰਲੀਮੈਂਟ ਦਾ ਕੰਮ ਕੀ ਹੈ, ਕਾਨੂੰਨ ਨਿਰਮਾਣ। ਤਾਂ ਕਾਨੂੰਨ ਨਿਰਮਾਣ ਪ੍ਰਕਿਰਿਆ ਕਿੱਥੋਂ, ਬ੍ਰਿਟੇਨ ਤੋਂ। ਤਾਂ ਕਾਨੂੰਨ ਨਿਰਮਾਣ ਕੌਣ ਕਰਨਗੇ ਜੀ, ਮੰਤਰੀ ਕਰਨਗੇ ਤੇ ਮੈਂਬਰ ਕਰਨਗੇ। ਤਾਂ ਉਹ ਮੈਂਬਰ ਕਿੱਥੇ ਹੁੰਦੇ ਨੇ, ਜਾਂ ਤਾਂ ਲੋਕ ਸਭਾ ਹੁੰਦੇ ਨੇ ਜਾਂ ਰਾਜ ਸਭਾ ਚ ਹੋਣਗੇ। ਤਾਂ ਉਹ 2 ਸਦਨ ਹੋਣਗੇ, 2 ਸਦਨੀ ਵਿਧਾਨ ਪਾਲਿਕਾ। ਬ੍ਰਿਟੇਨ ਦੇ ਸੰਵਿਧਾਨ ਤੋਂ ਕਾਨੂੰਨ ਬਣਾਏ ਗਏ ਨੇ ਤੇ ਕਾਨੂੰਨਾਂ ਰਾਹੀਂ ਸ਼ਾਸਨ ਚਲਾਇਆ ਜਾਏਗਾ। ਤਾਂ ਰੂਲ ਆਫ ਲਾ ਕਿੱਥੋਂ, ਪਾਰਲੀਮੈਂਟ ਤੋਂ।
ਹੁਣ ਉਹਨਾਂ ਕਾਨੂੰਨਾਂ ਦੇ ਰਾਹੀਂ ਜਿਹੜਾ ਕਿ ਮੰਤਰੀ ਵੀ ਜਿਹੜਾ ਕੰਮ ਕਰਨਗੇ, ਕੈਬਨਿਟ ਸਿਸਟਮ ਹੋਏਗਾ। ਬ੍ਰਿਟੇਨ ਦੇ ਸੰਵਿਧਾਨ ਤੋਂ ਇਕੁਐਲਿਟੀ ਬਿਫੋਰ ਲਾ, ਕਾਨੂੰਨ ਦੇ ਸਾਹਮਣੇ ਸਭ ਵਿਅਕਤੀ ਬਰਾਬਰ ਹੋਣਗੇ ਜੀ, ਆਰਟੀਕਲ 14 ਚ ਬ੍ਰਿਟੇਨ ਦੇ ਸੰਵਿਧਾਨ ਤੋਂ। ਪ੍ਰੈਰੋਗੇਟਿਵ ਰਿਟਸ ਆਰਟੀਕਲ 32 ਬ੍ਰਿਟੇਨ ਦੇ ਸੰਵਿਧਾਨ ਤੋਂ। ਸਿੰਗਲ ਸਿਟੀਜ਼ਨਸ਼ਿਪ, ਪਾਰਲੀਮੈਂਟਰੀ ਪ੍ਰਿਵਿਲੇजेस ਜਾਂ ਸੰਸਦ ਦੇ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰ, ਤੁਹਾਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ ਕਿਹਦਾ ਮੈਂਬਰ ਹੋਣ ਦੇ ਨਾਤੇ, ਸੰਸਦ ਦੇ। ਤਾਂ ਸੰਸਦ ਨਾਲ ਰਿਲੇਟਡ ਕੋਈ ਵੀ ਚੀਜ਼ ਆਉਂਦੀ ਹੈ ਤਾਂ ਮੋਸਟਲੀ ਆਪਾਂ ਉਹਦਾ ਜਿਹੜਾ ਆਨਸਰ ਕੀ ਲਗਾਵਾਂਗੇ ਜੀ, ਬ੍ਰਿਟੇਨ। ਤਾਂ ਉਹ ਮੈਂਬਰ ਕਿੱਥੇ ਹੁੰਦੇ, ਐਮਪੀ ਕਿੱਥੇ ਹੁੰਦੇ ਨੇ, ਸੰਸਦ ਵਿੱਚ। ਤਾਂ ਉਹਨਾਂ ਦੇ ਵਿਸ਼ੇਸ਼ ਅਧਿਕਾਰ ਨੇ ਆਰਟੀਕਲ 105 ਬ੍ਰਿਟੇਨ ਤੋਂ ਕਾਪੀ ਕੀਤਾ ਹੈ। ਤਾਂ ਉੱਥੇ ਸੰਸਦ ਦੇ ਲਈ ਲੋਕ ਸਭਾ ਦੇ ਮੈਂਬਰ ਹੋਣਗੇ, ਉਹਨਾਂ ਲਈ ਚੋਣਾਂ ਹੋਣਗੀਆਂ ਜੀ, ਜਾਂ ਰਾਜ ਸਭਾ ਦੇ ਮੈਂਬਰ ਹੋਣਗੇ, ਠੀਕ ਹੈ। ਤਾਂ ਇਹ ਜਿਹੜਾ ਚੋਣਾਂ ਵਾਲਾ ਸਿਸਟਮ ਹੈ, ਇਲੈਕਸ਼ਨ ਹੋਣਗੇ, ਇਹਦਾ ਵਰਣਨ ਕਿੱਥੇ ਭਾਗ ਨੰਬਰ 15 ਚ ਆਰਟੀਕਲ 324 ਤੋਂ 329 ਯੂਐਸਏ ਦੇ ਸੰਵਿਧਾਨ ਸੌਰੀ ਬ੍ਰਿਟੇਨ ਤੋਂ। ਪੋਸਟ ਆਫ ਸਪੀਕਰ ਜਿਹੜੇ ਹਾਊਸ ਨੇ, ਲੋਕ ਸਭਾ ਤੇ ਰਾਜ ਸਭਾ। ਤੇ ਲੋਕ ਸਭਾ ਜਿਹੜਾ ਹਾਊਸ ਹੁੰਦਾ ਹੈ ਉਹਦੀ ਜਿਹੜੀ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ, ਸਪੀਕਰ ਕਰਦਾ। ਉਹ ਚੀਜ਼ ਆਪਾਂ ਕਿੱਥੋਂ ਲਈ ਹੈ, ਸਪੀਕਰ ਦੀ ਪੋਸਟ ਬ੍ਰਿਟੇਨ ਦੇ ਸੰਵਿਧਾਨ ਤੋਂ। ਤੇ ਪ੍ਰੈਜ਼ੀਡੈਂਟ ਨਾਮ ਮਾਤਰ ਦਾ ਹੈਡ ਹੋਏਗਾ, ਨੋਮੀਨਲ ਹੈਡ ਹੋਏਗਾ। ਇਹ ਚੀਜ਼ ਆਪਾਂ ਕਿੱਥੋਂ ਲੈ ਰਹੇ ਹਾਂ, ਬ੍ਰਿਟੇਨ ਦੇ ਸੰਵਿਧਾਨ ਤੋਂ। ਇੱਕ ਸ਼ਬਦ ਯਾਦ ਰੱਖ ਲਾਂਗੇ ਜੇਕਰ ਪਾਰਲੀਮੈਂਟ, ਤਾਂ ਪਾਰਲੀਮੈਂਟ ਦਾ ਜੋ ਸਾਰਾ ਪ੍ਰੋਸੈਸ ਹੁੰਦਾ ਹੈ ਉਹ ਕਿੱਦਾਂ ਕੰਮ ਕਰਦੀ ਹੈ, ਕੀ ਕੰਮ ਹੈ ਉਹਦਾ, ਕਿਹੜੇ ਕਿਹੜੇ ਵਿਅਕਤੀ ਵੱਲੋਂ ਕੰਮ ਕੀਤਾ ਜਾਂਦਾ ਹੈ, ਤਾਂ ਆਟੋਮੈਟਿਕਲੀ ਚੀਜ਼ਾਂ ਆਪਾਂ ਲਿੰਕ ਕਰ ਸਕਦੇ ਹਾਂ ਕਿ ਇਹ ਸਾਰੀ ਚੀਜ਼ ਕਿੱਥੋਂ ਆ ਰਹੀ ਹੈ, ਫਿਰ ਬ੍ਰਿਟੇਨ ਦੇ ਸੰਵਿਧਾਨ। ਨੈਕਸਟ ਹੈ ਜੀ ਕੈਨੇਡਾ ਦੇ ਸੰਵਿਧਾਨ ਤੋਂ। ਇਹਦੇ 'ਚ ਇੱਕ ਗੱਲ ਯਾਦ ਰੱਖਣੀ ਕਿ ਕੈਨੇਡਾ ਦੇ ਰਾਹੀਂ ਆਪਾਂ ਕੀ ਗੱਲ ਕਰਦੇ ਹਾਂ ਕਿ ਕੈਨੇਡਾ ਦੇ ਸੰਵਿਧਾਨ ਤੋਂ ਆਪਾਂ ਜਿਹੜਾ ਸਾਡਾ ਸੰਘ ਹੈ, ਕੇਂਦਰ ਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਹੈ, ਜ਼ਿਆਦਾ ਪਾਵਰਾਂ ਕਿਹਨੂੰ ਦੇਣ ਦੀ ਗੱਲ ਕੀਤੀ ਹੈ ਜੀ, ਕੇਂਦਰ ਨੂੰ। ਤੇ ਜਦੋਂ ਵੀ ਜ਼ਿਆਦਾ ਪਾਵਰਾਂ ਕੇਂਦਰ ਨੂੰ ਦੇਣ ਬਾਰੇ ਗੱਲ ਕੀਤੀ ਜਾਏਗੀ, ਉਹਦੇ ਰਿਲੇਟਡ ਕੋਈ ਕੁਐਸਚਨ ਪੁੱਛਿਆ ਜਾਂਦਾ ਤਾਂ ਉਹਦਾ ਆਨਸਰ ਆਪਾਂ ਕੀ ਦੇਵਾਂਗੇ ਜੀ, ਕੈਨੇਡਾ। ਕਿੱਦਾਂ ਜੀ, ਕਿ ਜਿਹੜੀਆਂ ਬਚੀਆਂ ਕੁਛੀਆਂ ਸ਼ਕਤੀਆਂ ਨੇ ਕਿਹਦੇ ਕੋਲ, ਪਾਰਲੀਮੈਂਟ ਕੋਲ ਜਾਂ ਸੈਂਟਰ ਕੋਲ। ਕਿਹੜੇ ਆਰਟੀਕਲ 248 ਜਿਹੜਾ ਗਵਰਨਰ ਹੈ ਕਿਹਦੇ ਵੱਲੋਂ ਅਪਾਇੰਟ ਕੀਤਾ ਜਾਏਗਾ, ਜਿਹੜਾ ਪੋਸਟ ਦੀ ਆਪਾਂ ਦੇਖੀ ਹੈ 1935 ਦੇ ਐਕਟ ਤੋਂ, ਪਰੰਤੂ ਇਹਨੂੰ ਅਪਾਇੰਟ ਕੀਤਾ ਜਾਏਗਾ ਆਰਟੀਕਲ 155 ਚ ਆਪਾਂ ਗੱਲ ਕਰਦੇ ਹਾਂ ਕੇਂਦਰ ਵੱਲੋਂ। ਤਾਂ ਜ਼ਿਆਦਾ ਪਾਵਰ ਕਿਹਨੂੰ ਦੇਣ ਦੀ ਗੱਲ ਕੀਤੀ, ਕੇਂਦਰ ਵੱਲੋਂ। ਨੈਸ਼ਨਲ ਐਮਰਜੈਂਸੀ ਟਾਈਮ ਜਿਹੜਾ ਕੀ ਹੈ, ਕਾਨੂੰਨ ਬਣਾਉਣ ਦੀ ਸ਼ਕਤੀ ਕਿਹਦੀ ਵਾਧਾ ਹੋ ਜਾਂਦਾ ਹੈ, ਸੰਸਦ ਦੀ ਸ਼ਕਤੀ ਵਿੱਚ ਕੇਂਦਰ ਨੂੰ ਜ਼ਿਆਦਾ ਪਾਵਰਾਂ ਦਿੱਤੀਆਂ ਜਾਂਦੀਆਂ ਨੇ। ਤਾਂ ਉਹ ਸਾਰੀ ਚੀਜ਼ ਆਪਾਂ ਕਿੱਥੋਂ ਦੇਖਦੇ ਹਾਂ, ਫਿਰ ਕੈਨੇਡਾ ਦੇ ਸੰਵਿਧਾਨ ਤੋਂ। ਇੱਕ ਹੈ ਜੀ ਐਡਵਾਈਜ਼ਰੀ ਜੁਰਿਡਿਕਸ਼ਨ ਆਫ ਸੁਪਰੀਮ ਕੋਰਟ, ਜਿਹੜੇ ਸੁਪਰੀਮ ਕੋਰਟ ਰਾਸ਼ਟਰਪਤੀ ਨੂੰ ਸਲਾਹ ਦੇ ਸਕਦੀ ਹੈ ਆਰਟੀਕਲ 143 ਰਹੀ, ਉਹ ਕਿੱਥੋਂ, ਕੈਨੇਡਾ ਦੇ ਸੰਵਿਧਾਨ ਤੋਂ। ਨੈਕਸਟ ਆਪਾਂ ਦੇਖਿਆ ਫਰਾਂਸ, ਰਿਪਬਲਿਕ ਦਾ ਗਣਤੰਤਰ ਦਾ ਕਨਸੈਪਟ, ਲਿਬਰਟੀ, ਇਕੁਐਲਿਟੀ, ਫਰਟਰਨਿਟੀ, ਸੁਤੰਤਰਤਾ, ਸਮਾਨਤਾ ਤੇ ਭਾਈਚਾਰਾ, ਜਿਹੜਾ 1799 ਚ ਕਨਸੈਪਟ ਆਇਆ ਸੀ, ਉਹ ਕਨਸੈਪਟ ਆਪਾਂ ਕਾਪੀ ਕੀਤਾ ਹੈ ਫਰਾਂਸ ਤੋਂ। ਫਿਰ ਆਪਾਂ ਦੇਖਿਆ ਜਰਮਨੀ, ਜਰਮਨੀ ਵਿੱਚ ਇੱਕ ਵਿਅਕਤੀ ਦਾ ਨਾਮ ਯਾਦ ਰੱਖਣਾ, ਹਿਟਲਰ। ਹਿਟਲਰ ਦੇ ਸਾਹਮਣੇ ਕਿਸੇ ਦੇ ਕੋਈ ਜਿਹੜੇ ਰਾਈਟ ਨੇ ਨਹੀਂ ਚੱਲਦੇ, ਉਹਦੀ ਤਾਨਾਸ਼ਾਹੀ ਚੱਲਦੀ ਹੈ ਹਿਟਲਰ ਦੀ ਖੁਦ ਦੀ। ਤਾਂ ਜਿਹੜੇ ਸਾਡੇ ਫੰਡਾਮੈਂਟਲ ਰਾਈਟ ਨੇ ਐਮਰਜੈਂਸੀ ਦੇ ਟਾਈਮ ਸਸਪੈਂਡ ਕੀਤੇ ਜਾ ਸਕਦੇ ਨੇ। ਤਾਂ ਇਹ ਚੀਜ਼ ਆਪਾਂ ਕਿੱਥੋਂ ਲਈ ਹੈ ਜੀ, ਜਰਮਨੀ ਦੇ ਸੰਵਿਧਾਨ। ਨੈਕਸਟ ਆਪਾਂ ਦੇਖਿਆ ਜੀ ਆਇਰਿਸ਼ ਜਾਂ ਆਇਰਲੈਂਡ ਦਾ ਸੰਵਿਧਾਨ। ਉਹਦੇ 'ਚ ਆਪਾਂ ਯਾਦ ਰੱਖਾਂਗੇ ਡੀਪੀਐਸਪੀ, ਪ੍ਰੈਜ਼ੀਡੈਂਟ ਦਾ ਜਿਹੜਾ ਇਲੈਕਸ਼ਨ ਹੈ। ਤੇ ਜਿਹੜਾ ਆਪਾਂ ਦੇਖਿਆ ਸੀ ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਵੱਲੋਂ ਜਿਹੜੇ 12 ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ, ਉਹ ਵੀ ਆਪਾਂ ਕਿੱਥੋਂ ਦੇਖੇ ਨੇ ਜੀ, ਆਇਰਲੈਂਡ ਦੇ ਸੰਵਿਧਾਨ ਤੋਂ ਕਾਪੀ ਕੀਤਾ। ਫਿਰ ਆਪਾਂ ਦੇਖਿਆ ਜੀ ਜਾਪਾਨ। ਤਾਂ ਜਾਪਾਨ ਤੋਂ ਆਪਾਂ ਕੀ ਲਿਆ ਜੀ, ਰੂਲ ਪ੍ਰੋਸੈਸ ਜਿਹੜਾ ਐਸਟੈਬਲਿਸ਼ ਬਾਈ ਲਾ, ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ, ਜਿਹਦਾ ਉਹਨਾਂ ਨੂੰ ਕਿੱਥੇ ਮਿਲਦਾ ਆਰਟੀਕਲ 21 ਦੇ ਵਿੱਚ। ਤਾਂ ਉਹ ਚੀਜ਼ ਆਪਾਂ ਕਿੱਥੋਂ ਲਈ ਹੈ, ਜਾਪਾਨ ਦੇ ਸੰਵਿਧਾਨ ਤੋਂ। ਫਿਰ ਆਪਾਂ ਦੇਖਿਆ ਜੀ ਰੂਸ ਜਾਂ ਰਸ਼ੀਆ ਜਾਂ USSR। ਫਿਰ ਤਾਂ ਆਪਾਂ ਕੀ ਲਿਆ ਜੀ, ਫੰਡਾਮੈਂਟਲ ਡਿਊਟੀਜ਼, 5 ਈਅਰ ਪਲਾਨਸ ਲਏ ਨੇ ਜੀ। ਇੱਕ ਕਨਸੈਪਟ ਲਿਆ ਆਪਾਂ ਜਸਟਿਸ ਦਾ, ਨਿਆਂ ਦੀ ਧਾਰਨਾ। ਕਿਹੜਾ ਕਿਹੜਾ ਨਿਆਂ ਦੇਣਾ ਹੈ ਜੀ, ਇੱਕ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਦੇਣਾ ਹੈ। ਲਾਸਟ ਸੀਗਾ ਆਪਣੇ ਕੋਲ ਸਾਊਥ ਅਫਰੀਕਾ। ਤਾਂ ਸਾਊਥ ਅਫਰੀਕਾ ਤੋਂ ਸੱਸੇ ਤੋਂ ਸਾਊਥ ਤੋਂ ਸੱਸੇ ਤੋਂ ਆਪਾਂ ਕੀ ਯਾਦ ਰੱਖਾਂਗੇ, ਸੋਧ। ਤੇ ਸੋਧ ਦਾ ਉਹਨਾਂ ਕਿੱਥੇ ਆ, ਭਾਰਤੀ ਸੰਵਿਧਾਨ ਚ ਭਾਗ ਨੰਬਰ 20 ਚ ਆਰਟੀਕਲ ਕਿਹੜਾ 368। ਤੇ ਸੋਧ ਕਰ ਕੌਣ ਸਕਦਾ ਜੀ, ਸੰਸਦ। ਕਿੰਨੀ ਵਾਰ ਸੋਧ ਕੀਤੀ ਜਾ ਚੁੱਕੀ ਹੈ ਅੱਜ ਤੱਕ, 106 ਵਾਰ। ਪਹਿਲੀ ਸੋਧ 1952 ਚ, ਲਾਸਟ ਸੋਧ ਕਦੋਂ ਕੀਤੀ 2023 ਵਿੱਚ। ਫਿਰ ਹੋਰ ਕੀ ਆਪਾਂ ਦੇਖਿਆ ਜੀ, ਇਲੈਕਸ਼ਨ ਆਫ ਰਾਜ ਸਭਾ ਮੈਂਬਰ। ਤੇ ਰਾਜ ਸਭਾ ਜਿਹੜੇ ਮੈਂਬਰ ਨੇ ਉਹਨਾਂ ਨੂੰ ਕਿੱਦਾਂ ਚੁਣਿਆ ਜਾਏਗਾ ਜੀ, ਇਹ ਕਨਸੈਪਟ ਆਪਾਂ ਕਿੱਥੋਂ ਲਿਆ ਜੀ, ਸਾਊਥ ਅਫਰੀਕਾ। ਉਹ ਮੇਨ ਹੈ ਜੀ ਜਿਹੜੀ ਤੁਹਾਨੂੰ ਇਹ ਸੋਰਸ ਵਾਲੀ ਕਲਾਸ ਹੈ, ਭਾਰਤੀ ਸੰਵਿਧਾਨ ਦੇ ਸਰੋਤ ਜਾਂ ਸੋਰਸ ਆਫ ਇੰਡੀਅਨ ਕਨਸਟੀਟਿਊਸ਼ਨ। ਤੇ ਕਲਾਸ ਹੈ ਬੜੇ ਵਧੀਆ ਤਰੀਕੇ ਨਾਲ ਸਮਝ ਆ ਚੁੱਕੀ ਹੋਏਗੀ। ਤਾਂ ਸ਼ੁਰੂ ਦੇ ਵਿੱਚ ਤੁਹਾਨੂੰ ਫਿਰ ਇਹ ਗੱਲ ਕਹਿ ਰਿਹਾ ਮੈਂ, ਐਂਡ ਦੇ ਵਿੱਚ ਸ਼ੁਰੂ ਵਿੱਚ ਇਹ ਗੱਲ ਕੀਤੀ ਸੀ ਕਿ ਜੇਕਰ ਕਨਸੈਪਟ ਸਮਝ ਆ ਗਿਆ ਤਾਂ ਜਿਹੜੇ ਸਰੋਤ ਨੇ ਆਟੋਮੈਟਿਕਲੀ ਸਮਝ ਆਣਗੇ। ਇੱਕ ਕਨਸੈਪਟ ਹੈ ਕੇਂਦਰ ਨੂੰ ਵੱਧ ਸ਼ਕਤੀਆਂ ਦੇਣ ਦਾ, ਉਹ ਯਾਦ ਰੱਖਣਾ ਆਪਾਂ, ਕੈਨੇਡਾ। ਇੱਕ ਕਨਸੈਪਟ ਹੈ ਪਾਰਲੀਮੈਂਟ ਵਾਲਾ, ਉਹ ਆਪਾਂ ਯਾਦ ਰੱਖਾਂਗੇ, ਬ੍ਰਿਟੇਨ।
ਇੱਕ ਕਨਸੈਪਟ ਹੈ ਸੰਘਾਤਮਕ ਸ਼ਾਸਨ ਪ੍ਰਣਾਲੀ, ਉਹ ਆਪਾਂ ਯਾਦ ਰੱਖਾਂਗੇ ਜੀ 1935 ਦਾ ਐਕਟ। ਤਾਂ ਇਹਨਾਂ ਰਿਲੇਟਡ ਹੋਰ ਜਿੰਨੇ ਵੀ ਜਿਹੜੇ ਮੁੱਦੇ ਹੋ ਸਕਦੇ ਨੇ, ਜਿੰਨੇ ਵੀ ਜਿਹੜੇ ਕੁਐਸਚਨ ਬਣ ਸਕਦੇ ਨੇ, ਤਾਂ ਆਪਾਂ ਆਨਸਰ ਜ਼ਿਆਦਾ ਪ੍ਰੈਫਰੈਂਸ ਕਿਹਨੂੰ ਦਾਂਗੇ? ਜੇ ਮਜ਼ਬੂਤ ਕੇਂਦਰ ਵਾਲੇ ਕੋਈ ਵੀ ਗੱਲ ਕੀਤੀ ਜਾਏਗੀ ਤਾਂ ਕੈਨੇਡਾ। ਪਾਰਲੀਮੈਂਟ ਦੇ ਵਿੱਚੋਂ ਕੋਈ ਕੁਐਸਚਨ ਪੁੱਛਿਆ ਜਾਏਗਾ, ਆਨਸਰ ਕੀ ਆਏਗਾ ਜੀ? ਬ੍ਰਿਟੇਨ। ਸੰਘਾਤਮਕ ਸ਼ਾਸਨ ਪ੍ਰਣਾਲੀ ਤੋਂ ਕੋਈ ਆਨਸਰ ਕੁਐਸਚਨ ਪੁੱਛਿਆ ਜਾਏਗਾ, ਉਹਦਾ ਆਨਸਰ ਆਪਾਂ ਕੀ ਲਗਾਵਾਂਗੇ? 1935 ਦਾ ਐਕਟ। ਤਾਂ ਉਮੀਦ ਹੈ ਤੁਹਾਨੂੰ ਕਲਾਸ ਬੜੀ ਵਧੀਆ ਲੱਗੀ ਹੋਏਗੀ, ਸਮਝ ਆਈ ਹੋਏਗੀ। ਤਾਂ ਇਸ ਕਲਾਸ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਹੈ ਜੀ, ਲਾਈਕ ਕਰਨਾ ਹੈ ਤੇ ਕਮੈਂਟ ਕਰਨਾ ਹੈ। ਤਾਂ ਜਿਹੜੇ ਸਾਡੇ ਨਾਲ ਨਵੇਂ ਜੁੜੇ ਨੇ, ਤਾਂ ਉਹ ਜਿਹੜਾ ਚੈਨਲ ਦੀ ਪਲੇਲਿਸਟ ਤੇ ਜਾ ਕੇ ਅੱਜ ਦੀਆਂ ਪਹਿਲਾਂ 5 ਕਲਾਸਾਂ ਹੋ ਚੁੱਕੀਆਂ, ਇਹਨਾਂ ਨੂੰ ਦੇਖ ਸਕਦੇ ਨੇ ਜੀ। ਤਾਂ ਇਸ ਨੂੰ ਰਿਵਾਈਜ਼ ਜ਼ਰੂਰ ਕਰ ਲਿਓ ਜੀ। ਤਾਂ ਕਮੈਂਟ ਆਪਣੇ ਜ਼ਰੂਰ ਕਰਿਓ ਕਿ ਜਿਹੜੀ ਤੁਹਾਡੀ ਕਲਾਸ ਹੈ, ਸਾਡੀ ਕਲਾਸ ਹੈ, ਤੁਹਾਨੂੰ ਕਿੱਦਾਂ ਦੀ ਲੱਗੀ ਹੈ, ਤੇ ਅਸੀਂ ਹੋਰ ਇਸ ਕਲਾਸ ਦੇ ਵਿੱਚ ਕਿੱਦਾਂ ਸੁਧਾਰ ਕਰ ਸਕਦੇ ਹਾਂ ਜੀ, ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਹੋ ਜੀ। ਥੈਂਕ ਯੂ।